ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸ਼ਲੋਕਾਂ ਨਾਲ। ਸ਼ਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਅੱਜ ਸ੍ਰੀ ਰਾਗ ਦੀ ਵਾਰ ਆਰੰਭ ਹੋ ਰਹੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਜਿੱਥੇ ਪਹਿਲੀ ਵਾਰ ਮਹੱਲਾ ਸ਼ਬਦ ਆਇਆ, ਉੱਥੇ ਮਹੱਲੇ ਦੀ ਵਿਸਥਾਰ ਨਾਲ ਵਿਚਾਰ ਮਹਾਰਾਜ ਨੇ ਕਰਵਾ ਲਈ ਹੈ। ਜਿੱਥੇ ਪਹਿਲੀ ਵਾਰ ਰਹਾਉ ਸ਼ਬਦ ਆਇਆ, ਉੱਥੇ ਰਹਾਉ ਦੀ ਵਿਚਾਰ ਹੋ ਚੁੱਕੀ ਹੈ। ਜਿੱਥੇ ਪਹਿਲੀ ਵਾਰ ਰਾਗ ਸ਼ੁਰੂ ਹੋਇਆ ਹੈ ਸ੍ਰੀ ਰਾਗ, ਉੱਥੇ ਸ੍ਰੀ ਰਾਗ ਦੀ ਵਿਚਾਰ ਹੋ ਚੁੱਕੀ ਹੈ। ਹੁਣ ਇੱਥੇ ਬਾਰ ਸ਼ਬਦ ਪਹਿਲੀ ਵਾਰ ਆਇਆ, ਇਸ ਕਰਕੇ ਇਹਦੀ ਕੁਝ ਥੋੜੀ ਜਿਹੀ ਵਿਚਾਰ ਹੋਣ ਤੋਂ ਬਾਅਦ ਫਿਰ ਅੱਗੇ ਸਤਿਗੁਰੂ ਮਹਾਰਾਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਹੋਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹਨ। ਸ੍ਰੀ ਰਾਗ ਮਾਝ, ਗੌੜੀ, ਆਸਾ, ਗੁਜਰੀ, ਗੰਧਾਰੀ, ਬਿਹਾਗੜਾ, ਬੜਹੰਸ, ਸੋਢ, ਤਨਾਸਰੀ, ਜੈਸਰੀ, ਮੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ, ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ। ਇਹ 31ਵਾਂ ਰਾਗ ਹੈ। ਹੁਣ 31 ਰਾਗਾਂ ਦੇ ਵਿੱਚ ਜਿਹੜੀਆਂ 12 ਹਨ ਉਹ 17 ਰਾਗਾਂ ਦੇ ਵਿੱਚ ਹੈ। 12 22 ਨੇ ਤੇ ਰਾਗ 17 ਨੇ, ਜਿਹਨਾਂ ਵਿੱਚ 12 ਆਉਣਗੀਆਂ। ਰਾਗ 31 ਨੇ ਉਹ ਆਪ ਜੀ ਨੇ ਸੁਣ ਲਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਇਹ 12 ਦੇ ਨਾਮ ਹਨ, ਤੇ ਪਹਿਲੀ ਵਾਰ ਇਹ ਹੈ ਜਿਹਦੇ ਵਿੱਚ ਆਪ ਜੀ ਸੁਣ ਰਹੇ ਹੋ ਸ੍ਰੀ ਰਾਗ ਕੀ ਵਾਰ। ਇਹ ਪਹਿਲੀ ਵਾਰ ਹੈ ਤੇ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। 83 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਦੂਜੀ ਵਾਰ ਮਾਝ ਦੀ ਹੈ, ਇਹ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। 137 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਤੀਸਰੀ ਵਾਰ ਗੌੜੀ ਦੀ ਹੈ, ਇਹ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੈ ਤੇ ਪੂਰਾ 300 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਚੌਥੀ ਵਾਰ ਗੌੜੀ ਕੀ ਵਾਰ ਹੈ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। 318 ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਵੀਂ ਵਾਰ ਜਿਹੜੀ ਹੈ ਇਹ ਆਸਾ ਦੀ ਵਾਰ ਹੈ। ਵਾਰ ਸ਼ਲੋਕਾਂ ਨਾਲ ਇਹ ਅੰਗ 462 ਦੇ ਉੱਤੇ ਸ਼ੁਰੂ ਹੁੰਦੀ ਹੈ। ਛੇਵੀਂ ਵਾਰ ਜਿਹੜੀ ਗੁਜਰੀ ਕੀ ਵਾਰ ਹੈ, ਤੀਸਰੇ ਪਾਤਸ਼ਾਹ ਦੀ ਹੈ, 508 ਅੰਗ ਤੇ ਆਏਗੀ। ਸੱਤਵੀਂ ਗੁਜਰੀ ਦੀ ਵਾਰ ਮਹੱਲੇ ਪੰਜਵੇਂ ਦੀ ਗੁਰੂ ਅਰਜਨ ਦੇਵ ਜੀ ਦੀ 517 ਅੰਗ ਤੇ ਆਏਗੀ। ਅੱਠਵੀਂ ਵਾਰ ਵਿਹਾਗੜੀ ਦੀ ਵਾਰ ਹੈ, ਚੌਥੇ ਪਾਤਸ਼ਾਹ ਦੀ ਹੈ, 548 ਅੰਗ ਤੇ ਆਏਗੀ। ਨੌਵੀਂ ਵਾਰ ਬੜਹੰਸ ਦੀ ਵਾਰ ਹੈ, ਇਹ ਚੌਥੇ ਪਾਤਸ਼ਾਹ ਦੀ ਹੈ, 585 ਅੰਗ ਤੇ ਆਏਗੀ। ਸੋਰਠ ਦੀ ਵਾਰ ਜਿਹੜੀ ਹੈ ਚੌਥੇ ਪਾਤਸ਼ਾਹ ਦੀ ਹੈ, 642 ਅੰਗ ਤੇ ਆਏਗੀ। ਇਹ 10ਵੀਂ ਵਾਰ ਹੈ। 11ਵੀਂ ਵਾਰ ਜੈਤਸਰੀ ਦੀ, ਜਿੱਥੇ ਮੱਧ ਲੱਗਦਾ ਹੈ, 705 ਅੰਗ ਤੇ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਲੋਕਾਂ ਦੇ ਨਾਲ ਹੀ ਵਾਰ ਹੈ। ਤੇ 12ਵੀਂ ਵਾਰ ਹੈ ਸੂਹੀ ਕੀ ਵਾਰ, ਇਹ ਵੀ ਸ਼ਲੋਕਾਂ ਨਾਲ ਹੈ। ਤੀਸਰੇ ਪਾਤਸ਼ਾਹ ਦੀ ਹੈ, 785 ਅੰਗ ਤੇ ਹੈ। 13ਵੀਂ ਬਿਲਾਵਲ ਦੀ ਵਾਰ ਹੈ, ਚੌਥੇ ਪਾਤਸ਼ਾਹ ਦੀ ਹੈ, 849 ਅੰਗ ਤੇ ਆਏਗੀ। ਅੱਗੇ ਜਿਵੇਂ ਜਿਵੇਂ ਕਥਾ ਆਏਗੀ। 14ਵੀਂ ਰਾਮਕਲੀ ਦੀ ਵਾਰ ਹੈ, ਤੀਸਰੇ ਪਾਤਸ਼ਾਹ ਦੀ ਹੈ, 947 ਅੰਗ ਤੇ ਹੈ। 15ਵੀਂ ਰਾਮਕਲੀ ਦੀ ਵਾਰ ਹੈ, ਗੁਰੂ ਅਰਜਨ ਦੇਵ ਜੀ ਦੀ ਹੈ, 957 ਅੰਗ ਤੇ ਹੈ। 16ਵੀਂ ਰਾਮਕਲੀ ਦੀ ਵਾਰ ਹੈ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ ਅੱਖਰ ਮਿਲਣਗੇ, 966 ਅੰਗ ਹੈ ਗੁਰੂ ਗ੍ਰੰਥ ਸਾਹਿਬ ਦਾ। 17ਵੀਂ ਵਾਰ ਮਾਰੂ ਕੀ ਵਾਰ ਹੈ, ਇਹ ਮਾਰੂ ਵਾਰ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਹੈ, 1086 ਅੰਗ ਤੇ ਆਏਗੀ। ਇਹ 17ਵੀਂ ਵਾਰ ਮਹਾਰਾਜ ਦੀ। 18ਵੀਂ ਵਾਰ ਇਹ ਮਾਰੂ ਡਖਣਿਆਂ ਦੀ ਵਾਰ ਗੁਰੂ ਅਰਜਨ ਦੇਵ ਜੀ ਦੀ ਹੈ, 1094 ਅੰਗ ਤੇ ਹੈ।
19ਵੀਂ ਵਾਰ ਬਸੰਤ ਕੀ ਵਾਰ ਹੈ। ਇਹ ਪੰਜਵੇਂ ਪਾਤਸ਼ਾਹ ਦੀ ਉਚਾਰਨ ਕੀਤੀ 1193 ਅੰਗ ਤੇ। 20ਵੀਂ ਵਾਰ ਸਾਰੰਗ ਕੀ ਵਾਰ ਹੈ। ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੈ 1237 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਵਾਰ ਆਏ। 21ਵੀਂ ਵਾਰ ਮਲਹਾਰ ਕੀ ਵਾਰ ਹੈ। ਇਹ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ 1278 ਅੰਗ ਤੇ ਆਏਗੀ। ਜਿਹੜੀ ਸਭ ਤੋਂ ਬਾਅਦ ਦੇ ਵਿੱਚ ਆਉਣ ਵਾਲੀ ਵਾਰ ਹੈ 22ਵੀਂ ਵਾਰ ਇਹ ਕਾਨੜੇ ਦੀ ਵਾਰ ਹੈ। ਕਾਨੜੇ ਕੀ ਵਾਰ ਇਹ ਮਹੱਲੇ ਚੌਥੇ ਗੁਰੂ ਰਾਮਦਾਸ ਦੀ ਉਚਾਰਨ ਕੀਤੀ ਹੋਈ ਹੈ। ਇਹ 22 ਵਾਰਾਂ ਦੇ ਨਾਮ ਹਨ। ਇਹਦੇ ਵਿੱਚ ਥੋੜੀ ਜਿਹੀ ਹੋਰ ਵਿਸ਼ੇਸ਼ ਵਿਚਾਰ ਵੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਜਿਹੜੀਆਂ ਕਿਹੜੇ ਰਾਗਾਂ ਵਿੱਚ ਕਿੰਨੀਆਂ ਵਾਰਾਂ ਆਉਂਦੀਆਂ ਹਨ। ਮਹਾਰਾਜ ਸਾਹਿਬ ਨੇ ਜੋ ਵਾਰ ਉਚਾਰਨ ਕੀਤੀ ਹੈ ਮਾਝ ਰਾਗ ਹੈ, ਆਸਾ ਤੇ ਮਲਹਾਰ, ਇਹ 3 ਵਾਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ। ਗੁਰੂ ਅਮਰਦਾਸ ਮਹਾਰਾਜ ਦੀਆਂ 4 ਰਾਗਾਂ ਵਿੱਚ ਗੂਜਰੀ ਰਾਗ, ਸੋਹੀ ਰਾਗ, ਰਾਮਕਲੀ ਰਾਗ, ਮਾਰੂ ਰਾਗ, ਇਹਦੇ ਵਿੱਚ 4 ਵਾਰਾਂ ਦਰਜ ਹਨ। ਸ੍ਰੀ ਗੁਰੂ ਰਾਮਦਾਸ ਜੀ ਦੀਆਂ 8 ਰਾਗਾਂ ਦੇ ਵਿੱਚ ਸ੍ਰੀ ਰਾਗ, ਗੌੜੀ, ਬਿਹਾਗੜਾ, ਵਡਹੰਸ, ਸੋਠ, ਬਿਲਾਵਲ ਤੇ ਸਾਰੰਗ ਤੇ ਕਾਨੜਾ 8 ਵਾਰਾਂ ਇਹਦੇ ਵਿੱਚ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 6 ਰਾਗਾਂ ਵਿੱਚ ਗੌੜੀ, ਗੂਜਰੀ, ਜੈ ਸ੍ਰੀ, ਰਾਮਕਲੀ, ਮਾਰੂ, ਡਖਣਾ ਤੇ ਬਸੰਤ ਰਾਗ, ਇਹ 6 ਵਾਰਾਂ ਦਰਜ ਹਨ। ਗੁਰੂ ਸਾਹਿਬਾਨਾਂ ਦੀਆਂ ਇਹਨਾਂ 12 ਤੋਂ ਇਲਾਵਾ 7 ਬਲਵੰਡੇ ਗੁਰਸਿੱਖਾਂ ਦੀ ਵਾਰ ਹੈ ਤੇ ਉਹ ਆਪ ਜੀ ਨੇ ਪਿੱਛੇ ਸੁਣ ਲਿਆ ਹੈ। ਇਹਨਾਂ 12 ਦੇ ਅੰਦਰ 9 ਧੁਨਾਂ ਹਨ, ਸੂਰਮਿਆਂ ਦੇ ਨਾਂ ਤੇ ਚਾੜੀਆਂ ਹੋਈਆਂ ਹਨ। ਤੇ ਜਿਹੜੀ ਪਹਿਲੀ ਧੁਨ ਹੈ ਮਾਝ ਰਾਗ ਦੇ ਵਿੱਚ ਮਲਕ ਮਰੀਦ ਤਥਾ ਚੰਦਰਹਾਂ ਸੋਈਆਂ ਕੀ ਧੁਨੀ, ਇਹ ਧੁਨ ਹੈ। ਗੌੜੀ ਰਾਗ ਦੇ ਦੂਸਰੀ ਜਿਹੜੀ ਧੁਨ ਹੈ ਗੌੜੀ ਰਾਗ ਦੇ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ, ਇਹ ਲਿਖਿਆ ਹੋਇਆ ਹੈ। ਤੀਸਰੀ ਜਿਹੜੀ ਧੁਨ ਹੈ ਉਹ ਆਸਾ ਰਾਗ ਵਿੱਚ ਟੁੰਡੇ ਅਸਰਾਜੇ ਕੀ ਧੁਨੀ, ਹਰ ਰੋਜ਼ ਰਾਗੀ ਸਿੰਘਾਂ ਤੋਂ ਸੁਣਦੇ ਹੋ, ਦਰਬਾਰ ਸਾਹਿਬ ਤੋਂ ਵੀ। ਚੌਥੀ ਜਿਹੜੀ ਧੁਨ ਹੈ ਗੁਜਰੀ ਕੀ, ਗੁਜਰੀ ਰਾਗ ਦੇ ਅੰਦਰ ਸਿਕੰਦਰ ਬ੍ਰਹਮ ਕੀ ਵਾਰ ਕੀ ਧੁਨੀ ਲਿਖੀ ਹੈ। ਪੰਜਵੀਂ ਜਿਹੜੀ ਹੈ ਧੁਨ ਉਹ ਹੈ ਵਡਹੰਸ ਰਾਗ ਵਿੱਚ ਲਲਾ ਬਹਿਲੀਮਾ ਕੀ ਧੁਨ। ਛੇਵੀਂ ਜਿਹੜੀ ਰਾਮਕਲੀ ਰਾਗ ਵਿੱਚ ਜੋਧੇ ਵੀਰੇ ਪੂਰਵਾਣੀ ਕੀ ਧੁਨ ਲਿਖੀ ਹੋਈ ਹੈ। ਸੱਤਵੀਂ ਸਾਰੰਗ ਰਾਗ ਦੇ ਵਿੱਚ ਰਾਏ ਮਹਿਮੇ ਹਸਨੇ ਦੀ ਧੁਨ, ਇਹ ਉਚਾਰਨ ਕੀਤੀ ਹੈ। 8ਵੀਂ ਮਲਹਾਰ ਰਾਗ ਦੇ ਰਾਣੇ ਕੈਲਾਸ਼ ਤਥਾ ਮਾਲਦੇ ਕੀ ਧੁਨ ਹੈ। 9ਵੀਂ ਕਾਨੜਾ ਰਾਗ ਵਿੱਚ ਮੂਸੇ ਕੀ ਵਾਰ ਦੀ ਧੁਨ ਕਹੀ ਹੈ। ਇਹਨਾਂ ਧੁਨਾਂ ਦੇ ਚਾੜਨ ਦੀ ਆਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਤੀ ਸੀ। ਇਹਦਾ ਸਬੂਤ ਇਤਿਹਾਸ ਦੇ ਪੰਨਿਆਂ ਤੇ ਹੈ। ਉਹ ਗੁਰਬਿਲਾਸ ਪਾਤਸ਼ਾਹੀ 6ਵੀਂ, ਉਹਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਲਿਖਿਆ ਹੈ। ਉੱਥੇ ਅੱਖਰ ਵੀ ਇਹ ਲਿਖੇ ਹੋਏ ਨੇ, ਸ੍ਰੀ ਸਤਿਗੁਰ ਦਿਖ ਲਗੋ ਦੀਵਾਨ, ਬੁੱਢੇ ਆਦਿਕ ਸਭ ਇੱਕ ਠਾਨ। ਸਾਰੇ ਇੱਕ ਥਾਂ ਬੈਠੇ ਸੀ। ਹਰਗੋਬਿੰਦ ਕੋ ਕਹਾ ਸੁਣਾਈ, ਗੁਰੂ ਅਰਜਨ ਦੇਵ ਜੀ ਨੇ ਕਹਿ ਕੇ ਸੁਣਾਇਆ। ਆਗਿਆ ਔਰ ਸੁਨੋ ਚਿਤਲਾਈ, ਮੇਰੀ ਆਗਿਆ ਸੁਣੋ ਚਿਤਲਾ ਕਰਕੇ। ਸਾਹਿਬ ਬੁੱਢੀ ਬਚਨ ਬਖਾਨਾ, ਤੁਮ ਕਰਨੇ ਹੈ ਜੁੱਧ ਮਹਾਨਾ। ਬਾਬਾ ਬੁੱਢਾ ਸਾਹਿਬ ਨੂੰ ਮੁਖਾਤਬ ਕੀਤਾ, ਬਾਬਾ ਜੀ ਤੁਸੀਂ ਇਹ ਨਾਲ ਹੋ ਕੇ ਕਾਰਜ ਕਰਾਉਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਤੁਸੀਂ ਬੜੇ ਯੁੱਧ ਕਰਨੇ ਆ। ਗ੍ਰੰਥ ਬੀੜ ਹਮ ਜੋ ਲਿਖਵਾਈ, ਜੋ ਭਾਈ ਗੁਰਦਾਸ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਈ ਹੈ। 22 ਵਾਰ ਸੁਨੋ ਮਨ ਲਾਈ, ਉਹਦੇ 'ਚ 22 ਵਾਰਾਂ ਉਚਾਰਨ ਕੀਤੀਆਂ ਹੋਈਆਂ ਹਨ। ਮਨ ਪਸੰਦ ਸੁਨ ਬਾਰ ਜੋ ਪਾਵੋ, ਮਨ ਪਸੰਦੀ ਉਹਨਾਂ ਬਾਰਾਂ ਤਵੇ ਤੁਨ ਤੁਮ ਤਾਹੇ ਚੜਾਵੋ, ਉਹਦੇ 'ਚ ਧੁਨਾ ਤੁਸੀਂ ਚਾੜਨੀ ਜਿਹੜੀ ਤੁਹਾਨੂੰ ਪਸੰਦ ਆ ਜਾਵੇ। ਆਗਿਆ ਦੇ ਦਿੱਤੀ, ਅਧਿਕਾਰ ਦੇ ਦਿੱਤਾ, ਨਾਲ ਹਦਾਇਤ ਕੀਤੀ ਬਾਣੀ ਔਰ ਨਹੀਂ ਤੁਮ ਕਰਨੀ, ਇਸ ਰੂਪ ਦੇ 'ਚ ਹੋਰ ਬਾਣੀ ਨਹੀਂ ਉਚਾਰਨ ਕਰਨੀ। ਸਤ ਬਚਨ ਸੁਣਿਓ ਮਮ ਸਰਵਣੀ, ਇਹ ਕੰਨਾਂ ਦੇ ਨਾਲ ਸੁਣਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸਜਾਇਆ। ਉਸ ਵੇਲੇ ਦੇ ਮਸ਼ਹੂਰ ਢਾਡੀ ਸੀ ਨੱਥਾ ਅਬਦੁੱਲਾ, ਉਹ ਬੁਲਾਏ, ਸੂਰਮਿਆਂ ਦੀਆਂ 12 ਗਵਾਈਆਂ ਤੇ ਜਿਹਨੂੰ 2 ਮਹੀਨੇ ਲੱਗੇ। 2 ਮਹੀਨੇ ਦੇ ਵਿੱਚ ਉਹਨਾਂ ਨੇ ਸਾਰੀਆਂ 12 ਸੂਰਮਿਆਂ ਦੀਆਂ ਸੁਣਾਈਆਂ। ਪਿੰਨ ਪਿੰਨ ਸਭ ਵਾਰ ਉਚਾਰੇ, ਢਾਡੀ ਅਬਦੁੱਲ ਵੱਡ ਸ਼ਬਦ ਧਾਰੇ, ਬੜੀ ਸੋਭਾ ਵਾਲਾ ਢਾਡੀ ਸੀ। ਤੁਨ ਜੁਤ ਬਾਈ ਵਾਰ ਸੁਣਾਈ, 2 ਮਾਸ ਮੈਂ ਨਿਜ ਮਨ ਲਾਈ। ਤੇ ਇਸ ਤਰ੍ਹਾਂ ਫਿਰ ਉਹ 22 ਵਾਰਾਂ ਜਿਹੜੀਆਂ ਉਹਨਾਂ ਨੇ ਸੁਣਾਈਆਂ। 2 ਮਹੀਨੇ ਲੱਗੇ ਨੱਥੇ ਅਬਦੁੱਲੇ ਨੂੰ। ਤੇ ਮਹਾਰਾਜ ਸਾਹਿਬ ਨੂੰ ਜਿਹੜੀਆਂ 12 ਫਿਰ ਪਸੰਦ ਆ ਗਈਆਂ, ਜਿਹੜੀਆਂ ਧੁਨਾਂ ਪਸੰਦ ਆ ਗਈਆਂ, ਉਹ ਫਿਰ ਮਹਾਰਾਜ ਸਾਹਿਬ ਨੇ 9 ਧੁਨਾਂ ਚਾੜੀਆਂ, ਬਾਕੀ ਛੱਡ ਦਿੱਤੀਆਂ ਮਹਾਰਾਜ ਨੂੰ।
ਇਹ ਮਹਾਰਾਜ ਆਪਣੇ ਭਾਣੇ ਦੇ ਮਾਲਕ ਨੇ, ਉਹਨਾਂ ਦੇ ਉਹ ਪਸੰਦ ਨਹੀਂ ਆਈਆਂ, ਇਹ ਸੂਰਮਿਆਂ ਦੀਆਂ 12 ਪਸੰਦ ਆਈਆਂ। ਇਹ ਤਾਂ ਅਸੀਂ ਵੀ ਕਿੰਨੇ ਰਾਗ ਨੂੰ ਗੁਰੂ ਗ੍ਰੰਥ ਸਾਹਿਬ 'ਚ 17 ਰਾਗਾਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ 12 ਨੇ, ਉਹਦੇ 'ਚ ਕਿਹੜੇ ਗੁਰੂ ਦੀਆਂ ਕਿੰਨੀਆਂ 12 ਇਹ ਸਭ ਸੁਣ ਲਿਆ ਆਪ ਜੀ ਨੇ। ਹੁਣ ਜਿਹੜਾ 12 ਪਦ ਹੈ, ਇਹ ਪਦ ਹੈ ਸੰਸਕ੍ਰਿਤ ਦਾ। ਸੰਸਕ੍ਰਿਤ ਦੇ ਪਦ ਵਾਰਤਾ ਦੇ ਇਹਦਾ ਜਿਹੜਾ ਹੈ, ਇਹਦਾ ਭਾਵ ਕੀ ਹੈ? ਇਹਦਾ ਪਦ ਤੋਂ ਜਿਹੜੀ ਬਾਰ ਹੈ, ਵਾਰਤਾ ਤੋਂ ਹੀ ਸੰਖੇਪ ਬਣਿਆ ਹੋਇਆ। ਬਾਰ ਜਿਹੜਾ ਹੈ, ਬਾਰ ਛੋਟਾ ਕਰ ਹੈ, ਵਾਰਤਾ ਤੋਂ ਬਣਿਆ ਬਾਰ। ਵਾਰਤਾ ਤੋਂ ਸੰਖੇਪ ਹੋ ਕੇ ਉਹ ਬਣ ਗਿਆ, ਜਿਵੇਂ ਛੋਟੇ ਅੱਖਰਾਂ 'ਚ ਕਹਿਣ ਲੱਗੇ ਵਾਰਤਾ। ਵਾਰਤਾ ਕਿਹਨੂੰ ਕਹਿੰਦੇ? ਖਬਰ ਨੂੰ, ਹਾਲ ਨੂੰ। ਕਿਸੇ ਹੋਏ ਵਾਕਿਆ ਬਾਬਤ ਹਾਲ, ਕਥਾ, ਉਪਕਥਨ, ਕਥਾ ਵਾਰਤਾ ਜਿਹਨੂੰ ਕਹਿੰਦੇ। ਇਹ ਪਦ ਸਾਰੇ ਹੋਈ ਘਟਨਾ ਦੀਆਂ ਖਬਰਾਂ, ਫਿਰ ਜੰਗਾਂ ਯੁੱਧਾਂ ਦੀਆਂ ਖਬਰਾਂ, ਉਹਨਾਂ ਤੇ ਵਰਤੀਦਾ ਸੀ। ਡਾਕਟਰ ਭਾਈ ਵੀਰ ਸਿੰਘ ਨੇ ਬੜਾ ਸੋਹਣਾ ਇਹਦੇ 'ਚ ਲਿਖਿਆ। ਉਹਨਾਂ ਨੇ ਹਾਲਾਤ ਤੇ ਕਥਾ ਰੂਪ ਵਰਣਨ ਤੇ ਆ ਗਿਆ। ਕਾਵਿਆ ਰਚਨਾ 'ਚ ਹੋਈ ਵੀਰ ਰਸੀ ਘਟਨਾਵਾਂ ਨੂੰ ਸੁਣਨ ਵਾਲਿਆਂ ਨੇ ਯਾਦ ਰੱਖਣ ਦੇ ਲਈ ਛੰਦਾਂ ਵਿੱਚ ਸੰਖੇਪ ਵੇਰ ਕੇ ਰਚ ਲਏ ਤੇ ਨਾਲ ਢੱਡ ਸਰੰਗੀ ਆਦਿ ਸਾਜ਼ ਰੱਖ ਲਏ। ਇਸ ਪ੍ਰਕਾਰ ਉਹਨਾਂ ਨੇ ਵਾਪਰੀ ਹੋਈ ਘਟਨਾ ਦੇ ਹਾਲਾਤ ਸੁਣਾਉਣੇ, ਵੇਰਵੇ ਦੇਣੇ, ਉਹ ਤੇ ਉਹਦੇ ਵਿੱਚ ਰਚੇ ਛੰਦ ਗਾਉਣੇ। ਇਹ ਸਾਡੇ ਭਾਰਤ ਦੇ ਵਿੱਚ ਪੁਰਾਤਨ ਸਮੇਂ ਦੀ ਜਿਹੜੀ ਹੈ ਉਹ ਸਿਮਰਤੀ ਦੇ ਵਿੱਚ ਲਿਆਉਣ ਵਾਸਤੇ ਵੀ ਐਸਾ ਸੀ। ਜਿਨ੍ਹਾਂ ਦੀ ਕਿ ਮਾਨੋ ਵਿਆਖਿਆ ਕਰ ਰਹੇ ਨੇ ਅਜਿਹੇ ਛੰਦ ਪੌੜੀ ਕਹਿਲਾਏ, ਜੋ ਹਾਲਾਤ ਦਾ ਸਿਲਸਿਲਾ ਉਹਨਾਂ ਦੇ ਐਨ ਡੰਡੇ ਵਾਂਗੂ ਤੁਰਦਾ ਜਾਂਦਾ ਹੈ। ਪਹਿਲਾਂ ਇਹ ਛੰਦ ਨਿਰਸ੍ਰੇਣੀ ਛੰਦ ਵਿੱਚ ਸਨ। ਉਹਨੂੰ ਨਿਰਸ੍ਰੇਣੀ ਛੰਦ ਕਹਿੰਦੇ ਨੇ ਪੌੜੀ ਨੂੰ। ਪੌੜੀ ਦਾ ਹੀ ਭਾਵ ਹੈ ਵਿਦਵਾਨਾਂ ਦੀ ਬੋਲੀ ਹੈ। ਜੰਗਾਂ ਯੁੱਧਾਂ ਦੇ ਹਾਲਾਤ ਤੇ ਯੋਧਿਆਂ ਦੀਆਂ ਸੂਰਵੀਰਾਂ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਹ ਛੰਦ ਵਿੱਚ ਲਿਖਿਆ ਅਤੇ ਇੱਥੋਂ ਤੱਕ ਜਸ ਗਾ ਕੇ ਵਿਆਖਿਆ ਕਰਕੇ ਵਿੱਚ ਪ੍ਰਮਾਣ ਤੇ ਸਿੱਖਿਆ ਰੂਪ ਸ਼ਲੋਕਾਂ ਦੇ ਨਾਲ ਲਾ ਕੇ ਇਹ ਸੁਣਾਉਣ ਦਾ ਰਿਵਾਜ ਪਿਆ। ਜਦੋਂ ਢਾਡੀ 12 ਗਾਉਂਦੇ, ਜੰਗਾਂ ਯੁੱਧਾਂ ਦੇ ਹਾਲਾਤ ਵਾਰਤਕ ਵਿੱਚ ਸੁਣਾਉਂਦੇ, ਉਸ ਦਾ ਸੰਖੇਪ ਪੌੜੀ ਵਿੱਚ ਦਿੰਦੇ ਫਿਰ, ਤੇ ਵਿੱਚ ਸ਼ਲੋਕ ਦਿਆ ਕਰਦੇ ਜਿਨ੍ਹਾਂ ਦਾ ਸੰਬੰਧ ਕਦੇ ਚੱਲ ਰਹੇ ਪ੍ਰਸੰਗ ਨਾਲ, ਕਦੇ ਵਿਅੰਗ ਨਾਲ, ਕਦੇ ਧੁਨੀ ਵਿੱਚ, ਕਦੇ ਉਪਦੇਸ਼ ਰੂਪ ਵਿੱਚ ਹੁੰਦਾ ਸੀ। ਇਸ ਤਰ੍ਹਾਂ ਗੁਰਬਾਣੀ ਦੀਆਂ ਜਿਹੜੀਆਂ 12 ਵਿੱਚ ਸ਼ਲੋਕਾਂ ਦਾ ਸੰਬੰਧ ਪੌੜੀਆਂ ਨਾਲ ਕਿਤੇ ਸਿੱਧਾ, ਕਿਤੇ ਵਿਅੰਗ, ਧੁਨੀ ਆਦਿ ਦੇ ਨਾਲ, ਕਦੇ ਕਿਸੇ ਸਿਧਾਂਤ ਦੇ ਇਸ਼ਾਰੇ ਵੱਲ ਹੁੰਦਾ ਹੈ। ਪਰ ਅਕਸਰ 12 ਦੀਆਂ ਪੌੜੀਆਂ ਦੇ ਭਾਵ ਕਿਵੇਂ ਨਾ ਕਿਵੇਂ ਇਹ ਢੁਕਵੇਂ ਹੁੰਦੇ ਨੇ ਸ਼ਲੋਕਾਂ ਦੇ ਨਾਲ। ਇਹ ਸੀ ਸ਼ਲੋਕਾਂ ਤੇ 12 ਦੀ ਕੁਝ ਵਿਚਾਰ। ਜਿਸ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਤੇ ਸਿੱਖਾਂ ਨੂੰ ਯੋਧੇ ਬਣਾਉਣ ਵਾਸਤੇ, ਧਰਮ ਦੀ ਰੱਖਿਆ ਵਾਸਤੇ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਨੀਆਂ ਤੇ ਉਸ ਵੇਲੇ ਸਤਿਗੁਰੂ ਅਕਾਲ ਤਖ਼ਤ ਸਾਹਿਬ ਤੇ ਸੂਰਮਿਆਂ ਦੀਆਂ 12 ਨੱਥੇ ਬਦਲੇ ਢਾਡੀ ਤੋਂ, ਉਹਨਾਂ ਤੋਂ ਇਹ 12 ਸੁਣੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਤੋਂ ਇਹ ਧੁਨਾਂ ਲਿਖਵਾਈਆਂ, ਕਿਉਂਕਿ ਕਲਮ ਉਹੀ ਰਹੇ। ਇਸ ਕਰਕੇ ਉਹ ਸਰੂਪ ਵੀ ਹਾਜ਼ਰ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਕਿਉਂਕਿ ਹਰਿਮੰਦਰ ਸਾਹਿਬ 'ਚ ਉਸ ਵੇਲੇ ਪ੍ਰਕਾਸ਼ ਹੋ ਚੁੱਕਾ ਸੀ। ਤੇ ਮਹਾਰਾਜ ਜਿਹੜੀਆਂ ਪਸੰਦ ਆਈਆਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਭਾਈ ਗੁਰਦਾਸ ਤੋਂ ਲਿਖਵਾ ਦਿੱਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ 9 ਧੁਨਾਂ ਉੱਪਰ ਪੌੜੀਆਂ ਰਾਗੀਆਂ ਨੇ ਲਾਉਣ ਦੀਆਂ ਠਹਿਰਾਈਆਂ। 12 ਦੇ ਕੀਰਤਨ ਵਿੱਚ ਸ਼ਲੋਕਾਂ ਦੇ ਮਗਰੋਂ ਪੌੜੀ 1 ਤਾਲ, ਯੱਕਾ 3 ਤਾਲ, 5 ਤਾਲ, ਆਸਾਵਰੀ 2.5 ਤਾਲ ਰੂਪਕ ਦੇ ਵਿੱਚ ਗਾਈਆਂ ਜਾਂਦੀਆਂ। ਪੌੜੀ ਗਾਉਣ ਵੇਲੇ ਜੋੜੀ ਦੀ ਗੱਤ ਨਹੀਂ ਵਜਾਈ ਜਾਂਦੀ ਸੀ। ਇਹ ਪੁਰਾਣੇ ਸਮੇਂ ਦਾ ਐਸਾ ਰਿਵਾਜ ਸੀ, ਸਿਰਫ ਸਾਜ਼ ਵਜਾਇਆ ਜਾਂਦਾ ਸੀ। ਇਸ ਲਈ ਪੌੜੀ ਗਾ ਕੇ ਉਹਦਾ ਪਾਠ ਸੁਣਾਇਆ ਜਾਂਦਾ, ਜੇ ਤੇ ਸਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ ਬਹੁਤ ਸੌਖੇ। ਤੇ ਪੌੜੀ ਜਿਹੜੀ ਹੈ ਉਹ ਲਾਉਣੀ ਪੁਰਾਤਨ ਰਵਾਬੀਆਂ ਤੇ ਰਾਗੀਆਂ ਦਾ ਇੱਕ ਖਾਸ ਹੁਨਰ ਹੁੰਦਾ ਸੀ। ਹੁਣ ਕੀਰਤਨ ਕਰਨ ਵਾਲੇ ਪੌੜੀਆਂ ਦੇ ਗਾਇਨ ਦੀ ਧਾਰਨਾ ਭੁੱਲਦੇ ਜਾ ਰਹੇ ਨੇ। ਸਵੇਰ ਤੇ ਸਾਂਝ ਰਾਤ ਨੂੰ ਚੌਂਕੀ ਦਾ ਭੋਗ ਪਾਉਣ ਵੇਲੇ ਬਿਲਾਵਲ, ਕਾਨੜੇ ਆਦਿ ਦੀਆਂ ਪੌੜੀਆਂ ਪੁਰਾਤਨ ਰੀਤ ਅਨੁਸਾਰ ਹੁਣ ਨਹੀਂ ਗਾਈਆਂ ਜਾਂਦੀਆਂ। ਪੌੜੀ ਦਾ ਵਜਨ ਚੌਪਈ, ਹੰਸਗਤ, ਦੋਹਰਾ ਇਤਿਆਦਿ ਅਨੇਕਾਂ ਵਚਨਾਂ ਦਾ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਜਿਹੜੀਆਂ ਨੇ ਉਹਨਾਂ ਦੀਆਂ ਪੌੜੀਆਂ ਦਾ ਵਜਨ ਇੱਕ ਨਹੀਂ ਹੈ, ਅਨੇਕ ਹੈ। ਪੌੜੀ ਇੱਕ ਛੰਦ ਦੀ ਚਾਲ ਦਾ ਨਾਮ ਹੈ, ਜਿਹਦੇ 4 ਚਰਨ ਪੂਰੇ ਹੁੰਦੇ ਤੇ ਇੱਕ ਚਰਨ ਕੁਝ ਮਾਤਰਾ ਦਾ ਘੱਟ ਹੁੰਦਾ ਹੈ। ਤੇ ਉਸ ਤਰ੍ਹਾਂ 12 ਦੀਆਂ ਪੌੜੀਆਂ ਵਿੱਚ ਚਰਨ ਵੱਧ ਘੱਟ ਰਚ ਲੈਣਾ ਬਿਹਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 12 ਵਿੱਚ
ਪੌੜੀਆਂ ਦੇ ਆਮ ਤੌਰ ਤੇ 5-5 ਜਾਂ 8-8 ਇਹ ਇੰਨੇ ਤੁਕਾਂ ਦੇ ਜਿਹੜੇ 8 ਚਰਨ ਇਹ ਬਹੁਤ ਕਰਕੇ ਨੇ। ਸਹਿਜੇ ਸਹਿਜੇ ਇਸ ਪਦ ਦਾ ਪੰਜਾਬੀ 'ਚ ਅਰਥ ਹੋ ਗਿਆ ਕਿ ਵੀਰ ਰਸ ਯੋਧਿਆਂ ਦੇ ਗੁਣ ਕਥਨ ਦਾ ਗੀਤ। ਇਹ ਇਸ ਤਰ੍ਹਾਂ ਬਦਲਾਅ ਹੁੰਦੇ ਗਏ। ਸ੍ਰੀ ਗੁਰੂ ਸਾਹਿਬ ਜੀ ਨੇ ਜੋ ਵਾਰਾਂ ਕਹੀਆਂ ਨਾ, ਇਹਨਾਂ ਦੇ ਵਿੱਚ ਸ਼ਾਂਤ ਰਸ ਉਹਦਾ ਯਤਨ ਕੀਤਾ ਗਿਆ। ਔਸਰੀ ਸੰਪਦਾ ਤੇ ਦੇਵੀ ਸੰਪਦਾ ਇਹਨਾਂ ਦਾ ਯੁੱਧ ਕਥਨ ਕੀਤਾ ਗਿਆ। ਉਹਦੇ ਤੇ ਫਤਿਹ ਪਾਉਣ ਵਾਸਤੇ ਦੇਵੀ ਸੰਪਦਾ ਦੇ ਸਵਾਮੀ ਪਰਮੇਸ਼ਰ ਦਾ ਗੁਣ ਕਥਨ ਸ਼ਾਮਲ ਕੀਤਾ ਗਿਆ। ਸਿੱਖਿਆ ਉਪਦੇਸ਼ ਤੇ ਹੋਰ ਉੱਤਮ ਭਾਵਨਾਵਾਂ ਜਿਹੜੀਆਂ ਗੁਰਬਾਣੀ ਵਿੱਚ ਸ਼ਲੋਕ ਵਿੱਚ ਬਿਆਨ ਕਰਨ ਦੀ ਆਗਿਆ ਕੀਤੀ ਹੈ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਇਹ ਸਾਰੀ ਉਪਰੋਕਤ ਭਾਵ ਪੂਰੇ ਸਪਸ਼ਟ ਹੋ ਜਾਂਦੇ ਨੇ। ਸੋ ਇਸ ਥੋੜੀ ਜਿਹੀ ਵਿਚਾਰ ਜਿਹੜੀ ਸੀ ਇਹ ਜ਼ਰੂਰੀ ਸੀ ਬਾਰ ਦੇ ਪ੍ਰਥਾਏ। ਹੁਣ ਅੱਗੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੇ। ਇੱਕ ਓੰਕਾਰ ਤੋਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਨਾਸ ਤੁਰ ਹੈ। ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ ਜੋ ਪਰਮੇਸ਼ਰ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਉਹਦੀ ਪ੍ਰਾਪਤੀ ਜਿਹੜੀ ਹੈ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ। ਤੋ ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਪਾਸੋਂ ਇਹ ਸ੍ਰੀ ਰਾਗ ਦੀ ਵਾਰ ਇਸ ਤਰ੍ਹਾਂ ਲਿਖਾਉਂਦੇ ਹਨ ਜੇ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ। ਹੁਣ ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿ ਸ੍ਰੀ ਰਾਗ ਕੀ ਵਾਰ ਕੀ ਹੁੰਦੀ ਆ? ਪੌੜੀਆਂ। ਵਾਰ ਕੀ ਹੁੰਦਾ? ਸੂਰਮਾਂ ਦੇ ਮੁਕਾਬਲੇ ਦਾ ਇੱਕ ਦੂਜੇ ਤੇ ਸ਼ਸਤਰ ਦਾ ਪ੍ਰਹਾਰ ਕਰਨਾ ਕਿ ਤੂੰ ਵਾਰ ਪਹਿਲਾਂ ਕਰ ਲੈ। ਗੱਤਕੇ ਵਾਲੇ ਵੀ ਕਹਿੰਦੇ ਆ ਤੂੰ ਵਾਰ ਕਰ। ਵਾਰ ਭਾਵੇਂ ਦੂਹੇ ਦਾ ਨਾਮ ਵੀ ਹੁੰਦਾ ਹੈ। ਦੋਹਾਂ ਪਾਸਿਆਂ ਤੋਂ ਵਾਰ ਹੋਣੇ। ਜਿਸ ਪ੍ਰਕਾਰ ਸੂਰਿਆਂ ਦੇ ਵਾਰ ਆਪੋ ਵਿੱਚ ਹੁੰਦੇ ਹੈ, ਇੱਧਰ ਵਿਵੇਕ ਤੇ ਮੋਹ ਦੇ ਵਾਰ ਆਪੋ ਵਿੱਚ ਹੋ ਰਹੇ। ਗੁਰਮੁਖ ਜਨਾਂ ਦੀ ਵਿਵੇਕ ਦੀ ਜਿੱਤ ਹੁੰਦੀ ਹੈ ਤੇ ਮਨਮੁਖਾਂ ਦੇ ਮੋਹ ਦੀ ਹਾਰ ਹੁੰਦੀ ਹੈ। ਇਹ ਅਲੰਕਾਰ ਹੈ ਇਸ ਦੇ ਵਿੱਚ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਰ ਨੇ 22 ਵਾਰਾਂ ਉਚਾਰਨ ਕੀਤੀਆਂ। ਵਾਰ ਦੇ ਨਾਲ ਜਿਹੜਾ ਮਹੱਲਾ ਜਿਹੜਾ ਵੀ ਲਿਖਿਆ ਹੋਵੇ ਉਹ ਪੌੜੀਆਂ ਦਾ ਸੂਚਕ ਹੈ ਕਿ ਉਹ ਕਿਹੜੇ ਪਾਤਸ਼ਾਹ ਦੀਆਂ ਪੌੜੀਆਂ ਆਉਣਗੀਆਂ ਇਸ ਵਾਰ ਵਿੱਚ। ਸ੍ਰੀ ਰਾਗ ਦੀ ਵਾਰ ਦੇ ਨਾਲ ਮਹੱਲਾ ਚੌਥਾ ਹੈ। ਇਹਦਾ ਮਤਲਬ ਬਣਿਆ ਵੀ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀਆਂ ਆਉਣਗੀਆਂ। ਇਸ ਕਰਕੇ ਪੌੜੀ ਦੇ ਨਾਲ ਮਹੱਲੇ ਵੀ ਲਿਖਿਆ ਕਿਤੇ ਜਿੱਥੇ ਵਾਰ 'ਚ ਪੌੜੀਆਂ ਦੀ ਹੋਰ ਲੋੜ ਪਈ ਹੈ ਉੱਥੇ ਪੌੜੀ ਨਵੀਂ, ਪੌੜੀ ਮਹੱਲਾ, ਪੌੜੀ ਪੰਜਵਾ ਤੇ ਮਹੱਲਾ ਪੰਜਵਾ ਇਹ ਆਦਿ ਲਿਖੇ ਹੋਏ ਮਿਲਣਗੇ ਆਪ ਨੂੰ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ 12 ਰਚਨਾ ਕੀਤੀਆਂ ਤੇ ਪਹਿਲੀਆਂ 12 ਇਕੱਲੀਆਂ ਪੌੜੀਆਂ ਦੀਆਂ ਹੋਇਆ ਕਰਦੀਆਂ ਸੀ। ਆਸਾ ਦੀ ਵਾਰ ਵੀ ਪਹਿਲਾਂ ਇਕੱਲੀਆਂ ਪੌੜੀਆਂ ਸੀ 24 ਜਿਹੜੇ ਗੁਰੂ ਨਾਨਕ ਸਾਹਿਬ ਨੇ। ਫਿਰ ਗੁਰੂ ਅਰਜਨ ਦੇਵ ਜੀ ਨੇ ਸ਼ਲੋਕ ਲਿਖ ਕੇ ਉਹਨਾਂ ਦੇ ਨਾਲ ਹੋਰ ਵਾਧਾ ਕੀਤਾ ਉਪਦੇਸ਼ ਦੇ ਵਿੱਚ। ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਪਹਿਲੇ ਜਾਮੇ 'ਚ ਜਿਹੜੇ ਕਰਤੱਵ ਕੀਤੇ ਫਿਰ 10ਵੇਂ ਜਾਮੇ ਤੱਕ ਇਹ ਚੋਜ ਹੁੰਦੇ ਰਹੇ ਹੈ। ਸਾਡੇ ਭਲੇ ਰਹੀ ਹੈ। ਤੇ ਬਾਹਰ ਜਿਹੜਾ ਬੂਹੇ ਦਾ ਨਾਮ ਵੀ ਹੈ। ਮਕਾਨ ਕਿੱਡਾ ਵਧੀਆ ਹੋਵੇ, ਲੰਘਣਾ ਤਾਂ ਬਾਰ ਦੇ ਵਿੱਚ ਦੀ ਹੋਈ ਆ। ਗੁਰਬਾਣੀ ਦਾ ਇਹ ਇੱਕ ਬਾਰ ਜਿਹੜਾ ਇੱਕ ਬੂਹਾ ਹੈ ਪਰਮੇਸ਼ਰ ਦੇ ਮਿਲਣ ਦਾ ਬਾਰ ਇਹਨੂੰ ਵੀ ਕਹਿੰਦੇ ਨੇ। ਬਾਰ ਨਾਮ ਬਾਰੀ ਦਾ ਵੀ ਹੁੰਦਾ ਹੈ ਵੀ ਗੁਰਸਿੱਖੋ ਹੁਣ ਬਾਰੀ ਆਇਆ ਪਰਮਾਤਮਾ ਨੂੰ ਮਿਲਣ ਦੀ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਤੋ ਇਹ ਨਾਲ ਜਿਹੜੇ ਸ਼ਲੋਕ ਲਿਖੇ ਹੈ ਸ਼ਲੋਕਾਂ ਨਾਲ ਇਹ ਪੜ ਇਸ ਕਰਕੇ ਲਿਖਿਆ ਵੀ ਇਕੱਲੀਆਂ ਪੌੜੀਆਂ ਨਹੀਂ ਹੈਗੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਲੋਕ ਨਾਲ ਲਿਖ ਕੇ ਕਿਹਾ ਵੀ ਇਹ ਬਾਰ ਜਿਹੜੀ ਆਉਗੀ ਸ਼ਲੋਕਾਂ ਦੇ ਨਾਲ ਆਏਗੀ। ਸੋ ਆਓ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਸੁਣੋ ਜੇ। ਸ਼ਲੋਕ ਮਹੱਲਾ ਤੀਜਾ। ਹੁਣ ਤੀਸਰੇ ਪਾਤਸ਼ਾਹ ਦਾ ਸ਼ਲੋਕ ਦਿੱਤਾ ਹੈ। ਪਹਿਲਾਂ ਸ੍ਰੀ ਗੋਬਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰਾਗੀਆਂ ਨੇ ਸ੍ਰੀ ਰਾਗ ਗਾਇਨ ਕੀਤਾ। ਸੰਗਤਾਂ ਰਾਗੀ ਗਵਈਏ ਦਾ ਇਸ ਤਰ੍ਹਾਂ ਦਾ ਰਾਗ ਸੁਣ ਕੇ ਬੜੀਆਂ ਪ੍ਰਸੰਨ ਹੋਈਆਂ। ਹਜ਼ੂਰ ਪਾਤਸ਼ਾਹ ਨੂੰ ਕਿਹਾ ਸੱਚੇ ਪਾਤਸ਼ਾਹ ਇਹ ਬੜੀ ਕਿਰਪਾ ਕੀਤੀ ਹੈ ਆਪ ਜੀ ਨੇ ਨਿਤ ਉਪਦੇਸ਼ ਦਿੰਦੇ ਹੋ ਤੇ ਰਾਗੀ ਨੇ ਬੜਾ ਸੋਹਣਾ ਸ੍ਰੀ ਰਾਗ ਗਾਇਆ। ਉਸ ਵੇਲੇ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਹਜ਼ੂਰ ਨੇ ਕਿਹਾ ਹੈ ਰਾਗਾਂ ਵਿੱਚ ਸ੍ਰੀ ਰਾਗ ਹੈ। ਭਾਈ ਰਾਗਾਂ ਵਿੱਚ ਸ੍ਰੀ ਰਾਗ ਗਾਇਆ ਹੋਇਆ ਉਹਨਾਂ ਦਾ ਸਫਲਾ ਹੈ। ਜੇ ਸੱਚ ਧਰੇ ਪਿਆਰ, ਜੇ ਗਾਉਣ ਵਾਲੇ ਦਾ ਸੱਚੇ ਪਰਮੇਸ਼ਰ ਦੇ ਨਾਲ ਪਿਆਰ ਪ੍ਰੇਮ ਹੈ, ਜੇ ਉਹਨੇ ਪ੍ਰੇਮ ਧਰੇ ਅੰਦਰ ਧਰਿਆ ਨਹੀਂ ਪ੍ਰੇਮ ਤੇ ਰਸਨਾ ਤੇ ਗਾਇਨ ਕਰ ਰਿਹਾ ਹੈ ਤਾਂ ਉਹਦਾ ਬਹੁਤਾ ਲਾਭ ਨਹੀਂ। ਤੇ ਇਸ ਕਰਕੇ
ਦੁਨੀਆ ਦੇ ਵਿੱਚ ਰਾਗਾਂ ਵਿੱਚ ਸ੍ਰੀ ਰਾਗ ਹੈ। ਦੁਨੀਆ ਦੇ ਰਾਗਾਂ ਪ੍ਰੇਮਾਂ ਵਿੱਚੋਂ ਰਾਗ ਦਾ ਅਰਥ ਪ੍ਰੇਮ ਹੁੰਦਾ ਹੈ, ਦੂਜਾ ਅਰਥ ਹੈ ਇਹ। ਸ੍ਰੀ ਕੌਣ ਹੈ? ਸ਼੍ਰੋਮਣ ਦਾ ਨਾਮ ਹੈ। ਸ਼੍ਰੋਮਣ ਰਾਗ, ਸ਼੍ਰੋਮਣ ਪ੍ਰੇਮ ਕੀ ਹੈ? ਜੋ ਸ਼੍ਰੋਮਣੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ। ਜੇ ਸੱਚ ਪਰਮੇਸ਼ਰ ਦੇ ਵਿੱਚ ਪਿਆਰ ਪ੍ਰੇਮ ਧਰੇ, ਧਾਰਨਾ ਕਰੇ, ਤਾਂ ਇਹ ਸਮਝ ਲਓ ਵੀ ਇਹ ਪ੍ਰੇਮ ਸਫਲ ਹੈ। ਜਿਹੜਾ ਪੁੱਤਰ ਧੀਆਂ ਮਾਂ ਬਾਪਾਂ ਨਾਲ, ਸੰਸਾਰ ਨਾਲ ਹੈ, ਵਿਸ਼ੇ ਵਿਕਾਰਾਂ ਨਾਲ, ਤੇ ਇਹ ਸਫਲਾ ਨਹੀਂ ਹੈ। ਜੇ ਸੱਚੇ ਵਾਹਿਗੁਰੂ ਨਾਲ ਪ੍ਰੇਮ ਧਾਰੇ, ਉਹ ਸਫਲਾ ਹੈ, ਉਹ ਸ਼੍ਰੋਮਣ ਹੈ। ਸਦਾ ਹਰਿ ਸੱਚ ਮਨ ਵਸੈ, ਸਦਾ ਹਮੇਸ਼ਾ ਹੀ ਹਰੀ ਪਰਮੇਸ਼ਰ ਵਾਹਿਗੁਰੂ ਉਹਦਾ ਸੱਚਾ ਨਾਮ ਹੈ ਜਿਹੜਾ ਉਹ ਮਨ ਦੇ ਵਿੱਚ ਵਸ ਜਾਵੇ, ਤਾਂ ਫਿਰ ਨਿਚਲ ਮਤ ਅਪਾਰ। ਤੇ ਮਤ ਜਿਹੜਾ ਸ਼ਬਦ ਹੈ ਭਾਈ ਅਦਕ ਦੇ ਸਹਿਤ ਹੈ, ਇਹਨੂੰ ਇਸ ਤਰ੍ਹਾਂ ਹੀ ਬੋਲਣਾ ਹੈ। ਇਸ ਕਰਕੇ ਅਚਲ ਮਤ ਅਪਾਰ ਪਾਰਾਵਾਰ ਤੋਂ ਰਹਿਤ ਸਰੂਪ ਦੀ ਪ੍ਰਾਪਤੀ ਦੀ ਹੋ ਜਾਂਦੀ ਹੈ। ਅਪਾਰ ਬੇਅੰਤ ਗੁਣਾ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਰਤਨ ਅਮੋਲਕ ਪਾਇਆ, ਸਾਰੀ ਪੰਕਤੀ ਜੀ। ਗੁਰ ਕਾ ਸ਼ਬਦ ਵਿਚਾਰ, ਗੁਰ ਸਤਿਗੁਰਾਂ ਦਾ ਸ਼ਬਦ ਉਪਦੇਸ਼ ਵਿਚਾਰ, ਵਿਚਾਰਨ ਵਾਲਿਆਂ ਨੇ ਨਾਮ ਰੂਪੀ ਜਾਂ ਬਰਮ ਰੂਪ ਅਮੋਲਕ ਬੇਕੀਮਤਾ ਰਤਨ ਉਹ ਪ੍ਰਾਪਤ ਕੀਤਾ ਹੈ। ਤੇ ਰਤਨ ਜਿਹੜਾ ਰਤ ਜਮਾ ਨਾ, ਰਤਨਾਮ ਪ੍ਰੀਤੀ ਦਾ, ਕਿ ਜਿਹਦੇ ਇੰਨੀ ਕਸ਼ਿਸ਼ ਹੋਵੇ ਵੀ ਹੋਰ ਕਿਸੇ ਪਾਸੇ ਨਾ ਰਤਨ ਦੇਵੇ, ਗਾਹਕ ਨੂੰ ਚਰਾ ਲਵੇ, ਉਹ ਰਤਨ ਜਿਹੜੇ 9 ਰਤਨ। ਇਸੇ ਤਰ੍ਹਾਂ ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਇਹ ਫਿਰ ਵਿਸ਼ੇ ਵਿਕਾਰਾਂ ਵਿੱਚ ਨਹੀਂ ਰਤਨ ਦਿੰਦਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਇਸ ਪ੍ਰਕਾਰ ਮਹਾਰਾਜ ਨੇ ਗੁਰ ਕਾ ਸ਼ਬਦ ਵਿਚਾਰ ਉਹ ਵਿਚਾਰ ਲੈਂਦੇ ਹੈ ਕਿ ਰਤਨਾਂ ਤੋਂ ਵੱਡਾ ਰਤਨ ਇਹੀ ਹੈ। ਜੀਵਾ ਸੱਚੀ ਮਨ ਸੱਚਾ, ਉਹਨਾਂ ਦੀ ਸੱਚ ਬੋਲਣ ਕਰਕੇ ਜੀਵਾ ਜ਼ੁਬਾਨ ਸੱਚੀ ਹੋ ਗਈ। ਜਿਨ੍ਹਾਂ ਨੇ ਸੱਚ ਹੀ ਬੋਲਣਾ, ਹਰ ਵਕਤ ਜੀਭ ਉਹਦੀ ਸੁੱਚੀ ਹੋ ਜਾਂਦੀ ਹੈ। ਜਿਨ੍ਹਾਂ ਨੇ ਹਰ ਵਕਤ ਝੂਠ ਬੋਲਣਾ, ਜ਼ੁਬਾਨ ਝੂਠੀ ਹੋ ਜਾਂਦੀ ਹੈ। ਨਾਮ ਵਿੱਚ ਬਿਰਤੀ ਲਾਉਣ ਕਰਕੇ ਉਹਨਾਂ ਦਾ ਮਨ ਵੀ ਸੱਚਾ ਹੋ ਗਿਆ। ਉਹਨਾਂ ਦੀ ਜੀਵਾ ਸੱਚੀ ਬਾਣੀ ਬੋਲਣ ਕਰਕੇ ਹੋ ਗਈ ਹੈ। ਮਨ ਵਿੱਚ ਸੱਚਾ ਵਸਿਆ ਹੋਣ ਕਰਕੇ ਉਹਨਾਂ ਦਾ ਸਰੀਰ ਵੀ ਜਿਹੜਾ ਅੱਗੇ ਦੱਸਦੇ ਹਨ, ਮਨ ਵੀ ਸੱਚਾ ਹੋ ਗਿਆ। ਸੱਚਾ ਸਰੀਰ ਆਕਾਰ, ਜੀਵਾ ਸੁੱਚੀ ਹੋ ਗਈ ਸੱਚ ਬੋਲਣ ਕਰਕੇ, ਨਾਮ ਜਪਣ ਕਰਕੇ। ਮਨ ਦੇ ਵਿੱਚ ਵਾਹਿਗੁਰੂ ਵਸ ਗਿਆ, ਮਨ ਸੱਚਾ ਹੋ ਗਿਆ। ਰਹਿ ਗਿਆ ਸਰੀਰ, ਸਰੀਰ ਦਾ ਆਕਾਰ ਵੀ ਸੱਚੇ ਪਰਮੇਸ਼ਰ ਦੇ ਪ੍ਰਾਣ ਹੋ ਗਿਆ। ਉਹਨਾਂ ਨੂੰ ਸੰਸਾਰ ਦੇ ਵਿੱਚ ਸਾਰਾ ਆਕਾਰ ਹੀ ਸੱਚਾ ਪ੍ਰਤੀਤ ਹੋਣ ਲੱਗ ਜਾਂਦਾ ਹੈ। ਉਹਨਾਂ ਦੇ ਸਰੀਰ ਵਿੱਚ ਸੱਚਾ ਪ੍ਰਭੂ ਵਸਣੇ ਕਰਕੇ ਉਹ ਸੱਚੇ ਪਰਮੇਸ਼ਰ ਦਾ ਆਕਾਰ ਸਰੂਪ ਹੀ ਬਣ ਜਾਂਦੇ ਹੈ। ਜਿਨ੍ਹਾਂ ਦੀ ਜ਼ੁਬਾਨ ਵਿੱਚ ਨਾਮ ਜਪਣ ਰੂਪੀ ਸੱਚੀ ਪ੍ਰੀਤੀ ਹੈ, ਉਹਨਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਪ੍ਰਗਟ ਹੋਇਆ। ਉਹਨਾਂ ਨੂੰ ਸਾਰੇ ਪ੍ਰਪੰਚ ਦੇ ਆਕਾਰ ਅਤੇ ਸਰੀਰਾਂ ਦੇ ਰੋਮ ਰੋਮ ਵਿੱਚ ਸੱਚਾ ਵਾਹਿਗੁਰੂ ਦਾ ਸਰੂਪ ਹੀ ਦਿਸਣ ਲੱਗ ਜਾਂਦਾ ਹੈ। ਨਾਨਕ ਸੱਚਾ ਸਤਿਗੁਰ ਸੇਵਿਆ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਜਿਨ੍ਹਾਂ ਨੇ ਇੱਕ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਸੇਵਨ ਸਤਿਗੁਰਾਂ ਦੁਆਰਾ ਕੀਤਾ ਹੈ, ਪੂਜਨ ਕੀਤਾ ਹੈ, ਸਦਾ ਸੱਚ ਵਪਾਰ, ਉਹ ਫਿਰ ਸੱਚੇ ਨਾਮ ਦਾ ਹੀ ਵਪਾਰ ਵਣਜ ਕਰਦੇ ਆ, ਹੋਰ ਨਹੀਂ ਕਿਸੇ ਚੀਜ਼ ਦਾ ਵਣਜ ਕਰਦੇ। ਮਹੱਲਾ ਤੀਜਾ। ਅੱਗੇ ਮਹੱਲਾ ਉਚਾਰਨ ਕਰਦੇ ਤੀਸਰੇ ਪਾਤਸ਼ਾਹ। ਹੋਰ ਬਿਰਹਾ ਸਭ ਧਾਤ ਹੈ। ਹੋਰ ਦੁਨਿਆਵੀ ਬਿਰਹਾ ਨਾਮ ਇੱਥੇ ਪ੍ਰੇਮ ਨੂੰ ਸਮਝਣਾ। ਹੋਰ ਜਿਹੜਾ ਬਿਰਹਾ ਪ੍ਰੇਮ ਹੈ ਉਹ ਸਭ ਸਾਰੇ ਧਾਤ ਦੌੜ ਜਾਣ ਵਾਲੇ ਨੇ, ਜਾਂ ਫਿਰ ਧਾਤ ਮਾਇਆ ਦੀ ਅੰਸ਼ ਹੈ। ਤੇ ਜਿੰਨੀ ਦੇਰ ਤੱਕ ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਜਦੋਂ ਲੱਗਦਾ ਤੱਕ ਸਾਹਿਬ ਪਰਮੇਸ਼ਰ ਦਾ ਨਾਮ ਹੈ, ਮਾਲਕ ਪਰਮੇਸ਼ਰ ਦੀ ਪ੍ਰੀਤੀ ਨਹੀਂ ਹੁੰਦੀ ਹੈ। ਜਦੋਂ ਤੱਕ ਹਿਰਦੇ 'ਚ ਮਾਲਕ ਪਰਮੇਸ਼ਰ ਦੀ ਪ੍ਰੀਤੀ ਨਾ ਹੋਵੇ, ਉਦੋਂ ਤੱਕ ਹੋਰ ਪ੍ਰੇਮ ਸਾਰੇ ਮਾਇਆ ਰੂਪੀ ਨੇ। ਜਦੋਂ ਤੱਕ ਉਸ ਪ੍ਰਿਥਵੀ ਦੇ ਮਾਲਕ ਪਰਮੇਸ਼ਰ ਦੀ ਪ੍ਰੀਤੀ ਕਿਸੇ ਪੁਰਖ ਦੇ ਹਿਰਦੇ ਵਿੱਚ ਨਾ ਹੋਵੇ, ਉਦੋਂ ਤੱਕ ਸਾਰੀ ਮਾਇਕੀ ਪ੍ਰੀਤੀਆਂ ਹੀ ਨੇ। ਇੱਕ ਵਾਹਿਗੁਰੂ ਦੀ ਪ੍ਰੀਤੀ ਸੱਚੀ ਹੈ। ਇਹ ਮਨ ਮਾਇਆ ਮੋਹਿਆ, ਇਹ ਮਨ ਮਾਇਆ ਦਾ ਮੋਹਿਤ ਕੀਤਾ ਹੋਇਆ ਹੈ। ਇਸ ਪਾਸਕੇ ਇਹ ਮਾਇਆ ਦਾ ਮੋਹਿਤ ਹੋਣ ਕਰਕੇ ਇਹਦੇ ਕੋਲ ਵਿਰਾਗ ਆਦਿਕ ਨਾ ਰਿਹਾ, ਤੇ ਇਹਦੇ ਕੋਲ ਵਿਰਾਗ ਆਦਿਕ ਨਾ ਹੋਣ ਕਰਕੇ ਇਹਦੇ ਕੋਲ ਨੇਤਰ ਤੇ ਕੰਨ ਨਾ ਹੋਏ। ਅੱਗੇ ਦੱਸਦੇ ਨੇ, ਵੇਖਣ ਸੁਣਨ ਨਾ ਹੋਏ। ਇਹਦੇ ਪਾਸੋਂ ਵਿਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣ ਹੋਣ ਕਰਕੇ ਸੱਚ ਸਰੂਪ ਦੇ ਦਰਸ਼ਨ ਵੇਖਣ ਦੇਖਣੇ ਇਹ ਨਹੀਂ ਹੋ ਰਹੇ।
ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬਗੈਰ ਹੋਣ ਕਰਕੇ ਜਸ ਸੁਣਨ ਸਰਵਣ ਕਰਨਾ ਇਹ ਵੀ ਨਹੀਂ ਹੋ ਰਿਹਾ ਹੈ। ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ, ਮਾਇਆ ਦੇ ਚ ਰਤਿਆ ਮਨ ਜਨਾਂ ਦਾ। ਸਹਿ ਦੇਖੇ ਬਿਨ ਪ੍ਰੀਤ ਨਾ ਊਪਜੈ, ਸਹਿ ਮਾਲਕ ਸਤਿਗੁਰਾਂ ਦੇ ਦਰਸ਼ਨ ਦੇਖੇ ਵੇਖੇ ਤੋਂ ਬਿਨਾ ਬਗੈਰ ਉਸ ਹਿਰਦੇ ਦੇ ਵਿੱਚ ਜਿਗਿਆਸੂ ਦੇ ਪ੍ਰੀਤੀ ਪੈਦਾ ਨਹੀਂ ਹੁੰਦੀ ਹੈ, ਨਹੀਂ ਹੋ ਸਕਦੀ। ਤੇ ਹਿਰਦੇ ਪ੍ਰੀਤੀ ਪੈਦਾ ਹੋਈ ਤੋਂ ਬਿਨਾ ਸਹਿ ਮਾਲਕ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਦੇ। ਫਿਰ ਬੈਰਾਗ ਵਿਵੇਕ ਤੇ ਮਨ ਬੁੱਧ ਰੂਪੀ ਨੇਤਰ ਇਹ ਨਿਗਾਹ ਨਾ ਹੋਣ ਕਰਕੇ ਅੰਧਾ ਕਿਆ ਕਰੇ, ਮਨ ਅਤੇ ਬੁੱਧੀ ਰੂਪ ਨੇਤਰਾਂ ਵਿੱਚ ਪ੍ਰੀਤੀ ਰੂਪ ਨਿਗਾਹ ਤੋਂ ਬਿਨਾ ਹੋਣ ਕਰਕੇ ਇਹ ਅੰਧਾ ਅਗਿਆਨੀ ਜੀਵ ਕਿਆ ਕੀ ਕਰੇ, ਕੀ ਕਰ ਸਕਦਾ? ਭਾਵ ਉਹਨਾਂ ਨੂੰ ਸਰੂਪ ਦੀ ਸਖਿਆਤਤਾ ਨਹੀਂ ਹੋ ਸਕਦੀ ਹੈ। ਨਾਨਕ ਜਨ ਅੱਖੀ ਲੀਤੀਆ, ਗੁਰੂ ਸਾਹਿਬ ਜੀ ਕਥਨ ਕਰਦੇ ਨੇ ਜਿਸ ਵਾਹਿਗੁਰੂ ਨੇ ਜਿਨ੍ਹਾਂ ਦੀਆਂ ਬੈਰਾਗ ਤੇ ਵਿਵੇਕ ਦੀਆਂ ਅੱਖਾਂ ਖੋਹ ਲਈਆਂ, ਲੀਤੀਆਂ ਲੈ ਲਈਆਂ ਨੇ, ਜੇਕਰ ਉਹੀ ਵਾਹਿਗੁਰੂ ਸੋਈ ਸੱਚਾ ਦੇ, ਸੋਈ ਉਹੀ ਸੱਚਾ ਸਤਿਆ ਸਰੂਪ ਵਾਹਿਗੁਰੂ ਦੇ ਦੇਵੇ, ਵਾਪਸ ਕਰ ਦੇਵੇ ਬੈਰਾਗ ਵਿਵੇਕ, ਉਹ ਜੀਵ ਦੁਬਾਰਾ ਫੇਰ ਸਰੂਪ ਨੂੰ ਵੇਖ ਸਕਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਸਾਹਿਬ ਜੀ ਤੋਂ ਗਿਆਨ ਰੂਪੀ ਅੱਖਾਂ ਲੀਤੀਆਂ ਲਈਆਂ ਹਨ, ਸੋਈ ਉਹੀ ਗੁਰਮੁਖ ਜਿਗਿਆਸੂ ਜਨ ਸੱਚੇ ਅਕਾਲ ਪੁਰਖ ਦਾ ਉਪਦੇਸ਼ ਅੱਗੇ ਜਿਗਿਆਸੂ ਨੂੰ ਦੇ ਦਿੰਦੇ ਹਨ। ਪੌੜੀ ਹਾਂਜੀ, ਪੌੜੀ ਕਥਨ ਕਰਦੇ ਹਨ ਜੀ। ਹਰ ਇੱਕੋ ਕਰਤਾ ਇੱਕ, ਜਿਵੇਂ ਪੌੜੀ ਚੜ੍ਹਨ ਵਾਸਤੇ ਮਕਾਨ ਦੇ ਉੱਤੇ ਉਹੀ ਸਾਧਨ ਹੈ, ਪੌੜੀ ਤੇ ਮੇਰਾ ਮਕਾਨ ਤੇ ਨਹੀਂ ਚੜ੍ਹਿਆ, ਬਿਨ ਪੌੜੀ ਗੜ ਕਿਉਂ ਚੜੋ, ਕਿਵੇਂ ਚੜ੍ਹਿਆ ਜਾਊਗਾ? ਪਾਉ ਨੌ ਪੈਰਾਂ ਦਾ ਹੈ, ਈੜੀ ਜਿਹਦੇ ਵਿੱਚ ਅੜ ਕੇ ਪੈਰ ਨੀਚੇ ਖੜੇ ਬੰਦੇ ਨੂੰ ਤਾਹਾਂ ਨੂੰ ਲਿਜਾਈ ਜਾਵੇ, ਪਾਉ ਪੈਰ ਨਾ ਪਾਉ ਕਰਕੇ ਪਾਉ ਈੜੀ। ਤੇ ਇਸੇ ਤਰ੍ਹਾਂ ਪੌੜੀ ਦੇ ਵਿੱਚ ਇਹ ਸ਼ਕਤੀ ਹੈ ਵੀ ਜਿਹੜਾ ਨੀਵੇਂ ਥਾਂ ਖੜਾ ਉਹਨੂੰ ਉੱਚੇ ਥਾਂ ਲੈ ਜਾਂਦੀ ਹੈ, ਪਰ ਪੌੜੀ 'ਚ ਇਹ ਵੀ ਸ਼ਕਤੀ ਹੈ ਵੀ ਜਿਹੜਾ ਉੱਚੇ ਥਾਂ ਖੜਾ ਉਹਨੂੰ ਹੇਠਾਂ ਵੀ ਲੈ ਆਉਂਦੀ ਹੈ, ਕੋਠੇ ਤੇ ਜਿਹੜਾ ਹੇਠਾਂ ਵੀ ਲੈ ਆਉਂਦੀ ਹੈ ਉਹ। ਇਸੇ ਤਰ੍ਹਾਂ ਇਹ ਜਿਹੜੀ ਪੌੜੀਆਂ ਨਾ ਗੁਰੂ ਨਾਨਕ ਦੇ ਘਰ ਦੀਆਂ ਮਕਾਨਾਂ ਦੀਆਂ ਪੌੜੀਆਂ ਹੋਰ ਬਾਤ ਹੈ। ਬ੍ਰਹਮ ਰੂਪ ਕੋਠੇ ਤੇ ਚੜ੍ਹਨ ਵਾਸਤੇ ਬੈਰਾਗ ਵਿਵੇਕ ਦੀਆਂ ਦੋ ਪੰਘਾਂ ਲੱਗੀਆਂ ਹਨ, ਸੁਵਿਚਾ ਸੋ ਵਿਚਾਰਨਾ ਸਤਵਾ ਪਾਤ ਅਸੰਗ ਸਗਤ ਪਦਾਰਥ ਭਾਵਨੀ ਤੁਰਿਆ, ਇਹ 7 ਡੰਡਿਆਂ ਦੀ ਪੌੜੀ ਸਮਝੋ। 7 ਨੂੰ ਪ੍ਰਾਪਤ ਕਰਨ ਵਾਸਤੇ ਇੱਕ ਇੱਕ ਡੰਡਾ, ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ 21 ਇੱਕ ਰੂਪ ਹੋ ਜਾਈਦਾ ਹੈ। ਸੋ ਇਸ ਕਰਕੇ ਫਿਰ ਜਿਹੜਾ ਸੰਸਾਰ ਦੇ ਅਗਿਆਨ ਦੇ ਤਲ ਤੇ ਖੜਾ ਹੈ ਉਹਨੂੰ ਭੂਮਿਕਾ ਰੂਪ ਪੌੜੀਆਂ ਚੜ੍ਹਦੇ ਚੜ੍ਹਦੇ ਡੰਡਿਆ ਬ੍ਰਹਮ ਰੂਪ ਕੋਠੇ ਤੇ ਪਹੁੰਚਾ ਦਿੰਦੀ ਹੈ ਪੌੜੀ। ਜਿਹੜਾ ਹੰਕਾਰ ਰੂਪੀ ਕੋਠੇ ਤੇ ਚੜ੍ਹਿਆ ਉਹਨੂੰ ਹੌਲੀ ਹੌਲੀ ਨਿਮਰਤਾ ਦੇ ਤਲ ਤੇ ਲੈ ਆਉਂਦੀ ਹੈ ਪੌੜੀ। ਇਸ ਕਰਕੇ ਇਹ ਪੌੜੀ ਦੀ ਸ਼ਕਤੀ ਹੈ। ਪੌੜੀ ਵੈਸੇ ਬਾਹਰ ਦਾ ਨਾਂ ਸਮਝਣਾ। ਹਰ ਇੱਕੋ ਵਰਤ ਬੋਲ ਦੋ ਜੀ ਦੁਬਾਰੇ। ਹਰ ਇੱਕੋ ਕਰਤਾ ਇੱਕ, ਇਹ ਭਾਈ ਇੱਕੋ ਇੱਕ ਹਰ ਪਰਮੇਸ਼ਰ ਹੀ ਜਗਤ ਦਾ ਕਰਤਾ ਰਚਣ ਵਾਲਾ ਹੈ, ਉਹ ਤੋਂ ਬਿਨਾਂ ਹੋਰ ਨਹੀਂ ਕੋਈ ਹੈ। ਇੱਕੋ ਦੀਵਾਨ ਹਰ, ਇੱਕੋ ਹੀ ਹਰੀ ਪਰਮੇਸ਼ਰ ਪ੍ਰਲੋਕ ਦਾ ਦੀਵਾਨ। ਦੀਵਾਨ ਨਾਮ ਆਸਰੇ ਦਾ ਹੁੰਦਾ ਹੈ, ਦੀਵਾਨ ਆਸਰਾ ਹੈ ਉਹ ਪਰਮੇਸ਼ਰ। ਹਰ ਇੱਕ ਸੈਦਾ ਹੈ ਅਮਰ, ਤੇ ਇੱਕ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਹੀ ਸਾਰਿਆਂ ਵਿੱਚ ਅਮਰ ਕਹੀਏ ਹੁਕਮ ਹੈ। ਇਹ ਹੁਕਮ ਵਰਤ ਰਿਹਾ ਉਸ ਵਾਹਿਗੁਰੂ ਦਾ। ਇੱਕੋ ਹਰ ਚਿਤ ਧਰ, ਇੱਕੋ ਹੀ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਚਿੱਤ ਹਿਰਦੇ ਵਿੱਚ ਧਰ, ਧਾਰਨ ਕਰ। ਭਾਵ ਕੀ ਹੈ? ਬਸਾਉਣਾ ਕਰ। ਹਰ ਤਿਸ ਬਿਨ ਕੋਈ ਨਾ ਹੈ, ਇਸ ਉਸ ਹਰੀ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਤੇਰੀ ਰੱਖਿਆ ਨਹੀਂ ਕਰਨ ਵਾਲਾ, ਨਾ ਹੀ ਨਹੀਂ ਹੈ, ਨਹੀਂ ਕਿਸੇ ਨੇ ਰੱਖਿਆ ਕਰਨੀ। ਉਹ ਪਰਮੇਸ਼ਰ ਦੇ ਨਾਮ ਕਰਕੇ ਹੀ ਐ ਲੋਕ 'ਚ ਤੇਰੀ ਰੱਖਿਆ ਤੇ ਪਰਲੋਕ 'ਚ ਹੋਣੀ ਹੈ। ਡਰ ਭ੍ਰਮ ਪਉ ਦੂਰ ਕਰ, ਇਹ ਲੋਕ ਦਾ 7 ਕਿਸਮ ਦਾ ਡਰ ਭੈ, ਜੈ ਪੈ ਪਰਲੋਕ ਪੈ, ਜਨਮ ਵੇਦਨਾ ਜਾਤ ਅਨਰਖਿਆ ਅਰ ਗੁਪਤ ਪੈ, ਅਕਸ ਮਾਤਰ ਪੈ ਸਾਥ। ਅਤੇ 5 ਪ੍ਰਕਾਰ ਦਾ ਭਰਮ ਭੇਦ, ਭਰਮ ਕਰਤਤ, ਭਰਮ ਪੁਨ ਸੰਗ, ਭਰਮ ਬੇਕਾਰ, ਬਰਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਇਹ ਭਰਮ ਭੁਲੇਖੇ ਪਰਲੋਕ ਦਾ, ਫਿਰ ਮੌਤ ਦਾ ਭਉ ਅੱਗੇ ਡਰ ਹੈ, ਇਹ ਦੂਰ ਕਰ ਲਈਦਾ ਜੇ ਪਰਮੇਸ਼ਰ ਨਾਲ ਜੁੜੀਏ। ਇਸ ਕਰਕੇ ਵਾਹਿਗੁਰੂ ਦੇ ਵਿੱਚ ਇਹ ਸਮਰੱਥਾ ਹੋਣ ਦੀ ਨਿਸ਼ਚਾ ਕਰ ਲੈ।
ਇਹ ਨਿਸ਼ਚਾ ਕਰਕੇ ਆਪਣਾ ਭਰਮ ਤੇ ਡਰ ਦੂਰ ਕਰ ਲੈ ਤੂੰ। ਹਰ ਤਿਸੈ ਨੂੰ ਸਾਲਾਹੇ, ਉਸ ਵਾਹਿਗੁਰੂ ਤੋਂ ਬਿਨਾ ਹੋਰ ਕਿਹਦੀ ਸ਼ਲਾਘਾ ਕਰਨੀ ਹੈ? ਉਹਦੀ ਸ਼ਲਾਘਾ ਕਰ ਹਰ ਵੇਲੇ, ਜਿਹੜਾ ਐਸਾ ਵਾਹਿਗੁਰੂ ਹੈ। ਜੇ ਤੁਧ ਰੱਖੈ ਬਾਹਰ ਘਰ, ਜਿਹੜਾ ਵਾਹਿਗੁਰੂ ਤੁਧ ਤੁਹਾਡੀ ਮਾਤਾ ਦੇ ਗਰਭ ਰੂਪੀ ਘਰ ਦੇ ਵਿੱਚ ਤਾਂ ਉਸ ਨੇ ਰੱਖਿਆ ਕੀਤੀ ਹੈ। ਜਿਹੜਾ ਮਾਤਾ ਦੇ ਰੱਖਿਆ ਗਰਭ ਵਿੱਚ ਕਰ ਸਕਦਾ ਹੈ, ਬਾਹਰ ਸੰਸਾਰ ਰੂਪੀ ਘਰ ਦੇ ਵਿੱਚ ਤੇਰੀ ਰੱਖਿਆ ਕਿਉਂ ਨਹੀਂ ਕਰੂਗਾ? ਉਹੀ ਕਰ ਰਿਹਾ। ਜਾਂ ਫਿਰ ਬਾਹਰ ਸੱਪ ਠੂਹੇ ਆਦ ਕਈ ਪ੍ਰਕਾਰ ਦੇ ਮਾਰਖੋਰੇ ਜਾਨਵਰ, ਸ਼ੇਰ ਵਗੈਰੇ ਆਦ, ਇਹਨਾਂ ਵਿਘਨਾਂ ਤੋਂ ਵੀ ਉਹ ਤੈਨੂੰ ਬਾਹਰ ਵੀ ਰੱਖੂਗਾ। ਜਾਂ ਫਿਰ ਜੋ ਸਤਸੰਗ ਰੂਪੀ ਸਤਸੰਗਤ ਰੂਪੀ ਘਰ ਵਿੱਚ ਵੀ ਅਤੇ ਸੰਸਾਰ ਵਿੱਚ ਬਾਹਰ ਵੀ ਉਹ ਤੇਰੀ ਰੱਖਿਆ ਕਰਦਾ ਹੈ। ਤੂੰ ਉਸ ਦੀ ਸ਼ਲਾਘਾ ਕਰ ਹਰ ਵੇਲੇ। ਹਰ ਜਿਸਨੋ ਹੋਏ ਦਇਆਲ, ਜਿਹਦੇ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਦਿਆਲੂ ਕਿਰਪਾਲੂ ਹੋ ਜਾਂਦਾ ਹੈ। ਸੋ ਹਰ ਜਪ ਪਾਉ ਵਿਖਮ ਤਰ, ਸੋਧ ਅਰਥ ਹੈ ਉਹੀ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਜਾਪ ਰਸਨਾ ਦੁਆਰਾ ਕਰਦੇ ਰਹਿੰਦਾ ਹਰ ਵੇਲੇ। ਭਾਉ ਭੈਦਾਇਕ ਵਿਖਮ ਕਠਨ ਜੋ ਸੰਸਾਰ ਸਮੁੰਦਰ ਹੈ, ਇਹ ਤੋਂ ਤਰ ਜਾਂਦਾ ਤੇ ਹੋਰਨਾਂ ਨੂੰ ਵੀ ਤਾਰ ਲੈਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਜਿਹੜਾ ਸੋਏ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਹੋ ਗਏ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਪਾਕਪਟਨ ਵਿੱਚ ਚਲੇ ਗਏ। ਉੱਥੇ ਫਰੀਦ ਸਾਹਿਬ ਦਾ ਗੱਦੀ ਨਸ਼ੀਨ ਪੋਤਰਾ ਚੇਲਿਆ ਸੀ ਸ਼ੇਖ ਬ੍ਰਹਮ। ਸ਼ੇਖ ਇਬਰਾਹਿਮ ਵੀ ਕਿਤੇ ਉਹਨੂੰ ਲਿਖਿਆ ਮਿਲਦਾ ਹੈ, ਪਰ ਸ਼ੇਖ ਬ੍ਰਹਮ ਕਰਕੇ ਜ਼ਿਆਦਾ ਪ੍ਰਸਿੱਧੀ ਹੈ। ਉਹਦੇ ਨਾਲ ਕੁਝ ਹੋਰ ਫਕੀਰ ਵੀ ਸੀ। ਰਾਤ ਨੂੰ ਜਾਗਰਣ ਕਰਿਆ ਕਰਦੇ। ਇੱਕ ਸ਼ਾਹੂਕਾਰ ਨੀਤੀ ਉਹਨਾਂ ਫਕੀਰਾਂ ਵਾਸਤੇ ਦਾਲ ਫੁਲਕਾ ਲੈ ਕੇ ਆਇਆ ਕਰਦਾ, ਖਵਾਉਂਦਾ। ਉਹ ਖਵਾ ਕੇ ਚਲਾ ਗਿਆ। ਪਿੱਛੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਉੱਥੇ ਆ ਪਹੁੰਚੇ। ਇਹਨਾਂ ਫਕੀਰਾਂ ਦੇ ਥੋੜੇ ਦੇ ਫਾਸਲੇ ਤੇ ਮਹਾਰਾਜ ਵਿਰਾਜ ਗਏ ਹੈ ਤੇ ਉਹ ਸ਼ਾਹੂਕਾਰ ਸੀ। ਅੱਧੀ ਰਾਤ ਉਹਨਾਂ ਫਕੀਰਾਂ ਦੇ ਲਈ ਦੁੱਧ ਲੈ ਕੇ ਆਇਆ। ਕਮਾਈ ਵਿੱਚ ਨਫਾ ਹੋਣ ਕਰਕੇ ਸਨਮਾਨ ਦੇ ਲਈ ਮੋਹਰਾਂ ਵੀ ਲਾਇਆ ਨਾਲ। ਉਹ ਫਕੀਰਾਂ ਦੇ ਪਿਆਲਿਆਂ 'ਚ ਦੁੱਧ ਪਾ ਦਿੱਤਾ, ਇੱਕ ਇੱਕ ਮੋਹਰ ਰੱਖ ਦਿੱਤੀ। ਜਦੋਂ ਮੁੜਨ ਲੱਗਿਆ ਉਹ ਦੇਖਿਆ ਸਾਹਮਣੇ 3 ਫਕੀਰ ਹੋਰ ਬੈਠੇ ਹੈ, ਪਏ ਹਨ, ਆਰਾਮ ਕਰਦੇ ਨੇ। ਤੇ ਇਹਨਾਂ ਫਕੀਰਾਂ ਦਾ ਕਹਿਣ ਲੱਗਿਆ, ਮੈਂ ਇਹਨਾਂ ਦਾ ਤਾਂ ਰੋਜ਼ ਹੀ ਦਰਸ਼ਨ ਕਰਦਾ, ਪਰਦੇਸੀ ਫਕੀਰ ਆਏ ਨੇ, ਕੀ ਪਤਾ ਮੁੜ ਕੇ ਮਿਲਣਗੇ ਜਾਂ ਨਹੀਂ ਮਿਲਣਗੇ, ਮੈਂ ਇਹਨਾਂ ਦੀ ਸੇਵਾ ਦਾ ਵੀ ਲਾਭ ਉਠਾ ਲਾਂ। ਗੁਰਮੁਖ ਸੁਭਾਅ ਦਾ ਸੀ ਇਹ ਸ਼ਾਹੂਕਾਰ, ਮਾਇਆ ਦਾ ਅੰਨਾ ਨਹੀਂ ਸੀ ਕਰਿਆ, ਦਾਨ ਪੁੰਨ ਕਰਨ ਵਾਲਾ ਸੀ। ਗੁਰੂ ਸਾਹਿਬ ਨੂੰ ਸੁੱਤੇ ਜਾਣ ਕੇ ਜਗਾਉਣ ਤੋਂ ਸੰਕੋਚ ਕਰ ਗਿਆ ਵੀ ਥੱਕੇ ਹੋਏ ਨਾ। ਉਹ ਜਿਹੜਾ ਬਚਦਾ ਦੁੱਧ ਸੀ ਸਾਰਾ ਹੀ ਉੱਥੇ ਰੱਖਿਆ ਹੈ, ਨਾਲੇ ਜਿੰਨੀਆਂ ਮੋਹਰਾਂ ਦੀ ਥੈਲੀ ਬਾਜੀ ਉਹ ਵੀ ਉੱਥੇ ਹੀ ਰੱਖ ਦਿੱਤੀ। ਕਹਿੰਦਾ ਕੀ ਕਰਨੀਆਂ ਨੇ, ਪੇ ਪ੍ਰਦੇਸ਼ ਦੇ ਘੁੰਮਦੇ ਨੇ, ਉਹ ਸਾਰੀ ਮੋਹਰਾਂ ਦੀ ਥੈਲੀ ਤੇ ਉੱਥੇ ਭੇਟਾ ਕਰ ਦਿੱਤੀਆਂ, ਨਮਸਕਾਰ ਕਰਕੇ ਚਲਾ ਗਿਆ। ਇਹ ਕੌਤਕ ਦਾ ਭਾਵੇਂ ਗੁਰੂ ਸਾਹਿਬ ਜੀ ਦਾ ਆਪ ਹੀ ਸੀ। ਉਹਦਾ ਹੁਣ ਮਾਣ ਤੋੜਨ ਦੇ ਲਈ ਸ਼ੇਖ ਬ੍ਰਹਮ ਨੂੰ, ਤੇ ਜਦੋਂ ਉਹਨੂੰ ਪਤਾ ਚੱਲਿਆ ਕਿ ਗੁਰੂ ਸਾਹਿਬ ਜੀ ਦੇ ਉਸ ਵੇਲੇ ਕੋਲ, ਕੁਝ ਸਮੇਂ ਬਾਅਦ ਜਦੋਂ ਸਤਿਗੁਰੂ ਉੱਠੇ, ਸ਼ੇਖ ਬ੍ਰਹਮ ਨੇ ਸ਼ਲੋਕ ਬੋਲਿਆ ਤੇ ਬਾਬਾ ਫਰੀਦ ਸਾਹਿਬ ਦਾ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਾਨ ਲਾਹਨ ਸੇ ਸਾਈਂ ਕਰਨੋਂ ਦਾਤ। ਭਾਵ ਕੀ ਸੀ, ਪਹਿਲੇ ਪਹਿਰ ਫੁੱਲ ਦੇ ਪਿਛਲੀ ਰਾਤ ਫਲ ਲੱਗਦੇ ਆ, ਵੀ ਅਸਾਂ ਪਹਿਲੀ ਰਾਤ ਦੁੱਧ ਮੋਹਰਾਂ ਆਦਿ ਪਦਾਰਥ ਰੂਪੀ ਫਲ ਪ੍ਰਾਪਤ ਕੀਤੇ, ਹੁਣ ਪਿਛਲੇ ਰਾਤੀ ਭਗਤੀ ਦੀ ਰਾਤਰੀ, ਪਿਛਲੇ ਗਿਆਨ ਦਾ ਫਲ ਮਿਲੂਗਾ। ਇਹ ਉਹਨੇ ਮਾਣ ਕੀਤਾ ਥੋੜਾ ਜਿਹਾ ਤਪੱਸਿਆ ਦਾ, ਵੀ ਤੁਸੀਂ ਸੁੱਤੇ ਰਹੇ, ਅਸੀਂ ਬੰਦਗੀ ਕੀਤੀ। ਉਹ ਮਹਾਰਾਜ ਨੂੰ ਮਿਹਣਾ ਜਾ ਮਾਰਿਆ ਕਿ ਮਿੱਠਾ ਜਾ, ਤੇ ਰਾਤ ਦੀ ਤਪੱਸਿਆ ਕਰਨੀ ਚਾਹੀਦੀ ਹੈ। ਜੋ ਜਾਗਣ ਲਹਨ ਸੇ ਸਾਈ ਕਰਨੋਂ ਦਾਤ, ਜੋ ਜਾਗਦੇ ਨੇ ਉਹੀ ਲੈਂਦੇ ਨੇ। ਜਿਹੜੀਆਂ ਦਾਤਾਂ ਨੇ ਪਰਮੇਸ਼ਰ ਸਾਈਂ ਦੇ ਵੱਲੋਂ ਦਾਤਾਂ ਮਿਲਦੀਆਂ ਉਹਨਾਂ ਨੂੰ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਗੱਲ ਸੁਣ ਕੇ ਫਿਰ ਇਹ ਸ਼ਬਦ ਉਚਾਰਨ ਕੀਤਾ। ਉਹਨੂੰ ਉਪਦੇਸ਼ ਵਕਤ ਹਿਰਦਾ ਸ਼ਾਂਤ ਕੀਤਾ ਸੀ। ਕਹਿਣ ਲੱਗੇ, ਦਾਤੀ ਸਾਹਿਬ ਸੰਧੀਆ। ਕਹਿੰਦੇ ਭਾਈ ਕਾਹਦਾ ਮਾਣ ਕਰਦਾ ਹੈ ਸ਼ੇਖ ਬ੍ਰਹਮ, ਦਾਤੀ ਦਾਤਾਂ ਤੋਂ ਸੇ ਸਹਿਬ ਮਾਲਕ ਪਰਮੇਸ਼ਰ ਦੀਆਂ ਸੰਧੀਆਂ ਦੀਆਂ ਨੇ, ਇਹ ਉਹਦੀਆਂ ਹਨ। ਕਿਆ ਚੱਲੇ ਤਿਸ ਨਾਲ, ਇਸ ਉਸ ਪਰਮੇਸ਼ਰ ਦੇ ਨਾਲ ਕਿਸੇ ਦਾ ਕਿਆ ਕੀ ਜ਼ੋਰ ਚੱਲੇ ਚੱਲ ਸਕਦਾ ਹੈ, ਇਹ ਮਾਣ ਨਾ ਕਰ। ਇੱਕ ਜਾਗਨ ਦੇ ਨਾਲ ਹਨ, ਇੱਕ ਤਾਂ ਜਾਗਦੇ ਹੋਏ, ਤੁਸੀਂ ਜਾਗਦੇ ਸੀ, ਦਾਤਾਂ ਨੂੰ ਨਹੀਂ ਲਹਨ ਲੈ ਸਕਦੇ, ਮੈਨੂੰ ਲਾਭ ਜ਼ਿਆਦਾ ਪ੍ਰਾਪਤ ਹੋਇਆ ਹੈ। ਇੱਕ ਨਾ ਸੁੱਤਿਆਂ ਦੇ ਉਠਾਲ, ਤੇ ਇੱਕ ਉਹ ਨਾ ਸੁੱਤਿਆਂ ਨੂੰ ਉਠਾਲ ਕੇ ਦੇ ਦਿੰਦਾ ਹੈ। ਇਹ ਦੇਖਣਾ ਕਰ, ਬਾਕੀ ਦਾ ਤੈਨੂੰ ਤਾਂ ਥੋੜਾ ਥੋੜਾ ਇੱਕ ਇੱਕ ਪਿਆਲਾ ਦੁੱਧ ਦਾ ਮਿਲਿਆ, ਦੁੱਧ ਦਾ ਗੜਬਾ ਹੀ ਪਿਆ ਮੇਰੇ ਕੋਲ,
ਤੇ ਤੁਹਾਨੂੰ ਇੱਕ ਇੱਕ ਮੋਹਰ ਲਈ ਪਈ ਹੈ, ਮੋਹਰਾਂ ਦੀ ਥੈਲੀ ਪਈ ਹੈ ਮੇਰੇ ਕੋਲ, ਮਹਾਰਾਜ ਕਹਿੰਦੇ। ਇਹ ਸੁਣ ਕੇ ਫਕੀਰ ਸਾਧ ਸਿੰਘ ਜੀ ਸ਼ਰਮਿੰਦਾ ਹੋ ਕੇ ਚਰਨੀ ਪੈ ਗਿਆ। ਫਿਰ ਦੂਸਰੇ ਅਰਥ ਦੇ ਵਿੱਚ ਦਾਤੀ ਸਾਹਿਬ ਸੰਧੀਆ, ਸਾਰੀਆਂ ਦਾਤਾਂ ਮਾਲਕ ਪਰਮੇਸ਼ਰ ਦੀਆਂ ਹਨ ਜੀ, ਸੰਧੀਆਂ ਉਹਦੀਆਂ ਹਨ। ਕਿਆ ਚੱਲੈ ਤਿਸ ਨਾਲ, ਉਹਦੇ ਨਾਲ ਕਿਸੇ ਦਾ ਕੀ ਜੋਰ ਚਾਰਾ ਚੱਲ ਸਕਦਾ ਹੈ। ਇੱਕ ਜਾਗਨ ਦੇ ਨਾਲ ਹਨ, ਇਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ। ਇੱਕ ਤਾਂ ਜਾਗਦੇ ਹੋਏ ਵੀ ਦਾਤਾਂ ਪ੍ਰਾਪਤ ਨਹੀਂ ਕਰ ਸਕਦੇ। ਇੱਕ ਨਾ ਸੁਤਿਆ ਦੇ ਉਠਾਲ, ਇੱਕ ਨਾ ਸੁੱਤਿਆਂ ਨੂੰ ਉਠਾਲ ਕੇ ਲਾਭ ਦੇ ਦਿੰਦਾ ਪ੍ਰਤੱਖ ਵੀ। ਇਹਦੇ ਜੋ ਦ੍ਰਿਸ਼ਟਾਂਤ ਹੈ, ਜਿਵੇਂ ਪੁਰਾਣੇ ਸਮੇਂ ਦੇ ਬੜੇ ਬੇੜੇ ਜਹਾਜ਼ ਹੁੰਦੇ ਸੀ ਵਪਾਰ ਕਰਨ ਵਾਸਤੇ, ਜਿਵੇਂ ਮਾਨਸੁਖ ਸ਼ਾਹ ਦੀ ਸਾਖੀ ਆਉਂਦੀ ਹੈ। ਚੜ੍ਹ ਕੇ ਵਪਾਰ ਕਰਨ ਲਈ ਕਿਸੇ ਦੇਸ਼ ਦੇ ਵਿੱਚ ਚਲੇ ਗਏ, ਬਹੁਤ ਵਪਾਰ ਕੀਤਾ, ਸੌਦਾ ਖਰੀਦਿਆ। ਜਹਾਜ਼ ਚੱਲਣ ਦੇ ਵਿੱਚ ਅਜੇ ਕੁਝ ਸਮਾਂ ਸੀ। ਉਹਨਾਂ ਵਿੱਚੋਂ ਕੁਝ ਵਪਾਰੀ ਇਹੋ ਜਿਹੇ ਸੀ ਜਿਹੜਾ ਸਮਾਨ ਲੱਦ ਕੇ ਜਹਾਜ਼ ਦੇ ਵਿੱਚ ਹੀ ਸਮਾਨ ਲੱਦ ਲਿਆ, ਥੱਕੇ ਹੋਏ ਸੀ, ਵਿੱਚ ਹੀ ਸੌਂ ਗਏ। ਤੇ ਜਦੋਂ ਜਹਾਜ਼ ਚੱਲਣ ਲੱਗੇਗਾ ਉਦੋਂ ਉਹ ਜਿਹੜੇ ਦੂਸਰੇ ਸੀ ਉਹ ਬਾਜ਼ਾਰ ਦੇ ਵਿੱਚ ਕਹਿੰਦੇ ਵੀ ਚਲੋ ਅਜੇ ਤਾਂ ਜਹਾਜ਼ ਚੱਲਣ 'ਚ ਦੇਰ ਹੈ, ਵੀ ਆਪਾਂ ਉਹਨਾਂ 'ਚ ਫਿਰ ਤੁਰ ਲਈਏ, ਚੜ੍ਹ ਜਾਵਾਂਗੇ, ਕੋਈ ਗੱਲ ਨਹੀਂ। ਇਹ ਸੋਚ ਕੇ ਸਮਾਨ ਰੱਖ ਕੇ ਬਾਜ਼ਾਰ ਨੂੰ ਚਲੇ ਗਏ। ਬਾਜ਼ਾਰ ਦੇ ਵਿੱਚ ਪਰਚ ਗਏ। ਇੰਨੀ ਦੇਰ ਨੂੰ ਬਿਗਲ ਵੱਜ ਗਿਆ, ਜਹਾਜ਼ ਤੁਰ ਪਿਆ। ਉਹਨਾਂ ਨੇ ਸੁਣਿਆ ਹੀ ਨਾ ਬਾਜ਼ਾਰ ਦੇ ਖੜਕੇ ਦੜਕੇ 'ਚ। ਉਹਨਾਂ ਨੇ ਖਿਆਲ ਕੀਤਾ, ਜਦੋਂ ਜਹਾਜ਼ ਦੂਰ ਚਲਿਆ ਗਿਆ ਫਿਰ ਪਛਤਾਵਾ ਕਰਨ ਲੱਗੇ। ਜਿਹੜਾ ਜਹਾਜ਼ ਵਿੱਚ ਸੁੱਤੇ ਪਏ ਸੀ ਵਪਾਰੀ, ਉਹਨਾਂ ਨੂੰ ਦੂਸਰੇ ਵਪਾਰੀਆਂ ਨੇ ਉਠਾ ਕੇ ਕਿਹਾ, ਕਹਿੰਦੇ ਸਾਡੇ ਨਾਲ ਵਪਾਰ ਕਰ ਲਓ। ਉਹ ਜਹਾਜ਼ ਚੱਲਦੇ ਦੇ ਵਿੱਚ ਵਪਾਰ ਦਾ ਲਾਭ ਪ੍ਰਾਪਤ ਹੋ ਗਿਆ, ਬੜਾ ਨਫਾ ਹੋਇਆ। ਉਹਨਾਂ ਨੇ ਉੱਥੇ ਆਪਣਾ ਸੌਦਾ ਵੇਚ ਲਿਆ। ਤੇ ਇਸੇ ਪ੍ਰਕਾਰ ਇੱਕ ਸੱਜਣ ਜਾਗਦੇ ਉਹ ਤਾਂ ਬਾਜ਼ਾਰ ਦੇ 'ਚ ਘੁੰਮਦੇ ਨੇ, ਜਹਾਜ਼ ਦੇ ਇੱਕ ਸੁੱਤੇ ਪਏ ਨੇ। ਉਹ ਜਹਾਜ਼ ਦੇ ਵਿੱਚ ਚੜ੍ਹ ਨਹੀਂ ਸਕੇ, ਲਾਭ ਨਹੀਂ ਪ੍ਰਾਪਤ, ਹਾਲਾਂਕਿ ਸੀ ਜਾਗਦੇ। ਉਹ ਜਿਹੜਾ ਸਮਾਨ ਸੀ ਵਾਧੂ ਪਿਆ, ਜਾਣ ਕੇ ਚੋਰਾਂ ਨੇ ਲੁੱਟ ਲਿਆ ਉਹਨਾਂ ਦਾ, ਉਹ ਖਾਲੀ ਰਹਿ ਗਏ। ਜਿਹੜੇ ਜਹਾਜ਼ ਦੇ ਸੁੱਤੇ ਪਏ ਸੀ ਦੂਸਰੇ ਵਪਾਰੀਆਂ ਦੇ ਨਾਲ ਵਪਾਰ ਕਰ ਲਿਆ, ਉਹਨਾਂ ਨੂੰ ਨਫਾ ਪ੍ਰਾਪਤ ਹੋ ਗਿਆ। ਇੱਕ ਜਗ੍ਹਾ ਦੇ ਨਾਲ ਹੈ ਕਿ ਸੁੱਤਿਆਂ ਦੇ ਉਠਾਲ ਉਹ ਵਪਾਰੀ। ਇਹ ਵਾਹਿਗੁਰੂ ਦੀ ਖੇਡ ਹੈ। ਇਸੇ ਤਰ੍ਹਾਂ ਜੀਵ ਜਿਹੜੇ ਨੇ ਸ਼ੁਭ ਗੁਣਾ, ਉਹ ਨਾਮ ਰੂਪੀ ਸੌਦੇ ਤੇ ਵਪਾਰ ਕਰਨ ਦੇ ਲਈ ਆਏ ਨੇ ਸੰਸਾਰ ਦੇ ਬਾਜ਼ਾਰ ਵਿੱਚ। ਉਹਨਾਂ ਵਿੱਚੋਂ ਜਿਹੜੇ ਜੀਵ ਜਾਗਦੇ ਦਿਮਾਗ ਵਾਲੇ ਹੈ, ਮੰਨਣ ਵਾਲੇ ਨੇ, ਪੰਡਤ ਵਿਦਵਾਨ ਆਦਿ ਸਤਸੰਗਤ ਰੂਪੀ ਜਹਾਜ਼ ਵਿੱਚ, ਉਹ ਚੜ੍ਹਦੇ ਨਹੀਂ, ਕਹਿੰਦੇ ਕੋਈ ਨਹੀਂ ਅਜੇ ਹੋਰ ਦੇਖ ਲਈਏ। ਉਹਨਾਂ ਨੂੰ ਲਾਭ ਨਹੀਂ ਪ੍ਰਾਪਤ ਹੋ ਸਕਦਾ। ਉਹਨਾਂ ਦੇ ਸ਼ੁਭ ਗੁਣ ਸੌਦੇ ਨੂੰ ਵੀ ਨਾ ਕਾਮ ਆਦਿਕ ਲੁੱਟ ਲੈਂਦੇ ਆ। ਜੋ ਅਗਿਆਨੀ ਜੀਵ ਅਜੇ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨੇ, ਪਰ ਜੇਕਰ ਉਹ ਸਤਸੰਗਤ ਰੂਪੀ ਜਹਾਜ਼ ਦੇ ਵਿੱਚ ਚੜ੍ਹ ਜਾਣ, ਪਰਮੇਸ਼ਰ ਨੂੰ ਨਾ ਅਵਿਦਿਆ ਦੀ ਨੀਂਦ ਚੋਂ ਜਗਾ ਕੇ ਸੁੱਤਿਆਂ ਦੇ ਉਠਾਲ ਜਾਗਰਤ ਅਵਸਥਾ ਵਿੱਚ ਉਠਾ ਦਿੰਦਾ ਉਹਨਾਂ ਨੂੰ ਇਹ ਲਾਭ ਪ੍ਰਾਪਤ ਹੋ ਜਾਂਦਾ ਨਾਮ ਦਾ। ਇਉਂ ਇਹਦੇ ਅੰਤਰੀ ਭਾਵ ਸੀ ਦਾਤੀ ਸਾਹਿਬ ਸੰਧੀਆ ਜੀ। ਦਾਤੀ ਸਾਹਿਬ ਸੰਧੀਆ, ਬਰਬ ਵਿਦਿਆ ਰੂਪੀ ਦਾਤੀ ਦਾਤਾਂ ਸਾਹਿਬ ਮਾਲਕ ਦੀਆਂ ਹਨ, ਉਹ ਬਖਸ਼ਾਂ ਉਸੇ ਦੀਆਂ ਹਨ ਜੀ। ਕਿਆ ਚੱਲੈ ਤਿਸ ਨਾਲ, ਕਿਸ ਪ੍ਰਕਾਰ ਪ੍ਰਾਪਤ ਹੁੰਦੀਆਂ ਹਨ, ਕਿਆ ਕਿਸ ਪ੍ਰਕਾਰ ਪ੍ਰਾਪਤ ਹੋਣ। ਉੱਤਰ ਵਿੱਚ ਤਿਸ ਉਸ ਵਾਹਿਗੁਰੂ ਦੀ ਆਗਿਆ ਦੇ ਨਾਲ ਚੱਲੈ, ਉਹਦੀ ਆਗਿਆ ਵਿੱਚ ਚੱਲੈ, ਆਗਿਆ ਨਾਲ ਚੱਲੇ, ਕਹਿੰਦੇ ਫੇਰ ਪ੍ਰਾਪਤ ਹੁੰਦੀਆਂ ਹਨ। ਇੱਕ ਜਾਗਨ ਦੇ ਨਾਲ ਹਨ, ਇੱਕ ਗਿਆਨ ਅਵਸਥਾ ਵਿੱਚ ਜਾਗਦੇ ਹੋਏ ਬ੍ਰਹਮ ਗਿਆਨੀ ਤਾਂ ਪਰਮੇਸ਼ਰ ਦੇ ਨਾਲ ਹਨ ਦਾ ਅਰਥ ਕਰਦਾ, ਨਾਲ ਹਨ ਇਹ ਅਰਥ ਵਿੱਚ ਕਰਨਾ ਹੈ ਕਣ, ਤੇ ਪਾਠ ਦੇ ਵਿੱਚ ਕਰਨਾ ਨਾਲ ਹਨ, ਕਿਉਂਕਿ ਅਰਥ ਬ੍ਰਹਮ ਗਿਆਨੀਆਂ ਤੇ ਉਹ ਪਰਮੇਸ਼ਰ ਦੇ ਨਾਲ ਹਨ, ਨਾਲ ਸਾਥ ਹੀ ਮਿਲੇ ਹੋਏ ਹਨ। ਅਤੇ ਇੱਕ ਨਾ ਜਿਹੜੇ ਨੇ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਕਈ ਜਿਗਿਆਸੂਆਂ ਜੋ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨੇ, ਉਹਨਾਂ ਨੂੰ ਮਹਾਰਾਜ ਅਵਿਦਿਆ ਦੀ ਨੀਂਦ ਤੋਂ ਉਠਾਵ ਭਾਵ ਜਗਾ ਕੇ ਬ੍ਰਹਮ ਗਿਆਨ ਦੀ ਬਖਸ਼ ਕਰ ਦਿੰਦੇ। ਹੁਣ ਪ੍ਰਸ਼ਨ ਕੀਤਾ ਹੈ ਇਕਾਂ ਨੇ, ਸਤਿਗੁਰੂ ਜੀ ਪਰਮੇਸ਼ਰ ਨੂੰ ਮਿਲਣ ਵਾਸਤੇ ਜਿਗਿਆਸੂ ਅਤੇ ਮਿਲਾਉਣ ਵਾਲੇ ਗੁਰੂ ਵਿੱਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਨੇ ਦੋਨਾਂ ਧਿਰਾਂ ਵਿੱਚ, ਜਿਗਿਆਸੂ ਤੇ ਗੁਰੂ ਦੇ ਵਿੱਚ? ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ, ਗੁਰੂ ਨਾਨਕ ਸਾਹਿਬ ਮਹੱਲਾ ਪਹਿਲਾ। ਹਾਂਜੀ, ਮਹੱਲਾ ਉਚਾਰਨ ਕੀਤਾ ਹੈ ਪਹਿਲੇ ਪਾਤਸ਼ਾਹ ਨੇ। ਸਿਦਕ ਸਬੂਰੀ ਸਾਧਕਾ ਸ਼ਰਧਾਵਾਨ ਜਿਗਿਆਸੂ ਨੂੰ ਕਿਹਾ। ਸਾਧਕ ਜਿਗਿਆਸੂਆਂ ਦਾ ਨਾਮ ਹੈ, ਸ਼ਰਧਾਵਾਨਾਂ ਦਾ ਨਾਮ ਹੈ। ਤੇ ਜਿਗਿਆਸੂਆਂ ਦੇ ਹਿਰਦੇ ਅੰਦਰ ਸਿਦਕ ਭਰੋਸਾ ਅਤੇ ਸਬੂਰੀ ਸੰਤੋਖ ਹੋਣਾ ਚਾਹੀਦਾ ਹੈ। ਤੇ ਇਸ ਕਰਕੇ ਫਿਰ
ਇਹ ਉਹਨਾਂ ਦੇ ਅੰਦਰ ਹੋਣਾ ਚਾਹੀਦਾ ਜਿਹੜੇ ਅੱਗੇ ਮਲਾਇਕਾ ਅੱਧੇ ਪਾਦੇ ਚ ਪਿਆ ਸ਼ਬਦ ਸਬਰ ਤੋਸਾ ਮਲਾਇਕਾ ਤੇ ਮਲਾਇਕਾ ਦੇਵਤਿਆਂ ਵਰਗੇ ਸੁਭਾਅ ਵਾਲੇ ਸੰਤ ਜਨਾਂ ਦੇ ਪਾਸ ਸਬਰ ਸੰਤੋਖ ਰੂਪੀ ਤੋਸਾ ਖਰਚ ਹੋਣਾ ਚਾਹੀਦਾ। ਮਲਾਇਕਾ ਦੇਵ ਸਰੂਪ ਗੁਰੂ ਜੀ ਦੇ ਅੰਦਰ ਸਬਰ ਸੰਤੋਖ ਦਾ ਤੋਸਾ ਖਰਚ ਹੋਣਾ ਚਾਹੀਦਾ ਹੈ। ਭਾਵ ਕੀ ਹੈ, ਗੁਰੂ ਲਾਲਚੀ ਨਹੀਂ ਚਾਹੀਦਾ, ਸੰਤੋਖੀ ਹੋਣਾ ਚਾਹੀਦਾ। ਇਹ ਉਹਦਾ ਲੱਛਣ ਕੀਤਾ। ਸਿੱਖ ਨੂੰ ਕਿਹਾ ਵੀ ਸ਼ਰਧਾ ਹੋਣੀ ਚਾਹੀਦੀ ਹੈ। ਦੀਦਾਰ ਪੂਰੇ ਪਾਇਸਾ ਇਹੋ ਜਿਹੇ ਸਿਦਕ ਵਾਲੇ ਜਿਗਿਆਸੂ ਜਨ ਤੇ ਸੰਤੋਖੀ ਗੁਰੂ ਨਾਲ ਮਿਲ ਕੇ ਤੇ ਵੇ ਪੂਰੇ ਪਰਮੇਸ਼ਰ ਦਾ ਦੀਦਾਰ ਪਾਇਸਾ ਪਾ ਲੈਂਦੇ ਹਨ। ਖਾਉ ਨਾਹੀ ਖਾਇਕਾ ਖਾਇਕਾ ਨਾਮ ਹੈ ਮੂਰਖਾਂ ਦਾ, ਜਿਨ੍ਹਾਂ ਦੇ ਗੁਰੂ ਵੀ ਅਗਿਆਨੀ ਮੂਰਖ ਤੇ ਚੇਲੇ ਵੀ ਅਗਿਆਨੀ। ਕਹਿੰਦੇ ਉਹ ਖਾਇਕਾ ਮੂਰਖਾਂ, ਜਿਹੜੇ ਮੂਰਖ ਨੇ ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਨਹੀਂ ਮਿਲੂਗਾ, ਨਾ ਪਖੰਡੀ ਗੁਰੂਆਂ ਨੂੰ ਤੇ ਨਾ ਪਖੰਡੀਆਂ ਦੇ ਚੇਲਿਆਂ ਨੂੰ, ਉਹਨਾਂ ਨੂੰ ਨਹੀਂ ਥਾਂ। ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਪੌੜੀ ਸਭ ਆਪੇ ਤੁਧ ਉਪਾਏ ਕੈ। ਪੌੜੀ ਦੇ ਚ ਮਹਾਰਾਜ ਕਹਿੰਦੇ ਤੁਧ ਹੈ ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਉਪਾਏ ਕੇ ਪੈਦਾ ਕਰਕੇ ਆਪ ਕਰ ਲਾਈ ਤੇ ਉਹਨਾਂ ਨੂੰ ਧੰਦਿਆਂ ਵਿੱਚ ਆਪ ਹੀ ਲਾ ਦਿੱਤਾ ਹੈ। ਜਿਹੋ ਜੀ ਕਿਸੇ ਦੀ ਕਰਨੀ ਸੀ ਉਸੇ ਦੀ ਬਾਸ਼ਨਾ ਅਨੁਸਾਰ ਆਪ ਜੀ ਨੇ ਸਾਰੀ ਸ੍ਰਿਸ਼ਟੀ ਕਾਰੇ ਕੰਮ ਲਾ ਦਿੱਤੀ ਹੈ, ਕਾਰਜਾਂ ਚਲਾਉਣਾ ਕੀਤੀ ਹੈ। ਤੂੰ ਆਪੇ ਵੇਖ ਵਿਖਸਦਾ, ਤੂੰ ਆਪ ਹੀ ਸਾਰੀਆਂ ਦੀਆਂ ਕਰਤੂਤਾਂ ਵੇਖ ਕੇ ਨਾ ਆਪ ਹੀ ਵਿਖਸਦਾ ਪ੍ਰਸੰਨ ਹੁੰਨਾ ਹੈ। ਆਪਣੀ ਵਡਿਆਈ ਤੇ ਅਤੇ ਤੁਹਾਡਾ ਜਿਹੜਾ ਜਸ ਕਰਨ ਵਾਲੇ ਸ਼ੋਭਾ ਕਰਨ ਵਾਲੇ, ਸ਼ੋਭਾ ਨੂੰ ਤੂੰ ਆਪ ਹੀ ਜਾਣਦਾ ਹੈ। ਜਿਹੜਾ ਸੱਚੇ ਮਨ ਨਾਲ ਕਰਦਾ ਹੈ ਉਹਦੇ ਤੇ ਵੀ ਖੁਸ਼ ਹੁੰਨੇ ਹੋ, ਤੇ ਜਿਹੜਾ ਨਿੰਦਿਆ ਕਰਦੇ ਹੈ ਉਹ ਮਾੜੇ ਕਰਮ ਕਰਦਾ ਹੈ, ਦੇਖ ਕੇ ਹੱਸਦੇ ਹੋ ਵੀ ਇਹ ਮੈਨੂੰ ਅਣਜਾਣ ਸਮਝਦਾ ਹੈ, ਇਹਨੂੰ ਫਲ ਮੈਂ ਹੀ ਦੇਣਾ ਹੈ। ਆਪ ਹੀ ਵਿਖਸਦੇ ਹੋ ਮਹਾਰਾਜ, ਪ੍ਰਸੰਨ ਹੁੰਦੇ ਹੋ। ਹਰ ਤੁਧ ਬਾਹਰ ਕਿਛ ਨਾਹੀ। ਇਹ ਮੇਰੇ ਪਰਮੇਸ਼ਰ ਵਾਹਿਗੁਰੂ, ਤਦੋਂ ਤੁਹਾਡੇ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੋ, ਤੁਹਾਡੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ। ਤੂੰ ਸੱਚਾ ਸਾਈਂ, ਤੂੰ ਆਪ ਹੀ ਸਾਰਿਆਂ ਦਾ ਸੱਚਾ ਸਾਈਂ ਸੁਆਮੀ ਹੈ, ਮਾਲਕ ਹੈ ਸਾਰਿਆਂ ਦਾ। ਤੂੰ ਆਪੇ ਆਪ ਵਰਤਦਾ, ਤੂੰ ਆਪ ਹੀ ਸਾਰਿਆਂ 'ਚ ਵਰਤ ਰਿਹਾ ਹੈ ਮਹਾਰਾਜ। ਤੇਰਾ ਹੀ ਵਰਤਾਰਾ ਵਰਤਦਾ ਚੇਤਨ ਸਰੂਪ ਹੋ ਕਰਕੇ। ਸਭਨੀ ਹੀ ਥਾਈ, ਲੋਕ ਪਰਲੋਕ ਧਰਤੀ ਪਤਾਲ ਆਦਿਕ ਸਾਰਿਆਂ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਹਰ ਤਿਸੈ ਧਿਆਵਹੁ ਸੰਤ ਜਨ ਹੋ। ਇਹ ਸੰਤ ਜਨੋ ਸ਼ਾਂਤ ਬਿਰਤੀ ਵਾਲੇ ਅਧਿਕਾਰੀ ਮਹਾਪੁਰਸ਼ੋ, ਤੁਸੀਂ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਧਿਆਵੋ, ਧਿਆ ਕਰ ਬਿਰਤੀ ਦੁਆਰਾ ਆਰਾਧਨਾ ਕਰੋ ਜੇ। ਜੋ ਲਏ ਛਡਾਈ, ਉਹ ਪਰਮੇਸ਼ਰ ਐਸਾ ਕਿਰਪਾਲੂ ਹੈ ਜੋ ਅੰਤ ਵੇਲੇ ਜਮਾਂ ਤੋਂ ਨਰਕਾਂ ਤੋਂ ਧਰਮਰਾਜ ਦੀ ਕਚਹਿਰੀ ਚੋਂ ਕਿਸੇ ਨੇ ਨਹੀਂ ਛਡਾਉਣਾ। ਜਦੋਂ ਫਸ ਗਏ ਉੱਥੇ ਉਹ ਛਡਾਏਗਾ। ਸ਼ਲੋਕ ਮਹੱਲਾ ਪਹਿਲਾ। ਤੇ ਅੱਗੇ ਸ਼ਲੋਕ ਦੇ ਗੁਰੂ ਨਾਨਕ ਸਾਹਿਬ, ਜਿਸ ਵਕਤ ਗੁਰੂ ਨਾਨਕ ਸਾਹਿਬ ਕਰਤਾਰਪੁਰ ਰਾਵੀ ਦੇ ਕਿਨਾਰੇ ਸੰਗਤਾਂ ਨੂੰ ਨਿਹਾਲ ਕਰ ਰਹੇ ਸੀ, ਉਸ ਵਕਤ ਇੱਕ ਨਾ ਫਕੀਰ ਆ ਗਿਆ ਤੇ ਬਾਹਲਾ ਹੀ ਮਸਤਾਨਾ ਜਿਹਾ ਬਣ ਕੇ ਦਿਖਾਵੇ। ਮਹਾਰਾਜ ਸਾਹਿਬ ਨੇ ਪੁੱਛ ਲਿਆ, ਕਹਿੰਦੇ ਭਾਈ ਤੇਰਾ ਨਾਂ ਕੀ ਹੈ, ਕੌਣ ਹੈ ਤੂੰ, ਪਰਿਚਾ ਦੇ। ਕਹਿੰਦਾ ਫੱਕੜਾਂ ਦਾ ਕਾਹਦਾ ਨਾਮ ਹੁੰਦਾ ਹੈ, ਫੱਕੜੀ ਨਾਮ ਹੈ। ਕਹਿੰਦਾ ਫੱਕੜੀ ਜਾਤੀ ਹੈ, ਸਾਡੀ ਦਾ ਜਾਤ ਕੋਲ ਫੱਕਰ ਹੀ ਆ। ਹਜੂਰ ਨੇ ਜਦੋਂ ਪੁੱਛਿਆ ਸੀ, ਉਹ ਫੱਕੜ ਦੇ ਸ਼ਬਦ ਵਰਤਿਆ, ਫੱਕੜ ਹੀ ਨਾਮ ਹੈ, ਫਕੀਰ ਹੁੰਨੇ ਆ ਅਸੀਂ। ਹੰਕਾਰ ਦੇ ਵਚਨ ਸੁਣੇ ਮਹਾਰਾਜ ਸਾਹਿਬ ਨੇ ਉਸ ਵੇਲੇ ਪਵਿੱਤਰ ਉਪਦੇਸ਼ ਉਹਨੂੰ ਸੁਧਾਰਨ ਵਾਸਤੇ। ਮਹਾਰਾਜ ਸਾਹਿਬ ਜੀ ਫਿਰ ਕਹਿਣ ਲੱਗੇ, ਫੱਕੜ ਜਾਤੀ ਫੱਕੜ ਨਾਉ। ਕਹਿੰਦੇ ਭਾਈ ਜੋ ਹੰਕਾਰ ਦੇ ਸਹਿਤ ਫੱਕਰਪਣੇ ਦੀ ਜਾਤੀ ਜਾਤ ਫੱਕੜਪਣੇ ਦਾ ਹੀ ਨਾਂ ਤੂੰ ਕਿਹਾ, ਇਹ ਤੈਨੂੰ ਪਤਾ ਹੈ ਤਾਂ ਖੁਆਰ ਕਰਨ ਵਾਲਾ ਹੈ, ਤੈਨੂੰ ਖੱਜਲ ਕਰਨ ਵਾਲਾ ਹੈ। ਦੂਸਰਾ ਸਾਧ ਸਿੰਘ ਜੀ ਪੰਡਿਤ ਨਰਾਇਣ ਸਿੰਘ ਜੀ ਨੇ ਇਹ ਅਰਥ ਇਹਦਾ ਕੀਤਾ, ਉਹ ਵੀ ਬੜਾ ਢੁਕਮ ਹੈ। ਉਹ ਕਹਿੰਦੇ ਜਾਤੀ ਦਾ ਅਭਿਮਾਨ ਫੱਕੜ ਕੀ ਹੈ, ਫਜ਼ੂਲ ਹੀ ਹੈ, ਤੇ ਇਸ ਕਰਕੇ ਇਹ ਫਜ਼ੂਲ ਹੈ। ਅਤੇ ਨਾਮ ਦਾ ਅਭਿਮਾਨ ਜਿਹੜਾ ਕਰਨਾ ਫੱਕੜ, ਇਹ ਵੀ ਫਜ਼ੂਲ ਹੀ ਹੈ। ਹਰੇਕ ਜਾਤੀ ਦੇ ਹਰੇਕ ਨਾਮ ਜਿਹੜੇ ਇਹ ਫਜ਼ੂਲ ਹੀ ਸਮਝਣੇ ਹਨ। ਸਭਨਾ ਜੀਆ ਇੱਕਾ ਛਾਉ, ਸਾਰੇ ਜੀਵਾਂ ਦਾ ਇੱਕ ਪਰਮੇਸ਼ਰ ਹੀ ਛਾਉ ਨਾਮ ਆਸਰੇ ਦਾ ਹੈ। ਉਹ ਸਾਰਿਆਂ ਦਾ ਆਸਰਾ ਵਾਹਿਗੁਰੂ ਹੈ। ਸਾਰਿਆਂ 'ਚ ਇੱਕੋ ਹੀ ਚੇਤਨ ਦੀ ਛਾਇਆ ਹੈ, ਛਾਉ ਹੈ ਨਾ ਸ਼ਬਦ। ਸਾਰਿਆਂ 'ਚ ਇੱਕ ਈਸ਼ਵਰ, ਉਹਦਾ ਪ੍ਰਤੀਬਿੰਬ ਹੈ ਨਾ ਬ੍ਰਹਮ ਦਾ, ਉਹਦਾ ਪਰਛਾਵਾਂ ਹੀ ਪੈ ਰਿਹਾ ਹੈ। ਸੁੱਧ ਸਤੋਗੁਣ ਮਾਇਆ ਦੇ ਵਿੱਚ ਜਦੋਂ ਉਹਦਾ ਪਰਛਾਵਾਂ ਪਿਆ, ਮਾਇਆ ਸਬਲ ਹੋ ਕੇ ਉਹ ਫਿਰ ਵਿਰਾਟ ਹਿਰਣਗਰਭ ਅਭਿਆਕਿਰਤ ਇਹ ਨਾਮ ਪੈ ਗਏ ਉਹਦੇ। ਜਦੋਂ ਅਵਿਦਿਆ ਦੇ ਵਿੱਚ ਉਹਦਾ ਪਰਛਾਵਾਂ ਪਿਆ ਬ੍ਰਹਮ ਦਾ,
ਤੇ ਅਵਿਦਿਆ ਦੇ ਕਾਰਨ ਕਰਕੇ ਫਿਰ ਇਹਦੇ ਨਾਮ 3 ਪੈ ਗਏ। ਵਿਸ਼ਵ ਨਾਮੇ ਜੀਵ ਹੈ, ਤਈਸ ਨਾਮੇ ਜੀਵ ਹੈ, ਪ੍ਰਾਗ ਨਾਮੇ ਜੀਵ ਹੈ। ਉਹ ਮਾਇਆ ਦੀ ਉਪਾਧੀ ਹੈ ਈਸ਼ਵਰ 'ਚ, ਜੀਵ ਦੇ 'ਚ ਅਵਿਦਿਆ ਦੀ ਉਪਾਧੀ ਹੈ। ਇਹ ਭੇਦ ਕਰਕੇ 3 ਤਰ੍ਹਾਂ ਦੀਆਂ ਦੇਹਾਂ ਤੇ 3 ਪ੍ਰਕਾਰ ਦੇ ਨਾਮ ਵੱਖਰੇ ਵੱਖਰੇ ਪੈ ਗਏ। ਪਰ ਇਹਨਾਂ ਸਾਰਿਆਂ 'ਚ ਜਿਹੜਾ ਬ੍ਰਹਮ ਹੈ ਨਾ, ਅਸਪਦ ਰੂਪ, ਉਹ ਸ਼ੌ ਆਸਰਾ, ਉਹ ਇੱਕ ਦਾ ਹੀ ਹੈ। ਉਹ ਇੱਕ ਵਾਹਿਗੁਰੂ ਪਰਮੇਸ਼ਰ ਚੇਤਨ ਸੱਤਾ ਦਾ ਇਹ ਸ਼ੌਕ, ਇਹ ਆਸਰਾ ਸਾਰਿਆਂ ਜੀਵਾਂ 'ਚ ਵਿਆਪਕ ਹੋ ਰਿਹਾ ਹੈ। ਆਪ ਹੋ ਜੇ ਕੋ ਭਲਾ ਕਹਾਏ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਹੋਵੇ। ਉਹਦੇ ਤਾਂ ਨੇੜੇ ਤੇੜੇ ਨੂੰ ਵੀ ਲੱਗਦੀ ਭਲਾਈ, ਜਿਹੜਾ ਕਹੇ ਮੈਂ ਬੜੇ ਭਲੇ ਕੰਮ ਕਰਦਾ। ਆਪਣੇ ਆਪ ਨੂੰ ਜੇ ਕੋਈ ਕਹੇ ਜੀਵ ਮੈਂ ਬੜਾ ਵਡਿਆਈ ਆਸਰੇ, ਬੇਸ਼ੱਕ ਉਹ ਚੰਗਾ ਕਹਾ ਲਵੇ, ਲੋਕਾਂ ਤੋਂ ਵੀ ਕਹਾ ਲਵੇ, ਆਪ ਵੀ ਕਹਿ ਲਵੇ, ਪਰ ਘਾਟੇ ਵਾਲੀ ਬਾਤ ਹੈ। ਨਾਨਕ ਤਾਂ ਪਰ ਜਪੈ ਜਾਂ ਪਤ ਲਿਖੈ ਪਾਏ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਪਰ ਜੀਵ ਤਾਂ ਤਦ ਹੀ ਪਰ ਵਿਸ਼ੇਸ਼ ਕਰਕੇ ਚੰਗਾ ਜਾਪੇ ਜਾਣਿਆ ਜਾਂਦਾ ਹੈ ਜਾਂ ਜੇਕਰ ਵਾਹਿਗੁਰੂ ਦੇ ਲੇਖੇ ਵਿੱਚ ਉਹਦੀ ਵਿੱਚ ਇੱਜ਼ਤ ਪੈ ਜਾਵੇ। ਜੇਕਰ ਵਾਹਿਗੁਰੂ ਦੇ ਦਰ ਤੇ ਪਤ ਲੇਖੇ ਵਿੱਚ ਨਹੀਂ ਪਈ ਤਾਂ ਫਿਰ ਕਾਹਦੀ ਪਤ ਹੈ, ਬਿਨ ਨਾਵੇ ਪਤ ਜਾਏ। ਵਿਸ਼ੇਸ਼ ਕਰਕੇ ਪਰਾਰੂਪ ਬ੍ਰਹਮ ਦਾ ਸਰੂਪ ਜਾਣਿਆ ਜਾ ਸਕਦਾ, ਤਾਂ ਜਾਣਿਆ ਜਾ ਸਕਦਾ ਜਾਂ ਉਹਦੀ ਅਪਰੋਕਸ਼ ਬ੍ਰਹਮ ਦੁਆਰਾ ਪਤ ਲੇਖੇ ਵਿੱਚ ਪੈ ਗਈ ਹੈ। ਮਹੱਲਾ ਦੂਜਾ। ਹੁਣ ਦੂਸਰੇ ਪਾਤਸ਼ਾਹ ਦਾ ਇਹ ਸਾਧ ਸੰਜੀ ਸ਼ਬਦ ਅੱਗੇ ਸ਼ਲੋਕ ਆ ਰਿਹਾ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸਨ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਹੁਤ ਬੈਰਾਗ ਦੇ ਵਿੱਚ ਰਹਿੰਦੇ ਸਨ। ਖੰਡੂਰ ਸਾਹਿਬ ਕੋਠੜੀ ਦੇ ਵਿੱਚ ਬੈਠ ਕੇ ਮਾਤਾ ਸਵਰਾਈ ਨੂੰ ਕਹਿ ਦਿੱਤਾ ਸੀ ਕਿ ਮਾਤਾ ਸਾਡਾ ਜੀ ਨਹੀਂ ਕਰਦਾ ਕਿਸੇ ਨਾਲ ਬੋਲਣ ਚੱਲਣ ਨੂੰ। ਗੁਰੂ ਨਾਨਕ ਦੇ ਵਿਛੋੜੇ ਦਾ ਜ਼ਖਮ ਹੀ ਅੰਦਰ ਐਸਾ ਹੋ ਗਿਆ, ਬੂਹਾ ਬੰਦ ਕਰ ਦੇ। ਇੱਟਾਂ ਚਣਾ ਦਿੱਤੀਆਂ ਵੀ ਜਿੰਨੀ ਦੇਰ ਤੱਕ ਸਵਾਹ ਚੱਲਦੀ ਠੀਕ ਹੈ, ਵੀ ਗੁਰੂ ਨਾਨਕ ਸਾਹਿਬ ਦੇ ਵਿਛੋੜੇ ਵਿੱਚ ਸਰੀਰ ਕਾਹਦੇ ਲਈ ਰੱਖਣਾ ਹੈ। ਤੇ ਮਹਾਰਾਜ ਸਾਹਿਬ ਜੀ ਖੰਡੂਰ ਸਾਹਿਬ ਦੇ ਵਿੱਚ ਬਹਿ ਗਏ। ਇਹ ਜਿਹੜਾ ਸੀ ਮਹਾਰਾਜ ਦਾ ਉੱਥੇ ਤਪੱਸਿਆ ਦਾ ਗੁਪਤ ਰਹਿਣ ਦਾ 6 ਮਹੀਨੇ ਲਿਖੇ ਹੋਇਆ ਇਤਿਹਾਸ ਵਿੱਚ। ਬੀਤ ਗਏ ਇਸ ਰੀਤ 6 ਮਾਸ, ਅਲੋਪ ਪਏ ਨੇ ਕਹੂੰ ਦਿਖਾਈ, ਕਿਸੇ ਨੂੰ ਦਿਖਾਈ ਨਹੀਂ ਸੀ ਦਿੱਤੇ। ਗੁਰਪ੍ਰਤਾਪ ਸੂਰ ਗ੍ਰੰਥ ਜੀ ਲਿਖਿਆ। ਸੰਗਤਾਂ ਇਕੱਠੀਆਂ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜਾ ਬਹੁਤੀਆਂ ਵਿਆਕਲ ਹੋ ਗਈਆਂ, ਉਹ ਬਾਬਾ ਬੁੱਢਾ ਸਾਹਿਬ ਦੇ ਕੋਲ ਗਈਆਂ। ਕਹਿੰਦੇ ਤੁਹਾਨੂੰ ਗੁਰੂ ਸਾਹਿਬ ਨੇ ਬਚਨ ਦਿੱਤਾ ਸੀ ਬਾਬਾ ਜੀ ਵੀ ਮੈਂ ਬਾਬਾ ਤੇਤੋਂ ਓਹਲੇ ਨਾ ਹੋਸਾਂ, ਜਿਹੜੇ ਮਰਜ਼ੀ ਸਰੂਪ 'ਚ ਹੋਵਾਂ, ਜਿੱਥੇ ਮਰਜ਼ੀ ਹੋਵਾਂ, ਤੁਸੀਂ ਹੁਣ ਮਹਾਰਾਜ ਕਿਰਪਾ ਕਰੋ, ਸੰਗਤਾਂ ਨੂੰ ਦਰਸ਼ਨ ਕਰਾਓ। ਬਾਬਾ ਬੁੱਢਾ ਸਾਹਿਬ ਜੀ ਆਪ ਕਿਰਪਾ ਕਰੋ, ਤੁਸੀਂ ਸਾਡੇ ਆਗੂ ਬਣੋ। ਹੁਣ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਸਮਾਉਣ ਵੇਲੇ ਜਿਸ ਵੇਲੇ ਸਮਾ ਗਏ ਸਨ, ਉਹ ਜਿਹੜੀ ਪ੍ਰਗਟ ਜੋਤ ਜੀ ਦੇ ਦੂਸਰੇ ਸਰੂਪ 'ਚ ਰੱਖੀ ਹੈ, ਮਹਾਰਾਜ ਦਰਸ਼ਨ ਕਰਾਓ। ਬਾਬਾ ਬੁੱਢਾ ਸਾਹਿਬ ਸੰਗਤਾਂ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਚੱਲ ਪਏ, ਖੰਡੂਰ ਸਾਹਿਬ ਪੁੱਜ ਗਏ। ਮਾਤਾ ਸਵਰਾਈ ਨੂੰ ਜਾ ਕੇ ਪੁੱਛਿਆ, ਮਾਤਾ ਜੀ ਗੁਰੂ ਸਾਹਿਬ, ਉਹ ਚੁੱਪ ਹੀ ਬੋਲੀ ਨਾ ਵੀ ਜੇ ਬੋਲੂੰ ਗੁਰੂ ਸਾਹਿਬ ਦੀ ਆਗਿਆ ਦੱਸਣ ਦੀ ਹੈ ਨਹੀਂ, ਤੇ ਝੂਠ ਮੈਂ ਬੋਲੂੰਗੀ ਤਾਂ ਪਾਪ ਲੱਗੂਗਾ। ਤੇ ਬਾਬਾ ਬੁੱਢਾ ਸਾਹਿਬ ਸਮਝ ਗਏ ਸੰਗਤਾਂ ਵੀ ਮਾਤਾ ਨੂੰ ਰੋਕਿਆ ਹੋਇਆ ਹੈ ਮਹਾਰਾਜ ਨੇ, ਦੱਸਣ ਤੋਂ ਰੋਕਿਆ ਤਾਂ ਨਹੀਂ ਬੋਲਦੇ। ਮਾਤਾ ਜੀ ਦਾ ਵੀ ਸਤਿਕਾਰ ਰੱਖਿਆ। ਬਾਬਾ ਬੁੱਢਾ ਸਾਹਿਬ ਜੀ ਫਿਰ ਤੁਰ ਕੇ ਦੇਖਿਆ, ਕਹਿੰਦੇ ਬਾਬਾ ਜੀ ਕਰਾਓ ਦਰਸ਼ਨ। ਬਾਬਾ ਬੁੱਢਾ ਸਾਹਿਬ ਜੀ ਕੋਠੜੀ ਦੇ ਅੱਗੇ ਆ ਕੇ ਖੜੇ, ਕਹਿੰਦੇ ਮੈਨੂੰ ਇਉਂ ਲੱਗਦਾ ਵੀ ਇਹਦੇ ਵਿੱਚ ਮਹਾਰਾਜ ਬੈਠੇ ਆ। ਤੇ ਮਹਾਰਾਜ ਬੂਹਾ ਬੰਦ ਹੈ, ਕਹਿੰਦੇ ਤਾਜ਼ਾ ਲਿਪਿਆ ਹੋਇਆ। ਉਹ ਖੋਲਿਆ ਤਾਂ ਅੰਦਰ ਫੇ ਬਾਬਾ ਬੁੱਢਾ ਸਾਹਿਬ ਜੀ ਗਏ, ਚਰਨਾਂ ਤੇ ਸਿਰ ਰੱਖਿਆ। ਗੁਰੂ ਅੰਗਦ ਦੇਵ ਜੀ ਦੇ, ਗੁਰੂ ਨਾਨਕ ਦੇ ਦਰਵਾਜ਼ੇ ਸਿੱਖ ਸੀ ਭਾਈ, ਸਮਾਧੀ ਖੁੱਲ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਜਿਹੜੀ ਇਹ ਬਖਸ਼ੀ ਹੈ, ਇਹ ਤੁਹਾਨੂੰ ਲੁੱਕ ਕੇ ਬੈਠਣ ਵਾਸਤੇ ਤਾਂ ਨਹੀਂ ਬਖਸ਼ੀ। ਸੰਗਤਾਂ ਵਿਆਕਲ ਹੋਈਆਂ ਪਈਆਂ, ਕਰਤਾਰਪੁਰ ਸਾਹਿਬ ਤੋਂ ਚੱਲ ਕੇ ਆਈਆਂ ਸੰਗਤਾਂ, ਦਰਸ਼ਨ ਦਿਓ, ਨਿਹਾਲ ਕਰੋ ਇਹਨਾਂ ਨੂੰ। ਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ, ਚੰਗਾ ਬਾਬਾ ਜੀ, ਜਿਵੇਂ ਗੁਰੂ ਨਾਨਕ ਦਾ ਹੁਕਮ, ਤੁਹਾਡਾ ਹੁਕਮ ਵੀ ਗੁਰੂ ਨਾਨਕ ਦਾ ਹੀ ਹੁਕਮ ਹੈ, ਤੁਸੀਂ ਗੁਰੂ ਨਾਨਕ ਦੇ ਨਵਾਜੇ ਹੋ, ਤੁਹਾਡੇ ਹੱਥੀਂ ਗੁਰਤਾ ਗੱਦੀ ਦੇ ਤਿਲਕ ਲੱਗੇ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਧ ਸੰਜੀ ਚੰਦੋਆ ਤਾਣ ਦਿੱਤਾ, ਆਸਣ ਵਿਛਾ ਦਿੱਤਾ, ਦੀਵਾਨ ਸਜਿਆ। ਉਹ ਤੇ ਉਪਰੰਤ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਨਾਨਕ ਦਾ ਦੂਸਰਾ ਸਰੂਪ, ਤੇ ਉਹ ਫਿਰ ਮਹਾਰਾਜ ਸਾਹਿਬ ਜੀ ਨੇ ਉੱਥੇ ਬਿਰਾਜਮਾਨ ਹੋ ਕੇ ਸ਼ਬਦ ਉਚਾਰਨ ਕੀਤਾ। ਗੁਰੂ ਨਾਨਕ ਸਾਹਿਬ ਦੀ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਰਹਿਣ ਵਾਲੇ ਸਿੱਖ ਸਾਰੀਆਂ ਸੰਗਤਾਂ ਉਹ ਗਲ ਨਾਲ ਉਹਨਾਂ ਨੂੰ ਮਿਲੇ, ਕੱਲੇ ਕੱਲੇ ਨੂੰ ਅੰਗ ਭਰ ਕੇ ਮਿਲੇ, ਮੇਰੇ ਗੁਰ ਭਾਈਓ ਤੁਸੀਂ
ਸੰਗਤਾਂ ਨੇ ਬੇਨਤੀ ਸੁਖੀ ਸਾਧ ਸਿੰਘ ਜੀ, ਉਹ ਰਬਾਬੀ ਆ ਗਏ, ਰਬਾਬੀਆਂ ਨੇ ਕੀਰਤਨ ਕੀਤਾ। ਭਾਈ ਵਾਲਾ ਜੀ ਵੀ ਉਸੇ ਦਿਨ ਪਹੁੰਚੇ ਸੀ ਉੱਥੇ। ਉਹ ਪਹਿਲੇ ਦਿਨ ਮਹਾਰਾਜ ਸਾਹਿਬ ਜੀ ਨੂੰ ਜਦੋਂ ਕਿਹਾ ਮਹਾਰਾਜ ਕੋਈ ਉਪਦੇਸ਼ ਸੁਣਾਓ, ਕਹਿੰਦੇ ਕੀ ਉਪਦੇਸ਼ ਸੁਣਾਵਾਂ ਮੈਂ ਬਾਬਾ ਬੁੱਢਾ ਸਾਹਿਬ ਜੀ। ਉਸ ਵੇਲੇ ਆਪਣੇ ਹਿਰਦੇ ਦੀ ਪੀੜਾ ਵਿਛੋੜੇ ਦੀ ਇਹ ਸ਼ਲੋਕ ਵਿੱਚ ਜ਼ਾਹਰ ਕੀਤੀ ਹੈ। ਜਿਸ ਪਿਆਰੇ ਸਨੇਹ, ਹੇ ਗੁਰਸਿੱਖੋ, ਜਿਸ ਪਿਆਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਾਡਾ ਨੇਹੋ ਪਿਆਰ ਹੈ, ਜਿਸ ਆਗੇ ਮਰ ਚੱਲੀਏ। ਕਹਿੰਦੇ ਚੰਗਾ ਹੁੰਦਾ ਜੇ ਗੁਰੂ ਸਾਹਿਬ ਸਾਨੂੰ ਪਹਿਲਾਂ ਹੀ ਤੋਰ ਦਿੰਦੇ, ਉਹਨਾਂ ਤੇ ਅੱਗੇ ਪਹਿਲੀ ਮਰ ਚੱਲੀਏ, ਸਰੀਰ ਤਿਆਗ ਜਾਂਦੇ। ਆਹ ਵਿਛੋੜੀ ਦੀਆਂ ਪੀੜਾਂ ਤਾਂ ਨਾ ਸਹਿਣ ਕਰਨੀਆਂ ਪੈਂਦੀਆਂ। ਤਿਰਗ ਜੀਵਨ ਸੰਸਾਰ, ਉਹਨਾਂ ਤੋਂ ਬਿਨਾਂ, ਉਹਨਾਂ ਦੇ ਜਾਣ ਤੋਂ ਬਾਅਦ ਸਾਰਾ ਬੋਲ ਦੋ ਤਾਕੇ ਪਾਛੇ, ਤਾਕੇ ਪਾਛੇ ਜੀਵਨ। ਸਤਿਗੁਰਾਂ ਦੇ ਚਲੇ ਜਾਣ ਤੋਂ ਪਾਛੇ ਪਿੱਛੋਂ ਵਿਛੋੜੇ ਦੇ ਵਿੱਚ ਜਿਹੜਾ ਜਿਉਣਾ ਹੈ, ਉਹ ਤਾਂ ਜ਼ਿੰਦਗੀ ਸੰਸਾਰ ਦੇ ਵਿੱਚ ਸਾਡੀ ਧਿਰਕਾਰ ਯੋਗ ਹੀ ਬਣ ਗਈ ਹੈ। ਇਹ ਤਾਂ ਸਾਧ ਸਿੰਘ ਜੀ ਇਤਿਹਾਸ ਦੇ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਸਾਰਿਆਂ ਦੀ ਸਮਝ ਆਵੇ ਐਸਾ ਉਪਦੇਸ਼ ਸੀ। ਹੁਣ ਦੁਬਾਰੇ ਦੱਸਦੇ ਹਨ ਦੂਸਰੇ ਅਰਥ ਵਿੱਚ। ਜਿਸ ਪਿਆਰੇ ਸਨੇਹ, ਮਹਾਰਾਜ ਸਾਹਿਬ ਜੀ ਅਕਾਲ ਪੁਰਖ, ਜਿਸ ਪਿਆਰੇ ਪ੍ਰੀਤਮ ਅਕਾਲ ਪੁਰਖ ਸਿਓ ਨਾਲ ਸਤਿਗੁਰੂ ਮਹਾਰਾਜ ਦੁਆਰਾ ਨੇਹੋ ਪਿਆਰ ਲੱਗਿਆ ਹੋਇਆ ਹੈ, ਸਿਓ ਨਾਲ ਨੇਹੋ ਲੱਗਿਆ ਹੋਇਆ ਹੈ। ਜਿਸ ਆਗੇ ਮਰ ਚੱਲੀਏ, ਜਿਸ ਉਸ ਅਕਾਲ ਪੁਰਖ ਪਰਮੇਸ਼ਰ ਦੀ ਆਗਿਆ ਨਾਮ ਆਗਿਆ ਦਾ ਹੈ। ਆਗਿਆ ਵਿੱਚ ਜੀਵਤ ਭਾਅ ਤੋਂ ਮਰ ਕੇ ਚੱਲੀਏ, ਉਹਦੀ ਆਗਿਆ ਦੇ ਵਿੱਚ ਅਹੰਕ ਨੂੰ ਮਾਰ ਕੇ ਜੀਵਤ ਭਾਅ ਤੋਂ ਮਰ ਕੇ ਚੱਲੀਏ, ਫਿਰ ਸਰੂਪ ਦੀ ਸਿਖਿਆਤਾ ਹੁੰਦੀ ਹੈ। ਤਿਰਗ ਜੀਵਨ ਸੰਸਾਰ, ਤਾਕੇ ਪਾਛੇ, ਤਾਕੇ ਪਾਛੇ ਜੀਵਨ। ਤਾਂ ਤਿਸ ਦੇ ਪਾਛੇ ਪਿੱਛੋਂ ਭਾਵ ਬੇਮੁਖ ਹੋ ਕੇ ਜੋ ਸੰਸਾਰ ਦੀ ਤਰਫ ਜੀਵਣਾ ਨਾ, ਵਾਹਿਗੁਰੂ ਤੋਂ ਬੇਮੁਖ ਹੋ ਕੇ, ਉਹ ਜੀਵਨ ਨੂੰ ਧਿਰਕਾਰ ਹੈ। ਤੇ ਇਸ ਪਰਮੇਸ਼ਰ ਦੀ ਆਗਿਆ ਨੂੰ ਪਾਛੇ ਪਿੱਛੇ ਹਟਾ ਕੇ ਤੇ ਪਿੱਛੇ ਕਰਕੇ ਸੰਸਾਰਾਕਾਰ ਬੇਤੀ ਕਾਰਨ ਜਿਹੜਾ ਜਿਉਣਾ ਹੈ, ਕਾਹਦਾ ਜਿਉਣਾ ਹੈ? ਧਿਰਕਾਰਾਂ ਭਰਿਆ ਹੈ। ਪੌੜੀ, ਹਾਂ ਵੀ ਪੌੜੀ ਉਚਾਰਨ ਕਰਦੇ ਹਨ। ਆਪੇ ਧਰਤੀ ਸਾਜੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਰਾਗ ਦੀ ਬਾਰ ਦੀ ਪੌੜੀਆਂ ਦੇ ਫਰਮਾਨ ਕਰਦੇ ਹੈ, ਹੇ ਪਰਮੇਸ਼ਰ ਵਾਹਿਗੁਰੂ, ਤੁਧ ਤੁਸੀਂ ਆਪ ਹੀ ਇਹ ਧਰਤੀ ਜਿਹੜੀ ਹੈ ਅੰਤਰਜਾਮੀ, ਇਹ ਸਾਜੀ ਹੈ, ਸਾਜਣਾ ਕੀਤੀ ਹੈ। ਵਾਹਿਗੁਰੂ ਤੁਸੀਂ ਬਣਾਈ ਹੈ ਧਰਤੀ, ਕਿਸੇ ਮਨੁੱਖ ਦੀ ਨਹੀਂ ਬਣਾਈ ਹੋਈ। ਚੰਦ ਸੂਰਜ ਦੋਏ ਦੀਵੇ, ਸੰਸਾਰ ਦੇ ਘਰਾਂ ਵਿੱਚ ਜਿਹੜੇ ਦੀਵੇ ਜਗਦੇ ਆ, ਕਿਸੇ ਦੀ ਬੱਤੀ ਗੁੱਲ ਹੋ ਜਾਂਦੀ ਹੈ, ਕਿਸੇ ਦਾ ਤੇਲ ਮੁੱਕ ਜਾਂਦਾ ਹੈ। ਇਹ ਜਿਹੜੇ ਤੁਹਾਡੇ ਦੀਵੇ ਬਣਾਏ, ਚੰਦ ਤੇ ਸੂਰਜ ਦੋਏ, ਦੋ ਦੀਵੇ ਪ੍ਰਕਾਸ਼ ਲਈ ਰੱਖੇ ਹੋਏ ਨੇ, ਚਾਨਣਾ ਕਰਨ ਵਾਸਤੇ। ਰਾਤ ਨੂੰ ਬਾਹਲੀ ਤਿੱਖੇ ਚਾਨਣੇ ਦੀ ਲੋੜ ਨਹੀਂ ਹੁੰਦੀ। ਕਹਿੰਦੇ ਆਖੇ ਰਾਤ ਨੂੰ ਜੀ ਇਹ ਡਿਮ ਲਾਈਟਾਂ ਲਾਈਆਂ, ਨੀਂਦ ਖਰਾਬ ਨਾ ਹੋਵੇ। ਉਹ ਫਿਰ ਰੱਬ ਨੇ ਵੀ ਡਿਮ ਲਾਈਟ ਲਾਤੀ। ਰਾਤ ਨੂੰ ਚੰਦਰਮਾ, ਉਹਦਾ ਮਿੱਠਾ ਮਿੱਠਾ ਚਾਨਣਾ। ਡਿਮ ਲਾਈਟ ਇਸ ਕਰਕੇ ਲਾਈ ਹੁੰਦਾ ਜਦੋਂ ਕਿਤੇ ਕਿਰਿਆ ਕਰਨ ਉੱਠਣਾ ਹੋਵੇ, ਕਿ ਮੂੰਹ ਮੱਥਾ ਨਾ ਫੁੱਟੇ। ਮਹਾਰਾਜ ਨੇ ਇਹ ਚੰਦਰਮਾ ਬਣਾ ਦਿੱਤਾ ਹੈ। ਤੇ ਇਸੇ ਤਰ੍ਹਾਂ ਫਿਰ ਦਿਨ ਦੇ ਵਿੱਚ ਤਿੱਖਾ ਚਾਨਣਾ ਜਿਹੜਾ ਸੂਰਜ ਦਾ ਕਰਤਾ, ਦੋ ਦੀਵੇ ਪ੍ਰਕਾਸ਼ ਰਹੇ। ਇਹਨਾਂ 'ਚ ਕਦੇ ਤੇਲ ਨਹੀਂ ਪਾਉਣਾ ਪਿਆ, ਕਦੇ ਬੱਤੀ ਨਹੀਂ ਪਾਉਣੀ ਪਈ, ਕਿਉਂਕਿ ਇਹ ਤੁਹਾਡੇ ਬਣਾਏ ਹੋਏ ਨੇ, ਪਰਮਾਤਮਾ ਦੇ ਬਣਾਏ ਦੀਵੇ ਹਨ ਜੀ। 10 4 ਹੱਟ ਤੁਧ ਸਾਜਿਆ। ਹੱਟ ਦਾ ਉਚਾਰਨ ਭਾਈ ਹੱਟ ਨਾ ਬਣ ਜਾਏ, ਇਸ ਕਰਕੇ ਹੱਟ ਕਰਨੇ, ਹੱਟੀ ਤੋਂ ਭਾਵ ਹੈ ਕਹਿਣਾ ਫਲਾਣੇ ਬਾਣੀਆਂ ਦੀ ਹੱਟੀ ਆ, ਉੱਥੇ ਇਹ ਤਾਂ ਨਹੀਂ ਕਿ ਫਲਾਣੇ ਬਾਣੀਆਂ ਦੀ ਹੱਟੀ ਹੈ, ਇਸ ਕਰਕੇ ਹੱਟ ਸ਼ਬਦ ਹੈ। 10 4 14 ਲੋਕ, ਜਿਹੜੇ 14 ਲੋਕ ਹੈ ਸਾਧ ਸਿੰਘ ਜੀ, 2-3 ਪੱਤੀਆਂ ਇਹਨਾਂ ਦੀਆਂ। ਇਹ 14 ਤਬਕ ਜਿਹੜੇ ਮੰਨੇ ਆ ਇਸਲਾਮ ਨੇ, ਅਤਲ, ਬਿਤਲ, ਸੁਤਲ, ਰਸਾਤਲ, ਪਤਾਲ, ਮਹਾਤਲ, ਤਲਾਤਲ, ਇਹ ਹੇਠਾਂ ਦੇ 7 ਲੋਕ ਨੇ। ਤੇ ਜਿਹੜੇ ਉੱਪਰ ਦੇ ਨੇ ਭੂਰ, ਮਹਿਰ, ਭੁਵ, ਜਨ, ਤਪ, ਗੋ, ਬ੍ਰਹਮ ਲੋਕ, ਇਹ ਮੰਨੇ ਆ। ਮਹਾਨ ਕੋਸ਼ ਵਾਲਿਆਂ ਨੇ ਥੋੜਾ ਜਿਹਾ ਫਰਕ ਪਾ ਕੇ ਮੰਨਿਆ ਰਹੋ ਵਿਚਾਰ। ਇਹ ਜਿਹੜੇ 14 ਲੋਕ ਹੈ, ਇਹ ਹੱਟਾਂ ਦੁਕਾਨਾਂ ਪਰਮੇਸ਼ਰ ਜੀ ਤੁਧ ਤੁਸੀਂ ਸਾਜੀਆਂ, ਆਪ ਹੀ ਸਾਜਣਾ ਕੀਤੀਆਂ ਨੇ ਤੁਸੀਂ, ਜਿਨ੍ਹਾਂ ਵਿੱਚ ਜਿਹੜੇ ਜੀਵ ਵਸ ਰਹੇ ਹਨ। ਵਪਾਰ ਕਰੀਵੇ, ਇਹਨਾਂ 'ਚ ਜਿਹੜੇ ਜੀਵ ਵਸ ਰਹੇ ਨੇ ਉਹ ਸਾਰੇ ਆਪੋ ਆਪਣੇ ਕਰਮਾਂ ਅਨੁਸਾਰ, ਵਾਸ਼ਨਾ ਅਨੁਸਾਰ, ਪਾਪਾਂ ਤੇ ਪੁੰਨਾਂ ਦਾ ਵਪਾਰ ਕੀ ਵਣਜ ਕਰ ਰਹੇ ਹੈ। ਜਿਨ੍ਹਾਂ 'ਚ ਪਾਪ ਅਤੇ ਪੁੰਨ ਮਿਸ਼ਰਤ ਬਰਾਬਰ ਹੋ ਗਏ, ਉਹ ਮਾਤ ਲੋਕ ਦੇ ਮਨੁੱਖ ਬਣ ਜਾਂਦੇ ਆ। ਜਿਨ੍ਹਾਂ 'ਚ ਪੁੰਨ ਜ਼ਿਆਦਾ ਨੇ ਉਹ ਸਵਰਗ ਵਿੱਚ ਦੇਵਤੇ ਬਣ ਜਾਂਦੇ ਆ। ਜਿਨ੍ਹਾਂ 'ਚ ਪਾਪ ਬਹੁਤੇ ਨੇ, ਜਾਂ ਤਾਂ ਪਤਾਲ ਲੋਕ ਦੇ ਜਾ ਕੇ ਦੈਤ ਬਣ ਜਾਂਦੇ ਆ, ਜਾਂ ਫਿਰ ਟੇਢੀਆਂ ਤ੍ਰਿਗਤ ਜੂਨਾਂ ਵਿੱਚ ਚਲੇ ਜਾਂਦੇ ਨੇ।
ਇਸ ਪ੍ਰਕਾਰ ਵਪਾਰ ਕਰੀਵੇ, ਇਹ ਵਪਾਰ ਜੀਵ ਕਰ ਰਹੇ ਹਨ। ਦੂਸਰਾ ਜੀ ਪੌੜੀ ਤੁਧ ਆਪੇ ਧਰਤੀ ਸਾਜੀਐ। ਇਹ ਪਰਮੇਸ਼ਰ ਤੁਸੀਂ ਆਪ ਹੀ ਦੇਹ ਰੂਪੀ ਧਰਤੀ ਸਾਜੀਏ, ਸਾਜਣਾ ਕੀਤੀ ਹੈ। ਚੰਦ ਸੂਰਜ ਦੋਏ ਦੀਵੇ, ਇਹ ਸੱਜਾ ਨੇਤਰ ਸੂਰਜ ਦੀ ਨਿਆਈ, ਚੰਦਰਮਾ ਦੀ ਨਿਆਈ, ਖੱਬਾ ਨੇਤਰ। ਇੱਕ ਨੇਤਰ ਦੀ ਥੋੜੀ ਜੀ ਨਿਗਾਹ ਘੱਟ ਹੁੰਦੀ ਹੈ, ਇੱਕ ਦੀ ਵੱਧ ਹੁੰਦੀ ਹੈ। ਇਹ ਭੇਦ ਰੱਖੇ ਹੈ। ਇਹ ਸੱਜਾ ਖੱਬਾ ਨੇਤਰ ਤੁਸੀਂ ਮਹਾਰਾਜ ਦੋ ਦੀਵੇ ਨੇ, ਦੀਵਾ ਚਾਨਣਾ ਦਿੰਦਾ ਹੈ, ਇਹ ਨੇਤਰ ਸਾਨੂੰ ਚਾਨਣਾ ਦਿੰਦੇ ਦਿਖਦੇ ਆ। ਇਹ ਦੀਵੇ ਬਣਾਏ ਨੇ ਮਹਾਰਾਜ। 10 4 ਹੱਟ ਤੁਧ ਸਾਜਿਆ। ਇਹ ਦੇਹ ਰੂਪੀ ਧਰਤੀ ਦੇ ਅੰਦਰ 10 ਇੰਦਰੇ 4 ਅੰਤਸ਼ਕਰਨ, 10 ਤੇ 4 14 ਹੋ ਗਏ। 10 4 ਇਹ 14 ਜਿਹੜੀਆਂ ਹੱਟਾਂ ਦੁਕਾਨਾਂ ਤੁਧ ਆਪ ਹੀ ਸਾਜੀਆਂ ਬਣਾਉਣਾ ਕੀਤੀਆਂ ਹਨ। ਵਪਾਰ ਕਰੀਵੇ, ਜੀਵ ਇਹਨਾਂ 14 ਦੁਕਾਨਾਂ ਜਿਹੜੀਆਂ ਦਸੀਆਂ ਨੇ, ਇਹਨਾਂ ਦੇ ਅੰਦਰ 10 ਇੰਦਰੇ ਤੇ 4 ਅੰਤਸ਼ਕਰਨ, ਮਨ ਬੁੱਧ ਚਿੱਤ ਅਹੰਕਾਰ, ਚੰਗੇ ਮੰਦੇ ਕਰਮਾਂ ਰੂਪੀ ਵਪਾਰ ਬਣਜ ਕਰਦੇ ਹਨ। ਤੁਧ ਆਪੇ ਧਰਤੀ ਸਾਜੀਐ। ਹੇ ਪਰਮੇਸ਼ਰ, ਤੁਧ ਤੁਸੀਂ ਆਪ ਹੀ ਗੁਰੂ ਰੂਪ ਹੋ ਕੇ ਸਾਧ ਸੰਗਤ ਰੂਪੀ ਧਰਤੀ ਨੂੰ ਸਾਜਣਾ ਕੀਤਾ। ਇਹ ਧਰਤੀ ਤੁਸੀਂ ਬਣਾਉਣਾ ਕੀਤੀ ਹੈ। ਚੰਦ ਸੂਰਜ ਦੋਏ ਦੀਵੇ, ਜਿਹਦੇ ਚੰਦਰਮਾ ਦੀ ਨਿਆਈ ਬੈਰਾਗ, ਸੂਰਜ ਦੀ ਨਿਆਈ ਵਿਵੇਕ, ਦੋਏ ਦੋ ਦੀਵੇ ਜਗਾ ਦਿੱਤੇ। ਤੂੰ ਆਪ ਹੀ ਬ੍ਰਹਮ ਵਿਦਿਆ ਰੂਪੀ ਧਰਤੀ ਭੂਮਿਕਾ ਸਾਜੀ ਹੈ, ਜਿਹਦੇ ਚ ਚੰਦਰਮਾ ਦੀ ਨਿਆਈ ਪ੍ਰੋਖ ਗਿਆਨ, ਸੂਰਜ ਦੀ ਨਿਆਈ ਅਪਰੋਖ ਗਿਆਨ, ਇਹ ਦੂਵੇ ਜਗਾਉਣਾ ਕੀਤੇ। ਪ੍ਰੋਖ ਗਿਆਨ ਮਾਤਾ ਦੇ ਗਰਭ ਵਿੱਚ ਹੁੰਦਾ ਹੈ, ਜਿਹਦੇ ਦੁਆਰਾ 100 ਜਨਮਾਂ ਤੱਕ ਦਾ ਗਿਆਨ ਹੁੰਦਾ ਹੈ, ਮੈਂ ਕੀ ਕਰਿਆ। ਅਪਰੋਖ ਗਿਆਨ ਤਤ ਬੇਤਿਆਂ ਨੂੰ ਹੁੰਦਾ ਹੈ। ਸੰਸਾਰ ਵਿੱਚ ਜੋ ਕੁਝ ਵਰਤ ਰਿਹਾ ਹੈ ਉਹ ਸਾਰੇ ਦਾ ਗਿਆਨ ਹਸਤਾਮਲਵਤ ਹੋ ਜਾਂਦਾ ਹੈ। ਇਸ ਕਰਕੇ ਬ੍ਰਹਮ ਵਿਦਿਆ ਰੂਪੀ ਧਰਤੀ ਭੂਮਿਕਾ ਤੁਸੀਂ ਆਪ ਹੀ ਮਹਾਰਾਜ ਸਾਜਣਾ ਕੀਤੀ ਹੈ। ਅਤੇ 2 ਦੀਵੇ ਇਹ ਬਖਸ਼ਿਸ਼ ਕੀਤੇ ਹਨ ਜੇ ਜਿਹੜੇ ਗਿਆਨ ਰੂਪੀ ਚੰਦ ਸੂਰਜ। 10 4 ਹੱਟ ਤੁਧ ਸਾਜਿਆ। ਤੇ ਇਸ ਤਰ੍ਹਾਂ ਜਿਹੜੇ ਇਹ 2 ਦੀਵੇ ਸਾਜਣਾ ਕੀਤੇ ਆ। ਤੇ ਅੱਗੇ ਦੱਸਦੇ ਨੇ ਵੀ 10 4 ਹੱਟ ਤੁਧ ਸਾਜਿਆ। 10 4 ਹੱਟ ਤੁਧ ਸਾਜਿਆ। ਹੇ ਪਰਮੇਸ਼ਰ, ਤੁਸੀਂ ਆਪ ਹੀ ਗੁਰਮੁਖ ਜਨਾਂ ਨੂੰ 10 ਇੰਦਰੀਆਂ ਰੂਪੀ ਹੱਟਾਂ ਦਾ ਦਮਨ, ਜਿਹੜਾ ਦਮਨ ਕਰਨਾ ਹੈ, 4 ਅੰਤਸ਼ਕਰਨ ਦਾ ਅਭਿਮਾਨ ਭੇਟਣਾ ਹੈ, ਫਿਰ ਉਹਨਾਂ ਦੇ ਹਿਰਦੇ 'ਚ ਬ੍ਰਹਮ ਗਿਆਨ ਨੂੰ ਜਿਹੜਾ ਸਜਾਉਣਾ ਕੀਤਾ ਹੈ। ਵਪਾਰ ਕਰੀਵੇ, ਇਹ ਗੁਰਮੁਖ ਜਨ ਤਤ ਵੇ ਤੇ ਗਿਆਨ ਦਾ ਹੀ ਵਪਾਰ ਕਰਦੇ ਹਨ ਜੀ। ਇਕਨਾਂ ਨੂੰ ਹਰ ਲਾਭ ਦੇ। ਇਹ ਪਰਮੇਸ਼ਰ ਹਰੀ ਵਾਹਿਗੁਰੂ ਇਕਨਾਂ ਨੂੰ ਆਪ ਹੀ ਆਪਣੀ ਪ੍ਰਾਪਤੀ ਦਾ ਲਾਭ ਨਫਾ ਦੇ ਦਿੰਦਾ ਹੈ। ਜੋ ਗੁਰਮੁਖ ਥੀਵੇ, ਤੇ ਜਿਹੜੇ ਗੁਰਮੁਖ ਸੰਗਤ ਕਰਦੇ ਐ, ਥੀਵੇ ਹੋਏ ਗੁਰਮੁਖ, ਜਿਹੜੇ ਗੁਰਾਂ ਦੀ ਸੰਗਤ ਕਰਕੇ ਗੁਰਮੁਖ ਥੀਵੇ, ਗੁਰਮੁਖ ਹੋ ਗਏ, ਗੁਰੂ ਨੂੰ ਮੁੱਖ ਮੰਨ ਲਿਆ ਜਿਨ੍ਹਾਂ ਨੇ। ਤੇ ਇਸ ਕਰਕੇ ਉਹ ਗੁਰਮੁਖ ਜਿਹਨੇ ਮਨ ਨੂੰ ਮੁੱਖ ਮੰਨਿਆ ਉਹ ਮਨਮੁਖ ਹੋ ਗਏ। ਇਹ ਆਪ ਜੀ ਨੇ ਕਿਰਪਾ ਕੀਤੀ, ਉਹਨੂੰ ਲਾਭ ਦਿੱਤਾ ਹੈ। ਜਿਨ ਜਮ ਕਾਲ ਨਾ ਵਿਆਪਈ, ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਨੂੰ ਜਮ ਕਾਲ ਕਹਿੰਦੇ ਨੇੜੇ ਨਾ ਵਿਆਪੀ ਨਹੀਂ ਲੱਗਦਾ ਹੈ। ਜਿਨ ਸੱਚ ਅੰਮ੍ਰਿਤ ਪੀਵੇ, ਉਹਨਾਂ ਦੇ ਜਮ ਕਾਲ ਨੇੜੇ ਵਿਆਪਣਾ ਕੀ ਲੱਗਣਾ ਭਾਈ, ਜਿਨ੍ਹਾਂ ਨੇ ਆਪ ਹੀ ਸੱਚੇ ਨਾਮ ਰੂਪੀ ਅੰਮ੍ਰਿਤ ਨੂੰ ਪੀਵੇ ਪੀਤਾ ਹੈ। ਉਹ ਆਪ ਛੁੱਟੇ ਪਰਿਵਾਰ ਸਿਓ। ਉਹਨਾਂ ਨੇ ਆਪ ਤਾਂ ਛੁੱਟਣਾ ਹੀ ਸੀ, ਉਹਦਾ ਪਰਿਵਾਰ ਸਿਓ ਸਮੇਤ ਭਾਵ ਜੰਮਣ ਮਰਨ ਦੇ ਬੰਧਨਾਂ ਤੋਂ ਛੁੱਟੇ ਮੁਕਤ ਹੋ ਗਏ ਹਨ। ਜਿਨ ਪਿੱਛੇ ਸਭ ਜਗਤ ਛੁਟੀਵੇ, ਉਹਨਾਂ ਦੇ ਪਿੱਛੇ ਤਾਂ ਸਾਰਾ ਜਗਤ ਛੁਟੀਵੇ, ਛੁਟਕਾਰਾ ਹੋ ਜਾਂਦਾ ਸੰਸਾਰ ਦਾ ਵੇ। ਸ਼ਲੋਕ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਲੋਕ ਜਿਹੜਾ ਨਾ ਪਹਿਲੀ ਪਾਤਸ਼ਾਹ ਕਰਤਾਰਪੁਰ ਸਾਹਿਬ ਹੋਇਆ ਹੈ, ਉੱਥੇ ਮਹਾਰਾਜ ਸਾਹਿਬ ਦੇ ਹਿੰਦੂ ਵਿਦਵਾਨ ਤੇ ਮੁਸਲਮਾਨ ਵਿਦਵਾਨ ਆ ਗਏ। ਇੱਕ ਵਾਰੀ ਗੁਰੂ ਸਾਹਿਬ ਦੇ ਪਾਸ ਆ ਕੇ ਉਹਨਾਂ ਨੇ ਪ੍ਰਸ਼ਨ ਕੀਤਾ ਕਿ ਪ੍ਰਮਾਤਮਾ ਦੀ ਸ਼ਕਤੀ ਕਿਸ ਪ੍ਰਕਾਰ ਵਰਤ ਰਹੀ ਹੈ, ਪ੍ਰਮਾਤਮਾ ਕਿੱਥੇ ਵਸ ਰਿਹਾ ਹੈ, ਅਸਲੀ ਬੰਦਾ ਕੌਣ ਹੈ। 3 ਪ੍ਰਸ਼ਨ ਕੀਤੇ। ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਨੇ ਇਉਂ ਦਿੱਤਾ ਹੈ। ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਨਾਮ ਹੈ ਸ਼ਕਤੀ ਦਾ, ਉਹ ਆਪਣੀ ਸ਼ਕਤੀ ਕਰਕੇ ਸ੍ਰਿਸ਼ਟੀ ਦੇ ਵਿੱਚ ਇਹਨੂੰ ਰਚ ਕੇ ਨਾ, ਕੁਦਰਤ ਕਰਕੇ ਕੀ ਰਚ ਕੇ ਸੋਏ ਉਹ ਪਰਮੇਸ਼ਰ ਇਹਦੇ ਵਿੱਚ ਹੀ ਵਸਿਆ ਹੋਇਆ ਹੈ। ਆਪਣੇ ਕਾਰਜ ਵਿੱਚ ਆਪ ਸਮਾਇਆ, ਇਹਦੇ ਵਿੱਚ ਹੀ ਵਸਿਆ ਸੋਏ ਦੇ ਬਾਰੇ ਬੋਲਦੇ ਜੀ। ਵਸਿਆ ਸੋਏ ਉਹੀ ਪਰਮੇਸ਼ਰੀ ਵਸਿਆ ਹੈ, ਉਹ ਤੋਂ ਬਿਨਾਂ ਉਹਦੀ ਚੇਤਨ ਸੱਤਾ ਵਸੀ ਹੋਈ ਹੈ। ਜਿਵੇਂ ਕੋਈ ਵੀ ਮਸ਼ੀਨਰੀ ਹੈ ਉਹ ਕਦੇ ਆਪਣੇ ਆਪ ਏਕੜ ਨਹੀਂ ਚੱਲਦੀ। ਗੱਡੀ ਹੈ, ਡਰਾਈਵਰ ਤੋਂ ਬਿਨਾਂ ਥੋੜੀ ਚੱਲਦੀ ਹੈ।
ਜੇ ਕਹੀਏ ਰਿਮੋਟ ਨਾਲ ਚੱਲ ਜਾਂਦੇ ਫਿਰ ਵੀ ਤਾਂ ਚਲਾ ਤਾਂ ਬੰਦਾ ਹੀ ਰਿਹਾ ਨਾ, ਚਲਾਉਣ ਵਾਲੀ ਸ਼ਕਤੀ ਤਾਂ ਹੈਗੀ ਨਾ ਕੋਈ। ਸਾਰੀ ਸ੍ਰਿਸ਼ਟੀ ਦੀ ਰਚਨਾ ਸਰੀਰ ਹੈ, ਇੰਦਰੇਨ, ਮਨ, ਪ੍ਰਾਣ, ਬੁੱਧ, ਸੂਖਮ ਅਤੇ ਸਥੂਲ ਸਰੀਰ, ਇਹਦੀ ਘਾੜਤ ਹੈ ਵਾਹਿਗੁਰੂ ਨੇ ਘੜੀ। ਕਹਿੰਦੇ ਜਿਸ ਵੇਲੇ ਸਾਰਾ ਕੁਝ ਬਣਾਤਾ ਨਾ, ਐਸਾ ਵੀ ਅਖਿਆਨ ਹੈ। ਕਹਿੰਦੇ ਦੇਹ ਚੱਲ ਹੀ ਨਾ ਸਕੀ। ਉਸ ਵੇਲੇ ਪਰਮੇਸ਼ਰ ਨੇ ਸੋਚਿਆ ਵੀ ਮੇਰੇ ਤੋਂ ਬਿਨਾਂ ਤਾਂ ਇਹ ਕੰਮ ਚੱਲਣਾ ਨਹੀਂ। ਮੋਕਸ਼ ਪੰਥ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ 10ਵੇਂ ਦੁਆਰ ਨੂੰ ਭੰਨ ਕੇ ਝਾਟੀ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਿਆ ਪਰਮੇਸ਼ਰ। 10ਵੇਂ ਗੁਪਤ ਰਖੀਜਾ ਉਹਦੇ ਵਿੱਚ ਗੁਪਤ ਹੋ ਕੇ ਰਿਹਾ। ਜਦੋਂ ਬੱਚਾ ਜਨਮ ਲੈਂਦਾ, ਤਾਲੂਆ ਜਿਹੜਾ ਬੜਾ ਪਤਲਾ ਜਿਹਾ ਹੁੰਦਾ ਹੈ, ਟਸ ਟਸ ਕਰਦਾ ਹੁੰਦਾ, ਜਿਵੇਂ ਚਿੜੀ ਦਾ ਬੱਚਾ ਹੈ ਨਾ, ਉਹਦੀ ਜੀਭ ਹਿੱਲਦੀ ਹੈ। ਇਸ ਤਰ੍ਹਾਂ ਸਰੀਰ ਨੂੰ ਚਲਾਉਣ ਦੇ ਲਈ ਆਪ ਇਹ ਅੰਦਰ ਚੇਤਨ ਸੱਤਾ ਰੂਪ ਹੋ ਕੇ ਇਹ ਸਰੀਰ ਨੂੰ ਆਪ ਚਲਾ ਰਿਹਾ ਹੈ। ਇਹ ਸਾਡਾ ਹੰਕਾਰ ਹੈ ਵੀ ਅਸੀਂ ਚਲਾ ਰਹੇ ਹਾਂ, ਨਾ ਨਾ, ਵਾਹਿਗੁਰੂ ਚਲਾ ਰਿਹਾ ਸਰੀਰ ਨੂੰ। ਵਕਤ ਵਿਚਾਰੇ ਸੋ ਬੰਦਾ ਹੋਏ। ਪਰਮੇਸ਼ਰ ਦੇ ਮਿਲਣ ਦਾ ਵਕਤ ਸਮਾਂ ਕੇ ਮਨੁੱਖਾ ਸਰੀਰ ਹੈ, ਇਹ ਵਿਚਾਰ ਲਵੇ ਫੇਰ ਹੈ ਬੰਦਾ, ਉਹੀ ਬੰਦਾ ਹੈ। ਤੇ ਇਸ ਕਰਕੇ ਜਿਵੇਂ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਇੰਦ ਮਿਲਣ ਕੇ ਇਹ ਤੇਰੀ ਬਰੀਆ, ਐ ਸਮਝ ਲਿਆ ਜਿਨ੍ਹਾਂ ਨੇ। ਜੋ ਵਕਤ ਨੂੰ ਨਾ ਵਿਚਾਰਨਾ ਉਹ ਬੰਦਿਆਂ ਦੀ ਗਿਣਤੀ 'ਚ ਨਹੀਂ ਹੈ, ਫਿਰ ਉਹ ਤਾਂ ਪਸ਼ੂਆਂ ਦੀ ਗਿਣਤੀ 'ਚ ਚਲਿਆ ਗਿਆ। ਇਸ ਪ੍ਰਕਾਰ ਪਰਮੇਸ਼ਰ ਦੇ ਮਿਲਣ ਦਾ ਵਕਤ ਸਮਾਂ ਮਨੁੱਖਾ ਸਰੀਰ ਮਿਲਿਆ। ਕਾਮ ਕ੍ਰੋਧ ਆਦ ਇਹ ਤਾਂ ਇਹਦੇ 'ਚ ਵਰਤਣਾ ਤਾਂ ਪਸ਼ੂ ਵੀ ਵਰਤਨੇ ਦੇ ਜੀ। ਪਸ਼ੂਆਂ ਵਾਲੇ ਸੁਭਾਅ 'ਚ ਮਨੁੱਖ ਵਰਤ ਰਿਹਾ ਹੈ। ਕਰਤੂਤ ਪਸ਼ੂ ਕੀ ਮਾਨਸਿਆਤ, ਉਹ ਤਾਂ ਬਾਕੀ ਦੀਆਂ ਬਥੇਰੀਆਂ ਜੂਨਾਂ ਨੂੰ ਉਹਨਾਂ ਨੂੰ ਭੋਗ ਕੇ ਤੇ ਉਹੇ ਜਿਹੇ ਭੋਗ ਮਨੁੱਖ ਜੋ ਜਨਮ ਦੇ ਵਿੱਚ ਆ ਕੇ ਭੋਗ ਰਿਹਾ, ਫਿਰ ਕਿੰਨੀ ਕੁ ਤਰੱਕੀ ਹੈ। ਤੇ ਹੁਣ ਫਿਰ ਜਿਹੜਾ ਵਕਤ ਸਮਾਂ ਬੰਦਗੀ ਕਰਨ ਦਾ ਮਿਲਿਆ, ਜੋ ਸਮੇਂ ਦੀ ਵਿਚਾਰ ਕਰਕੇ ਬੰਦਗੀ ਕਰੇ ਸੋ ਬੰਦਾ ਹੋਏ। ਬੰਦੇ ਬੰਦਗੀ ਇੱਕ ਤਿਆਰ, ਬੰਦਾ ਸੋ ਜੋ ਬੰਦਗੀ ਕਹੇ, ਜਿਹੜਾ ਬੰਦਾ ਹੀ ਉਹ ਹੈ ਜਿਹੜਾ ਬੰਦਗੀ ਕਰੇ। ਜੇ ਕੁਦਰਤ ਹੈ ਕੀਮਤ ਨਹੀਂ ਪਾਏ। ਪਰਮੇਸ਼ਰ ਦੀ ਕੁਦਰਤ ਸ਼ਕਤੀ ਤਾਂ ਜ਼ਰੂਰ ਹੈ, ਪਰ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਇਸ ਕਰਕੇ ਪਰ ਜਦੋਂ ਫਿਰ ਪਰਮੇਸ਼ਰ ਆਪ ਹੀ ਬੇਕੀਮਤ ਹੈ, ਉਹਦੀ ਕੁਦਰਤ ਵੀ ਬੇਕੀਮਤ ਹੈ, ਦੋਨੇ ਅਚਰਜ ਨੇ। ਇਹਦੀ ਬਾਬਤ ਕੋਈ ਅੱਖਰ ਨਹੀਂ ਕਹੇ ਜਾ ਸਕਦੇ। ਅੱਖਰ ਨਹੀਂ ਪਾਏ ਕਿਸੇ ਨੇ ਅੱਜ ਤੱਕ ਜਿਹੜੇ ਕੀਮਤੀ ਦੇ ਅੱਖਰ ਕਹਿ ਦੇਵੇ, ਨਹੀਂ ਪਾਏ। ਉਹ ਗਿਆਨ ਹੀ ਨਹੀਂ ਕਿਸੇ ਨੇ ਪਾਇਆ ਜਿਹੜੇ ਗਿਆਨ ਦੁਆਰਾ ਦੱਸ ਦੇਵੇ ਵੀ ਇਉਂ ਹੈ, ਉਹਦੀ ਕੁਦਰਤ ਐਸੀ ਹੈ। ਇਹ ਅਗਿਆਨ ਦੇ ਵਿੱਚ ਕੁਦਰਤ ਦੀਆਂ ਗੱਲਾਂ ਕਰਨ ਵਾਲੇ ਸੰਸਾਰ ਦੇ ਅਗਿਆਨੀ ਲੋਕ ਪੈਦਾ ਹੋ ਗਏ, ਜਿਹੜੇ ਕਹਿੰਦੇ ਰੱਬ ਹੈ ਨਹੀਂ, ਕੁਦਰਤੀ ਹੈ ਸਭ ਕੁਝ। ਉਹ ਅਗਿਆਨਪਣਾ ਹੈ ਸਾਧ ਸੰਗਤ ਜੀ। ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਜਿਹੜੇ ਤਤਵੇ ਤੇ ਮਹਾਪੁਰਸ਼ ਨੇ ਕਹਿੰਦੇ ਜੀ ਉਹ ਵੀ ਨਹੀਂ ਪਾ ਸਕਦੇ। ਕਹਿੰਦੇ ਨਹੀਂ, ਉਹ ਤਾਂ ਪ੍ਰਾਪਤ ਤਾਂ ਕਰ ਲੈਂਦੇ ਆ, ਉਹ ਪ੍ਰਾਪਤੀ ਦੀ ਕੀਮਤ ਤਾਂ ਪਾ ਲੈਣੀ ਕੀਤੀ ਆ, ਇਹੀ ਕੀਮਤ ਹੈ ਉਹਦੀ, ਜਿਹੜੀ ਪ੍ਰਾਪਤੀ ਹੋ ਗਈ। ਇਹ ਤਾਂ ਉਹਨਾਂ ਦੇ ਕੋਲੋਂ। ਪਰ ਇੱਕ ਬਾਤ ਹੈ, ਉਹ ਪ੍ਰਾਪਤ ਕਰਕੇ ਤਾਂ ਵੀ ਉਹਨਾਂ ਦੇ ਕੋਲੋਂ ਪ੍ਰਭੂ ਦੀ ਕੀਮਤ ਕਹੀ ਕਥਨ ਨਹੀਂ ਕੀਤੀ ਜਾ ਸਕਦੀ। ਉਹਦੇ ਨਾਮ ਦੀ ਕੀਮਤ ਨਹੀਂ ਕਹੀ ਜਾ ਸਕਦੀ। ਸਾਈਂ ਨਾਮ ਅਮੋਲ ਕਿਹਾ, ਪਿੱਛੇ ਸੁਣਿਆ ਆਪ ਜੀ ਨੇ। ਜਦੋਂ ਕੀਮਤ ਪਾ ਲਈ ਤਤ ਵੇ ਤੇ ਕਿਹੜੀ ਕੀਮਤ ਪਾ ਲਈ? ਕੀਮਤ ਇਉਂ ਪਾਉਂਦੀ ਹੈ ਕਿ ਤਤ ਵੇ ਤੇ ਮਿਥਿਆ ਕਰਕੇ ਨਿਸ਼ਚੈ ਕਰ ਲੈਂਦੇ ਨੇ ਸੰਸਾਰ ਨੂੰ। ਸੰਸਾਰ ਮਿਥਿਆ ਹੈ, ਕਹੀ ਨਾ ਜਾਏ। ਫਿਰ ਉਹ ਕਹਿਣ ਵਿੱਚ ਨਹੀਂ ਆ ਸਕਦੀ, ਭਾਵ ਚੁੱਪੀ ਹੋਣਾ ਪੈਂਦਾ। ਪਰਮੇਸ਼ਰ ਦੇ ਸਰੂਪ ਨੂੰ ਕਿਹਾ ਜਾ ਸਕਦਾ ਹੈ। ਪਰਮੇਸ਼ਰ ਦਾ ਜਿਹੜਾ ਸਰੂਪ ਹੈ ਉਹ ਕਿਹਾ ਨਹੀਂ ਜਾ ਸਕਦਾ। ਅਗਿਆਨੀ ਕਹਿੰਦੇ ਕਿਹਾ ਜਾ ਸਕਦਾ ਹੈ, ਤਤਵੇ ਤੇ ਕਹਿੰਦੇ ਕਿਹਾ ਨਹੀਂ ਜਾ ਸਕਦਾ। ਉਹ ਨਿਸ਼ਚੈ ਕਰਕੇ ਵੱਖਰਾ ਨਹੀਂ ਕਿਹਾ ਜਾ ਸਕਦਾ। ਜਦੋਂ ਕੀਮਤ ਪਾਈ ਜਾਂਦੀ ਹੈ ਤਾਂ ਹੋਰ ਰੂਪ ਕਰਕੇ ਕਹੀ ਨਹੀਂ ਜਾ ਸਕਦੀ। ਪਰਮੇਸ਼ਰ ਦੀ ਐਸੀ ਬੇਅੰਤ ਰਚਨਾ ਹੈ, ਜਦੋਂ ਜੀਵ ਮਿਥਿਆ ਨਿਸ਼ਚੈ ਰੂਪ ਕੀਮਤ ਪਾ ਲੈਂਦਾ ਹੈ ਤਾਂ ਫਿਰ ਕੀ ਹੁੰਦਾ ਹੈ? ਕਿਤੇ ਜੂਨਾਂ ਵਿੱਚ ਕਹੀਂ ਕਿਸੇ ਥਾਂ ਤੇ ਨਾ ਜਾਏ, ਕਿਸੇ ਜੂਨਾਂ ਵਿੱਚ ਨਹੀਂ ਜਾਂਦਾ। ਫਿਰ ਉਹਦੇ ਪ੍ਰਾਣ ਫਿਰ ਕਿਸੇ ਹੋਰ ਥਾਂ ਤੇ ਗਮਨ ਨਹੀਂ ਕਰਦੇ। ਤੇ ਇਸ ਕਰਕੇ ਐਸਾ ਪਰਮੇਸ਼ਰ ਪਾਤਸ਼ਾਹ ਮੁਸਲਮਾਨ ਵਿਦਵਾਨ ਕਹਿਣ ਲੱਗਾ ਕਿ ਸਾਡੇ ਸ਼ਰੀਅਤ ਲੋਕ ਸ਼ਰਅ ਦੀਆਂ ਕਿਤਾਬਾਂ ਦੇ ਅਨੁਸਾਰ ਨਿਰਣਾ ਕਰਦੇ ਹੈ, ਤਾਂ ਹਜ਼ੂਰ ਮਹਾਰਾਜ ਸਾਹਿਬ ਜੀ ਫਿਰ ਉਹਨੂੰ ਮੁਸਲਮਾਨ ਨੂੰ ਕਹਿੰਦੇ ਨੇ ਸਰੈ ਸ਼ਰੀਅਤ ਕਰਹਿ ਵਿਚਾਰ। ਸਰੈ ਸ਼ਰੀਅਤ, ਇਹਨੂੰ ਐੜਾ ਵੀ ਪੂਰਾ ਜਾਵੇ ਤੇ ਰਾਰੇ ਦੀ ਬਿਹਾਰੀ ਵੀ ਪੂਰੀ ਹੋਈ। ਤੇ ਸਰੈ ਇਹ ਭਾਈ ਪੈਗੰਬਰਾਂ ਦੀ ਸ਼ਰੀਅਤ ਕਰਮਕਾਂਡ ਦਾ ਤਰੀਕਾ, ਉਹ ਸਰੈ ਰਸਤੇ ਵਿੱਚ ਚੱਲਣ ਵਾਲੇ ਜਿਹੜੇ ਸਰ੍ਹਾ ਦੀਆਂ ਵਿਚਾਰਾਂ ਕਰਹਿ ਕਰਦੇ ਹਨ, ਕਰਹਿ ਵਿਚਾਰ। ਸਰ੍ਹਾ ਸ਼ਰੀਅਤ ਇਹਨਾਂ ਕਿਤਾਬਾਂ ਨੂੰ ਪੜ੍ਹਦੇ ਆ, ਅਨੇਕਾਂ ਪ੍ਰਕਾਰ ਦੇ ਨਿਰਣੇ ਕਰਦੇ ਨੇ। ਬਿਨ ਬੂਝੇ ਕੈਸੇ ਪਾਵਹਿ ਪਾਰ। ਤੇ ਭਾਈ ਕਿਤਾਬਾਂ ਦਾ ਪੜ੍ਹ ਲੀਆਂ
ਜਿੰਨਾ ਚਿਰ ਖੁਦਾ ਨੂੰ ਅਤੇ ਖੁਦਾ ਦੇ ਗਿਆਨ ਨੂੰ ਬੁੱਝੇ ਸਮਝਿਆ ਹੀ ਨਹੀਂ, ਜੇ ਸਮਝ ਨਹੀਂ ਲੈਂਦੇ ਜਿੰਨਾ ਚਿਰ, ਉਨਾ ਚਿਰ ਕੈਸੇ ਕਿਵੇਂ ਸੰਸਾਰ ਤੋਂ ਪਾਰ, ਕੈਸੇ ਪਾਵੈ ਪਾਰ, ਕਿਵੇਂ ਪਾਰ ਹੋਣਗੇ, ਭਾਵ ਨਹੀਂ ਪਾਰ ਲੰਘ ਸਕਦੇ। ਗੁਰੂ ਤੋਂ ਪੁੱਛੇ ਬਗੈਰ ਸਰਾ ਕਰਕੇ ਪਰਮੇਸ਼ਰ ਦੇ ਪਾਰਾਵਾਰ ਨੂੰ ਕਿਵੇਂ ਪਾ ਸਕਦੇ, ਭਾਵ ਨਹੀਂ ਪਾ ਸਕਦੇ। ਫਿਰ ਉਹਨਾਂ ਨੇ ਸਵਾਲ ਕੀਤਾ, ਅਸੀਂ ਹਮੇਸ਼ਾ ਖੁਦਾ ਦੇ ਚਰਨਾਂ ਵਿੱਚ ਸਿਜਦੇ ਕਰਦੇ ਹਾਂ, ਨਮਸਕਾਰ ਨੂੰ ਸਿਜਦਾ ਕਹਿੰਦੇ ਆ, ਤੇ ਤਾਂ ਕਿ ਇਹਦੇ ਨਾਲ ਪਾਰ ਨਹੀਂ ਹੋਈਦਾ। ਸਾਡੇ ਤਾਂ ਲਿਖਿਆ ਵੀ ਜਿਹੜਾ ਸਿਜਦਾ ਕਰਦਾ ਖੁਦਾ ਨੂੰ, ਖੁਦਾ ਪਾਰ ਲੰਘਾਉਂਦਾ ਉਹਨਾਂ ਨੂੰ। ਮਹਾਰਾਜ ਉੱਤਰ ਦੇ ਵਿੱਚ ਕਹਿੰਦੇ ਹਨ, ਸਿਦਕ ਕਰ ਸਜਦਾ ਮਨ ਕਰ ਮਕਸੂਦ। ਕਹਿੰਦੇ ਭਾਈ ਸਜਦੇ ਤਾਂ ਕਰਨਾ ਚਾਹੀਦਾ, ਪਰ ਕਿਹੜਾ ਸਿਦਕਾ? ਸਿਦਕ ਭਰੋਸਾ ਕਰਨ ਰੂਪੀ ਖੁਦਾ ਨੂੰ ਸਿਜਦਾ ਕਰੋ, ਇਹ ਹੈ ਪ੍ਰਵਾਨ। ਸਿਦਕ ਕਰ ਸਜਦਾ, ਦੁਬਾਰੇ ਬੋਲੋ ਜੀ। ਸਿਦਕ ਕਰ ਸਜਦਾ ਮਨ ਕਰ ਮਕਸੂਦ। ਇਹ ਭਰੋਸਾ ਜਿਹੜਾ ਵਿਸ਼ਵਾਸ ਕਰਨਾ ਹੈ ਖੁਦਾ ਦੇ ਉੱਤੇ, ਇਹ ਕਰ ਸਜਦਾ। ਮਨ ਨੂੰ ਪਰਮੇਸ਼ਰ ਦੇ ਨਾਮ, ਮਕਸੂਦ ਨਾਮ ਲਾਭ ਦਾ ਹੈ, ਲਾਭ ਲੈਣ ਵਾਲਾ ਬਣਾ ਲੈ। ਕਰ ਕਰੋ। ਜੇਕਰ ਮਨ ਅੰਦਰੋਂ ਜੁੜਿਆ ਨਹੀਂ ਤਾਂ ਡੰਡੇ ਬੱਤ ਪੈ ਕੇ ਨਮਸਕਾਰ ਕਰਨੀ ਵੀ ਕਿਵੇਂ ਪ੍ਰਵਾਨ ਹੋ ਜਾਊਗੀ? ਪਹਿਲਵਾਨ ਸੈਂਕੜੇ ਡੰਡ ਬੈਠਕਾਂ ਰੋਜ਼ ਕੱਢ ਦਿੰਦੇ ਨੇ, ਐਕੜ ਨਹੀਂ ਹੈ ਇਹਦੇ ਵਿੱਚ ਜਿੰਨੀ ਦੇਰ ਤੱਕ ਤੇ ਮਨ ਜਿਹੜਾ ਮਨ ਨਾਲ ਸਿੱਧਾ ਹੋਵੇ। ਹੁਣ ਸੁਲਤਾਨਪੁਰ ਮਹਾਰਾਜ ਸਾਹਿਬ ਜੀ ਨੇ ਉੱਥੇ ਨਵਾਬ ਦੌਲਤ ਖਾਂ ਜਿਹੜਾ ਉਹ ਨਾਲੇ ਸਜਦੇ ਕਰਦਾ ਸੀ, ਕਾਬਲ ਕੰਧਾਰ ਘੋੜੇ ਖਰੀਦਦਾ ਸੀ। ਮਹਾਰਾਜ ਨੇ ਪਕੜ ਲਿਆ, ਕਹਿੰਦੇ ਤੂੰ ਇੱਥੇ ਨਵਾਜ਼ ਕਰਦਾ, ਘੋੜੇ ਖਰੀਦਦਾ ਫਿਰਦਾ, ਤੂੰ ਤਾਂ ਕਾਹਦਾ ਸਜਦਾ ਹੈ? ਕਾਜੀ ਕਹਿੰਦਾ ਮੇਰੇ ਨਾਲ ਕਰ ਲੈਂਦੇ ਨਵਾਜ਼। ਕਹਿੰਦੇ ਤੂੰ ਉੱਥੇ ਘੋੜੀ ਦੇ ਵਿਸ਼ੇਰੇ ਫਿਰਦਾ ਸੀ ਵੀ ਕਿਤੇ ਟੋਏ 'ਚ ਡਿੱਗ ਕੇ ਮਰ ਨਾ ਜਾਵੇ, ਖੂਹੀ ਹੈ ਨੇੜੇ ਜਾਂ ਟੋਆ ਹੈ। ਸੀਸ ਨਵਾਏ ਕਿਹਾ ਥਿਆ ਜਿਹੜੇ ਕੋ ਸੁੱਧਾ ਜਾਏ। ਇਹ ਸਾਧ ਸਿੰਘ ਜੀ ਜਿਹੜੇ ਗੁਰਮੁਖ ਜਨ, ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ, ਉਹ ਸਾਧ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਇੰਨੀ ਸ਼ਰਧਾ ਵੱਜ ਗਈ ਨਾ, ਕੋਈ ਕਹਿਣ ਸੁਣਨ ਦੀ ਬਾਤ ਹੀ ਨਾ। ਬਰਾਗ ਬਹੁਤ ਸੀ, ਫੌਜ ਦੇ ਵਿੱਚ ਰਹਿੰਦੇ ਸੀ, ਫੌਜ ਦੀ ਨੌਕਰੀ ਕਰਦੇ, ਤੇ ਉਹ ਜਿਸ ਵੇਲੇ ਨਿਤਾ ਪ੍ਰਤੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਮਸਕਾਰ ਕਰਨ, 10 ਸਰੂਪਾਂ ਦਾ ਹਾਜ਼ਰ ਰੂਪ ਜਾਣ ਕੇ ਮੱਥਾ ਟੇਕਦੇ ਬਹੁਤ ਭਾਵਨਾ 'ਚ। 28 ਦਿਨ ਲਗਾਤਾਰ ਇੱਕੋ ਹੀ ਭਰੋਸਾ ਅਖੰਡ 28 ਦਿਨ ਚੱਲਦਾ ਰਿਹਾ। 28ਵੇਂ ਦਿਨ ਉਹ ਮਹਾਂਪੁਰਸ਼ ਸਾਧ ਸਿੰਘ ਜੀ, ਉਹਨਾਂ ਦੇ ਰਸਨਾ ਤੋਂ ਇਹ ਬਚਨ ਹੋਇਆ, ਕਹਿੰਦੇ 10 ਗੁਰੂ ਸਾਹਿਬਾਨਾਂ ਦੇ ਕਹਿੰਦੇ ਸਾਨੂੰ ਦਰਸ਼ਨ ਹੋਏ, ਚਰਨ ਸਾਨੂੰ ਅਸੀਂ ਪਰਸੇ, ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਹੋ ਗਏ। ਉਹ ਚਰਨ ਆਉਣ ਲੱਗ ਗਏ, ਕਹਿੰਦੇ ਹੁਣ ਇੰਨਾ ਭਰੋਸਾ ਵੱਜ ਗਿਆ, ਸਾਡਾ ਮਨ ਗੁਰੂ ਗ੍ਰੰਥ ਸਾਹਿਬ ਦੇ ਅਡੋਲ ਹੋ ਗਿਆ, ਧਿਆਨ ਦੇ ਵਿੱਚ ਜੁੜ ਗਿਆ। ਹੁਣ ਜਿਹੜਾ ਸਿਦਕ ਭਰੋਸਾ ਕਰਦੇ ਆ ਤੇ ਉਹਨਾਂ ਦੀ ਬਾਤ ਹੈ ਨਾ, ਨਮਸਕਾਰ ਹੋਈ ਨਾ ਪ੍ਰਵਾਨ ਸੰਤ ਬਾਬਾ ਮੱਘਰ ਸਿੰਘ ਦੀ। ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹਾਂ ਦੀ ਜੋਤ ਸੀਸ ਨਿਵਾਉਣ ਦੇ ਨਾਲ ਭਰੋਸਾ ਚਾਹੀਦਾ ਹੈ। ਮਨ ਨੂੰ ਤਾਂ ਮਕਸੂਦ ਲਾਭ ਤਾਂ ਮਿਲੂਗਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ। ਇਹ ਇਕੱਲੇ ਮੁਸਲਮਾਨਾਂ ਦੀ ਗੱਲ ਨਹੀਂ, ਸਾਡੀ ਵੀ ਗੱਲ ਹੈ। ਸੋ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਵਪਾਰ ਸਮਝਿਆ ਹੈ ਤੇ ਉਹਨਾਂ ਨੂੰ ਕੀ ਭਰੋਸਾ ਹੋਣਾ ਹੈ? ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਇਸ ਤਰ੍ਹਾਂ ਇਹ ਹੋ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੇ ਗਾਇਬ ਹੋ ਗਏ। ਗੁਰੂ ਉਹ ਵੀ ਇੱਕ ਉਹ ਸੰਸਥਾਵਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਿਉਂ ਇਸ ਤਰ੍ਹਾਂ ਹੋ ਰਿਹਾ ਹੈ? ਕਿਤੇ ਨਾ ਕਿਤੇ ਪੰਥ ਖਾਲਸਾ ਅੱਜ ਜੇ ਅਸੀਂ ਧੱਕੇ ਖਾ ਰਹੇ ਹਾਂ, ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਕਿਤੇ ਨਾ ਕਿਤੇ ਅਸੀਂ ਕਮਜ਼ੋਰ ਹੋ ਗਏ ਹਾਂ। ਵਪਾਰ ਬਣ ਗਏ ਨੇ, ਥਾਂ ਥਾਈਂ ਆਪਣੀਆਂ ਦੁਕਾਨਾਂ ਚਲਾਉਣ ਦੀ ਉਹ ਗੱਲ ਹੋ ਗਈ ਹੈ, ਜਥੇਬੰਦੀਆਂ ਨੂੰ ਆਪਣੀ ਹੰਗਤਾ ਚਲਾਉਣ ਦੀ ਗੱਲ ਹੋ ਗਈ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸੰਸਕਾਰ ਪਾਏ ਕਿਤੇ ਮੱਧਮ ਪੈ ਗਏ। ਜਿਨ੍ਹਾਂ ਦੇ ਹੈ ਉਹਨਾਂ ਦਾ ਧੰਨਵਾਦ ਹੈ। ਸੰਤ ਬਾਬਾ ਮੱਘਰ ਸਿੰਘ ਜੀ ਵਰਗੇ। ਹਾਂਜੀ, ਜੇ ਤਿਰ ਦੇਖਾ ਤੇ ਤਿਰ ਮੌਜੂਦ। ਤੇਰਾ ਨਾਮ ਪਾਸੇ ਦਾ ਹੈ, ਤਰਫ ਦਾ ਹੈ। ਫਿਰ ਅਵਸਥਾ ਇਹ ਹੋ ਜਾਂਦੀ ਹੈ ਜਿੱਥੇ ਵੀ ਦੇਖੋ ਪਰਮੇਸ਼ਰ ਉੱਥੇ ਮੌਜੂਦ, ਉੱਥੇ ਹੀ ਹਾਜ਼ਰ ਦਿਖੂਗਾ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਉਹ ਸਾਰੀ ਜਗ੍ਹਾ ਪਰਮੇਸ਼ਰ ਵਾਹਿਗੁਰੂ ਨੂੰ ਦੇਖੂਗਾ, ਦੂਸਰਾ ਨਹੀਂ ਦਿਖੂਗਾ। ਫਿਰ ਉਸ ਨੂੰ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਹਨ ਸ਼ਬਦ ਦੁਆਰਾ ਜੀ। ਗੁਰ ਸਭਾ ਏਵ ਨਾ ਪਾਈਐ। ਜਿੱਥੇ ਗੁਰੂ ਸਾਹਿਬ ਆਪ ਹਾਜ਼ਰ ਹੋਣ ਨਾ, ਉੱਥੇ ਜਿਹੜੀ ਇਕੱਤਰਤਾ ਹੈ ਉਹਨੂੰ ਗੁਰ ਸਭਾ ਕਹਿੰਦੇ ਹੈ, ਗੁਰੂ ਦੀ ਸਭਾ ਹੈ। ਅੱਜ ਜਿੱਥੇ ਲੋਕ ਚੁਣੇ ਹੋਏ ਲੋਕਾਂ ਦੇ ਇਕੱਠੇ, ਉਹਨੂੰ ਲੋਕ ਸਭਾ, ਲੋਕਾਂ ਦੀ ਸਭਾ ਹੈ। ਇਹ ਵਿਧਾਨ ਬੰਨਣ ਵਾਲੇ ਆਖੇ ਵਿਧਾਨ ਸਭਾ ਹੈ, ਇਹ ਰਾਜ ਸਭਾ ਹੈ, ਰਾਜ ਕਰਨੇ। ਪਰ ਗੁਰੂ ਦੀ ਸਭਾ ਜਿੱਥੇ ਗੁਰੂ ਆਪ ਹਾਜ਼ਰ ਹੈ। ਆ ਹੁਣ ਗੁਰੂ ਦੀ ਸਭਾ, ਗੁਰੂ ਗ੍ਰੰਥ ਸਾਹਿਬ ਹਾਜ਼ਰ ਹੈ। ਕਿ ਹੁਣ ਮਹਾਰਾਜ ਸਾਹਿਬ ਜੀ ਦੱਸਦੇ ਗੁਰਸਭਾ ਬੋਲਿਓ ਜੀ। ਗੁਰਸਭਾ ਏਵ ਨਾ ਪਾਈਐ। ਤੇ ਗੁਰੂ ਦੀ ਸੇਵਾ ਪ੍ਰੇਮ ਦੇ ਸਹਿਤ ਪ੍ਰਾਪਤ ਹੋਣ ਵਾਲੀ ਹੈ। ਇਹ ਇਸ ਤੋਂ ਬਿਨਾ
ਪ੍ਰੇਮ ਤੋਂ ਬਿਨਾਂ ਨਾ ਪਾਈ ਹੈ, ਨਹੀਂ ਪਾ ਜਾ ਸਕਦੀ, ਚਾਹੇ ਸਭਾ ਦੇ ਵਿੱਚੇ ਬੈਠਾ ਹੋਵੇ, ਸਰੀਰ ਤੌਰ ਤੇ ਭਾਵੇਂ ਨਜ਼ਦੀਕ ਬੈਠਾ ਹੋਵੇ, ਨਾ ਨੇੜੇ ਨਾ ਦੂਰ, ਨਾ ਸਰੀਰ ਦੇ ਨੇੜੇ ਹੋਣ ਕਰਕੇ, ਨਜ਼ਦੀਕ ਹੋਣ ਕਰਕੇ, ਨਾ ਦੂਰ ਰਹਿਣ ਕਰਕੇ, ਇਹ ਇੱਕੋ ਨਹੀਂ ਪਾਈ ਜਾ ਸਕਦੀ। ਗੁਰੂ ਸਾਹਿਬ ਦੀ ਸਭਾ ਸਿਧਾਂਤ ਗਿਆਨ ਪ੍ਰੇਮ ਏਵ ਇਸ ਤਰ੍ਹਾਂ ਪਾਈਦਾ ਹੈ, ਨਾ ਹੀ ਸਰੀਰ ਦੇ ਨੇੜੇ ਰਹਿਣ ਕਰਕੇ ਤੇ ਨਾ ਹੀ ਦੂਰ ਰਹਿਣ ਕਰਕੇ ਪਾਈਦਾ, ਬਲਕਿ ਗੁਰੂ ਦੀ ਆਗਿਆ ਪਾਲਣ ਕਰਕੇ ਪਾਈਦਾ। ਤੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 11 ਪ੍ਰਕਾਰ ਦੀ ਸਭਾ ਦਾ ਜ਼ਿਕਰ ਅੱਗੇ ਸਾਧ ਸਿੰਘ ਜੀ ਜਿੱਥੇ ਸਿੱਧਾ ਨਾਲ ਗੋਸ਼ਟ ਆਏਗੀ, ਸਿੱਧ ਸਭਾ ਕਰ ਆਸਣ ਵਿੱਚ, ਉੱਥੇ ਖੁੱਲ ਜਾਊਗੀ ਸਾਰੀ ਗੱਲ। ਇਹ 11 ਪ੍ਰਕਾਰ ਦੀ ਸਭਾ ਤੋਂ ਇਲਾਵਾ ਇਹ 11 ਪ੍ਰਕਾਰ ਦੀ ਸਭਾ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਤੋਂ ਇਲਾਵਾ ਭਾਈ ਗੁਰਦਾਸ ਨੇ 2 ਪ੍ਰਕਾਰ ਦੀ ਹੋਰ ਸਭਾ ਵੀ ਮੰਨੀ ਹੈ। ਇਹ ਤੋਂ ਬਿਨਾਂ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਨਾਂ 13 ਤੋਂ ਇਲਾਵਾ ਸ੍ਰੀ ਦਸਮ ਗ੍ਰੰਥ 6 ਪ੍ਰਕਾਰ ਦੀ ਹੋਰ ਸਭਾ ਵੀ ਮੰਨੀ ਹੈ। ਇਹ ਸਾਰਾ ਬੇਰਵਾ ਅੱਗੇ ਸਾਧ ਸਿੰਘ ਜੀ ਆਈ ਜਾਣਾ ਹੈ। ਤੇ ਨਾ ਨੇੜੇ ਨਾ ਦੂਰ, ਨੇੜੇ ਤੇ ਦੂਰ ਦੀ ਗੱਲ ਨਹੀਂ, ਗੱਲ ਭਾਵਨਾ ਦੀ ਹੈ। ਸਾਬੋਂ ਕੀ ਤਲਵੰਡੀ ਮਹਾਰਾਜ ਸਾਹਿਬ ਜੀ ਵਿਰਾਜੇ, ਉਦੋਂ 10 ਸਿੰਘਾਂ ਦਾ ਪਹਿਰਾ ਕਰੜਾ ਹੁੰਦਾ ਸੀ। ਅੱਗੇ ਵੀ ਸੁਣਾਈ ਹੈ ਇਹ ਬਾਤ। ਖੇਡਾਂ ਪੈਣ ਲੱਗ ਗਿਆ, ਕਿਤੇ ਖੇਡਾਂ ਵਾਲੇ ਆ ਗਏ, ਆਮ ਹੁੰਦੇ ਸੀ, ਲੋਕਾਂ ਨੂੰ ਬੜਾ ਚਾਅ ਹੁੰਦਾ ਸੀ ਦੇਖ ਕੇ ਆਈਏ। ਉਹ 10 ਸਿੰਘ ਸੀ, ਕਹਿੰਦੇ ਵੀ ਮਹਾਰਾਜ ਤਾਂ ਸੌਂ ਗਏ, ਵੀ ਆਪਾਂ ਖੇਡਾਂ ਪੈ ਰਿਹਾ ਦੇਖ ਆਈਏ। ਉਹ ਕਹਿੰਦੇ ਨਾ ਵੀ ਅਸੀਂ ਤਾਂ ਨਹੀਂ ਜਾਂਦੇ, ਮਹਾਰਾਜ ਸਾਹਿਬ ਜੀ ਕੱਲ ਨੂੰ ਡੰਨ ਦੇਣਗੇ, ਜਾ ਕੇ ਅਸੀਂ ਤਾਂ ਪਹਿਰੇ ਤੇ ਰਹਿਣਾ, ਜ਼ਿੰਮੇਵਾਰੀ ਹੈ। ਫਿਰ ਕੱਲ ਨੂੰ ਜਿਹੜੇ ਨਾਮੀ ਸਿੱਖ ਆ ਫਿਰ ਉਹ ਵੀ ਸਭਾ 'ਚ ਲਿੱਜਤ ਹੋਣਾ ਪਊਗਾ। ਉਹ ਕਹਿੰਦੇ ਵੀ ਅਸੀਂ ਤਾਂ ਜਾਵਾਂਗੇ। ਕਹਿੰਦੇ ਚਲੇ ਜਾਓ। 5 ਚਲੇ ਗਏ, 5 ਉੱਥੇ ਰਹੇ। ਉਹ 5 ਜਿਹੜੇ ਉੱਥੇ ਡਰਦੇ ਮਾਰੇ ਵੀ ਹੁਣ ਵੀ ਉੱਠ ਖੜੇ ਹੋਣੇ ਮਹਾਰਾਜ, ਹੁਣ ਵੀ ਉੱਠ, ਉਹਨਾਂ ਦਾ ਤਾਂ ਜੀਏ ਨਹੀਂ ਲੱਗਿਆ ਉੱਥੇ, ਉਹਨਾਂ ਦਾ ਧਿਆਨ ਹੀ ਮਹਾਰਾਜ ਦੇ ਚਰਨਾਂ 'ਚ ਰਿਹਾ। ਜਿਹੜੇ ਉੱਥੇ ਸੀ ਉਹਨੇ ਕਿਹਾ ਮਹਾਰਾਜ ਤਾਂ ਉੱਠੇ ਨਹੀਂ, ਅਸੀਂ ਵੀ ਚਲੇ ਜਾਂਦੇ, ਚੰਗੀ ਗੱਲ ਸੀ। ਉਹਨਾਂ ਦਾ ਧਿਆਨ ਉੱਥੇ, ਉਹਨਾਂ ਦਾ ਉੱਥੇ। ਹੁਣ ਜਿਹੜੇ ਸਾਧ ਸਿੰਘ ਜੀ ਜਥੇਬੰਦੀਆਂ 'ਚ ਆਮ ਇਹ ਹੁੰਦਾ ਹੀ ਆ, ਈਰਖਾ ਦਵੈਸ਼ ਤਾਂ ਥੋੜੀ ਬਹੁਤ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਹੁੰਦਾ ਹੁੰਦੀ ਹੈ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਫਸਾਈਏ। ਹੁਣ ਜਦ ਦਰਬਾਰ ਲੱਗਿਆ, ਮਹਾਰਾਜ ਸਾਹਿਬ ਕਹਿੰਦੇ ਮਹਾਰਾਜ ਜੀ ਇਹ ਜਿਹੜੇ 5 ਸਾਡੇ ਨਾਲ ਪਹਿਰੇ ਤੇ ਸੀ, ਰਾਤ ਖੇਡਾਂ ਦੇਖਣ ਚਲੇ ਗਏ। ਮਹਾਰਾਜ ਸਾਹਿਬ ਜੀ ਕਹਿੰਦੇ ਅੱਛਾ। ਕਹਿੰਦੇ ਫਿਰ ਕੀ ਸਲਾਹ ਹੈ? ਕਹਿੰਦੇ ਇਹਨਾਂ ਨੂੰ ਡੰਨ ਮਿਲਣਾ ਚਾਹੀਦਾ ਵੀ ਤਾਂ ਅੱਗੇ ਨੂੰ ਕਥਾਈ ਨਾ ਕਰਨ। ਮਹਾਰਾਜ ਕਹਿੰਦੇ ਕਿਹਨੂੰ ਡੰਨ ਦਈਏ? ਹੈ ਮਹਾਰਾਜ ਕਿਉਂ? ਕਹਿੰਦੇ ਹਾਜ਼ਰ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਇਹ ਮਹਾਰਾਜ ਇਹ ਕੀ ਗੱਲ ਹੋ ਗਈ? ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਤਾਂ ਦੇਖਣ ਗਏ ਸੀ ਖੇਡਾਂ, ਕਹਿੰਦੇ ਉਹ ਤਾਂ ਸਾਡੇ ਚਰਨਾਂ 'ਚ ਹੀ ਮੰਨ ਰਿਹਾ ਤੇ ਡਰਦੇ ਰਹੇ। ਜਿਹੜੇ ਤੁਸੀਂ ਸੀ ਤੁਹਾਡਾ ਮੰਨ ਰਿਹਾ ਖੇਡਾਂ ਦੇ ਵਿੱਚ, ਤੁਹਾਡੀ ਤਾਂ ਹਾਜ਼ਰੀ ਖੇਡਾਂ 'ਚ ਲੱਗ ਗਈ, ਇਹਨਾਂ ਦੀ ਹਾਜ਼ਰੀ ਮੇਰੇ ਚਰਨਾਂ 'ਚ ਲੱਗ ਗਈ। ਤੇ ਸਰੀਰ ਦੇ ਨੇੜੇ ਰਹਿਣ ਦੇ ਨਾਲ ਉਹ ਦੂਰ ਹੋ ਗਏ, ਜਿਹੜੇ ਦੂਰ ਸੀ ਮਨ ਕਰਕੇ ਨੇੜੇ ਹੋ ਗਏ। ਨਾ ਨੇੜੇ ਨਾ ਦੂਰ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਨਾਨਕ ਸਤਿਗੁਰ ਤਾਂ ਮਿਲੈ। ਫੇਰ ਬੋਲੋ ਜੀ, ਨਾਨਕ ਸਤਿਗੁਰ ਤਾਂ ਮਿਲੈ। ਸਤਿਗੁਰੂ ਜੀ ਕਥਨ ਕਰਦੇ ਨੇ, ਸਤਿਗੁਰੂ ਦੀ ਸਭਾ ਵਿੱਚ ਸਿਧਾਂਤ ਗਿਆਨ ਤੇ ਪ੍ਰੇਮ ਮਹਾਰਾਜ ਸਾਹਿਬ ਜੀ ਦਾ ਤਾਂ ਮਿਲੇ, ਤਾਂ ਮਿਲਦਾ ਹੈ। ਜਾਮਨ ਰਹਿ ਹਦੂਰ, ਜੇ ਮਹਾਰਾਜ ਦੀ ਹਜ਼ੂਰੀ 'ਚ ਮਨ ਨਿਕਟ ਵਰਤੀ ਰਹੇ, ਭਾਵ ਮਨ ਹਾਜ਼ਰ ਰਹੇ। ਪੌੜੀ ਅੱਗੇ ਪੌੜੀ ਕਥਨ ਕਰਦੇ ਨੇ, ਸਪਤ ਦੀਪ ਸਪਤ ਸਾਗਰਾ ਨਵਖੰਡ। 7 ਦੀਪ ਨ 7 ਸਾਗਰ ਨ, ਸਮੁੰਦਰ ਤੇ 9 ਖੰਡ ਹਨ। 4 ਵੇਦ 10 ਅਸ਼ਟ ਪੁਰਾਣ, 4 ਵੇਦ ਨ 10 ਤੇ 8 18 ਪੁਰਾਣ ਹਨ। ਇਹ ਸਾਧ ਸਿੰਘ ਜੀ ਥੋੜਾ ਜਿਹਾ ਵਿਚਾਰ ਲਿਆ ਇਹਨਾਂ ਨੂੰ। ਜਿਹੜੇ ਸਪਤ ਦੀਪ ਹੈ, ਸਪਤ ਸਾਗਰਾ, ਸਮੁੰਦਰ, 9 ਖੰਡ, 4 ਵੇਦ ਆਸ ਜਿਹੜੇ ਸਾਰੇ ਨੇ, ਇਹਦੇ ਵਿੱਚ ਸਾਧ ਸਿੰਘ ਜੀ ਵੱਖਰੇ ਵੱਖਰੇ ਗ੍ਰੰਥਾਂ 'ਚ ਨਾ ਵੱਖਰਾ ਵੱਖਰਾ, ਕਿਸੇ ਨੇ ਕੋਈ ਗ੍ਰੰਥ ਪੜ੍ਹਿਆ ਫਿਰ ਉਹ ਕਹੇ ਜੀ ਆ ਇੱਥੇ ਤਾਂ ਐਂ ਲਿਖਿਆ ਹੈ। ਇਹ ਵੱਖਰੇ ਵੱਖਰੇ ਨੇ, ਪਰ ਆਪਾਂ ਸੰਖੇਪ ਨਾਲ ਕਰ ਲਈਏ। ਇਹਨਾਂ ਦੇ ਨਾਮ ਕੀ ਹੈ? ਸਪਤ ਦੀਪ। ਇਹ ਜਿਹੜੇ ਸਾਧ ਸਿੰਘ ਪੁਰਾਣਾਂ ਦੇ ਅਨੁਸਾਰ 7 ਪੁਰਾਣਾਂ ਦੇ 7 ਸਮੁੰਦਰਾਂ ਦੇ ਘੇਰੀ ਹੋਈ ਜਗ੍ਹਾ ਉਹਨੂੰ ਇਹ ਕਹਿੰਦੇ ਆ। ਪਾਣੀ ਆ ਜਿਨ੍ਹਾਂ ਦੇ ਵਿੱਚ, ਇਹਨਾਂ ਦੇ ਨਾਮ 7 ਦੀਪ ਜਿਹੜੇ ਪਏ, ਜੰਮੂ ਦੀਪ ਪਹਿਲਾ, ਦੂਜਾ ਪਲਕ, ਤੀਸਰਾ ਸਾਲਮਲ, ਚੌਥਾ ਕੁਸ਼ਦੀਪ, ਪੰਜਵਾਂ ਕਰੌਚ ਦੀਪ, 6ਵਾਂ ਸਾਕ ਦੀਪ, 7ਵਾਂ ਪੁਸ਼ਕਰ। ਇਹ ਦੀਪ ਹੈ। ਤੇ ਹਿੰਦੂ ਗ੍ਰੰਥਾਂ ਦੇ ਵਿੱਚ ਇਹਨਾਂ ਦੀ ਬਣਤਰ ਕਿਸੇ ਹੋਰ ਢੰਗ ਨਾਲ ਦੱਸੀ ਹੈ, ਉਹਦੀ ਆਪਾਂ ਨੂੰ ਇੱਥੇ ਜ਼ਿਆਦਾ ਲੋੜ ਨਹੀਂ ਹੈ। ਤੇ ਸਪਤ ਸਾਗਰਾ, ਪੁਰਾਣਾਂ ਦੇ ਵਿੱਚ ਜਿਹੜੇ 7 ਸਾਗਰ ਨੇ, ਦੁੱਧ ਦਾ ਪਹਿਲਾ, ਦਹੀਂ ਦਾ ਦੂਸਰਾ, ਤੀਸਰਾ ਘੀ ਦਾ,
ਚੌਥਾ ਇਖ ਦੇ ਰਸ ਦਾ, ਗੰਨੇ ਦੇ ਰਸ ਦਾ, ਪੰਜਵਾਂ ਸ਼ਹਿਦ ਦਾ, ਤੇ ਛੇਵਾਂ ਮਿੱਠੇ ਦਾ, ਸੱਤਵਾਂ ਖਾਰੇ ਦਾ। ਇਹ ਮੰਨਿਆ ਸਾਧ ਸੰਗਤ ਜੀ। ਪਰਮੇਸ਼ਰ ਦੀਆਂ ਪਰਮੇਸ਼ਰ ਜਾਣੇ। ਇਹਨਾਂ ਦੇ ਉਸ ਵੇਲੇ ਇਸ ਤਰ੍ਹਾਂ ਦੇ ਸੁਭਾਅ ਹੋਣਗੇ ਜਿਹੜੇ ਸਮੇਂ ਦੇ ਨਾਲ ਬਦਲ ਗਏ ਹੋਣਗੇ। ਇਹ ਮਹਾਰਾਜ ਜਾਣੇ। 9 ਖੰਡ, 9 ਵਿਭਾਗ, 9 ਹਿੱਸੇ ਜਿਹੜੇ। ਭਾਰਤ ਖੰਡ ਪਹਿਲਾ, ਇਲਾਵਰਤ ਦੂਜਾ, ਕਿਮ ਪੁਰਸ਼ ਇਹ ਤੀਸਰਾ। ਇਸ ਤਰ੍ਹਾਂ ਸਾਧ ਸੰਗਤ ਜੀ। ਤੇ ਚੌਥਾ ਭੱਦਰਾ, ਪੰਜਵਾਂ ਕੇਤਮਾਲ ਇਹ ਪੰਜਵਾਂ, ਛੇਵਾਂ ਹਰ, ਸੱਤਵਾਂ ਹਿਰਣਿਆ, ਅੱਠਵਾਂ ਰਮਿਆ, ਨੌਵਾਂ ਕੁਸ਼। 4 ਵੇਦ, ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਅਥਰਵਣ ਵੇਦ। 10 ਅਸ਼ਟ ਪੁਰਾਣਾ ਇਹ 18 ਨ। ਵਿਸ਼ਨ ਪੁਰਾਣ ਪਹਿਲਾ, ਪਦਮ ਪੁਰਾਣ ਦੂਜਾ, ਤੀਜਾ ਬ੍ਰਹਮ ਪੁਰਾਣ, ਚੌਥਾ ਸ਼ਿਵ ਪੁਰਾਣ, ਪੰਜਵਾਂ ਭਾਗਵਤ ਪੁਰਾਣ, ਛੇਵਾਂ ਨਾਰਦ ਪੁਰਾਣ, ਸੱਤਵਾਂ ਮਾਰਕੰਡੇ ਪੁਰਾਣ, ਅੱਠਵਾਂ ਅਗਨ ਪੁਰਾਣ, ਨੌਵਾਂ ਬ੍ਰਹਮ ਵੈਵਰਤ ਪੁਰਾਣ, ਤੇ 10ਵਾਂ ਲਿੰਗ ਪੁਰਾਣ, 11ਵਾਂ ਬ੍ਰਾਹ ਪੁਰਾਣ, 12ਵਾਂ ਸਕੰਦ ਪੁਰਾਣ, 13ਵਾਂ ਬਾਮਨ ਪੁਰਾਣ, 14ਵਾਂ ਕੂਰਮ ਪੁਰਾਣ, ਤੇ 15ਵਾਂ ਉਹ ਜਿਹੜਾ ਮਤਸਿਆ ਪੁਰਾਣ, ਤੇ 16ਵਾਂ ਜਿਹੜਾ ਗਰੜ ਪੁਰਾਣ, ਜਿਹਦੀ ਆਮ ਕਰਕੇ ਕਥਾ ਪ੍ਰਸਿੱਧ ਹੈ ਬ੍ਰਾਹਮਣਾਂ ਦੇ ਵਿੱਚ। 17ਵਾਂ ਬ੍ਰਹਮਾਂਡ ਪੁਰਾਣ, 18ਵਾਂ ਭਵਿੱਖਿਅਤ ਪੁਰਾਣ। ਇਹ 18 ਪੁਰਾਣ ਹਨ। ਇਹ ਸਾਰੇ ਸੱਚੇ ਪਾਤਸ਼ਾਹ ਇਹ ਧਾਰਮਿਕ ਗ੍ਰੰਥ ਹੈ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ ਹੀ ਬਣੇ ਹਨ। ਜਿੰਨੇ ਵੀ ਹਨ ਇਹ ਸਾਰੇ ਹਰ ਸਭਨਾ ਵਿੱਚ ਤੂੰ ਵਰਤਦਾ। ਦੇਖੋ ਕਿਸੇ ਦੇ ਧਾਰਮਿਕ ਗ੍ਰੰਥ ਨੂੰ ਕੋਈ ਠੇਸ ਪਹੁੰਚਾਈ ਮਹਾਰਾਜ ਨੇ, ਕਹਿੰਦੇ ਤੂੰ ਹੀ ਵਰਤ ਰਿਹਾ। ਸਾਰੇ ਤੇਰੇ ਹੀ ਜਸ ਹੈ ਸਾਰੇ ਉਹਦੇ ਚ। ਆ ਸਾਡੇ ਵਾਲੇ ਲਾਣੇ ਨੂੰ ਪਤਾ ਨਹੀਂ ਕੀ ਹੋ ਗਿਆ, ਮਾੜਾ ਜਿਹਾ ਕਹਿਣ ਦੀ ਅਖੇ ਜੀ ਪੁਰਾਣਾ ਦੀ ਗੱਲ ਕਰੀ ਜਾਂਦੇ ਆ। ਇਹ ਬਾਹਮਣਵਾਦ ਹੈ ਜੀ, ਇਹ ਸੰਪਰਦਾਇਤਾ ਬਾਹਲੇ ਅੱਧੇ ਬਾਹਮਣ ਬਣੇ ਨੇ ਅਖੇ। ਤੇ ਮਹਾਰਾਜ ਇਹ ਜਾਣੇ ਭਾਈ ਵੀ ਬਾਹਮਣ ਕੌਣ ਬਣਿਆ ਤੇ ਕੌਣ ਨਹੀਂ ਹੈ। ਬ੍ਰਹਮ ਦੀ ਵਿਚਾਰ ਵਾਲੇ ਨੂੰ ਬ੍ਰਾਹਮਣ ਕਹਿੰਦੇ ਨੇ ਗੁਰਬਾਣੀ ਦੇ ਵਿੱਚ। ਤਾਂ ਹਰ ਸਭਨਾ ਵਿੱਚ ਤੂੰ ਵਰਦਾ। ਹੇ ਹਰੀ ਪਰਮੇਸ਼ਰ, ਤੂੰ ਆਪ ਹੀ ਵਾਚਕ ਭਾਵ ਸੰਬੰਧ ਹੋਣ ਕਰਕੇ ਵੇਦ ਪੁਰਾਣ ਜਿਹੜੇ ਵਾਚਕ ਨੇ, ਇਹ ਵੇਦ ਪੁਰਾਣ ਵਾਚਕ ਸ੍ਰਿਸ਼ਟੀ ਹੈ। ਬਾਕੀ ਸਾਰੀ ਰਚਨਾ ਵਿੱਚ ਵਾਚ ਰੂਪ ਹੈ। ਹੇ ਮਹਾਰਾਜ, ਵਾਚਕ ਭਾਵ ਸੰਬੰਧ ਹੈ। ਇਹਦੇ ਕਰਕੇ ਸਾਰੀ ਸ੍ਰਿਸ਼ਟੀ ਸਭਨਾ ਸਾਰਿਆਂ ਜੀਵਾਂ ਦੇ ਵਿੱਚ ਵਰਤ ਰਿਹਾ ਹੈ। ਹਰ ਸਭਨਾ ਵਿੱਚ ਤੂੰ ਵਰਤਦਾ, ਸਾਰਿਆਂ ਵਿੱਚ ਵਰਤ ਰਿਹਾ ਹੈ ਵਾਹਿਗੁਰੂ। ਹਰ ਸਭਨਾ ਭਾਣਾ। ਹਰ ਪਰਮੇਸ਼ਰ ਤੂੰ ਸਭਨਾ ਸਾਰਿਆਂ ਦੇ ਅੰਦਰ ਹੀ ਚੇਤਨ ਸੱਤਾ ਰੂਪ ਹੋ ਕੇ ਭਾਣਾ ਭਾ ਰਿਹਾ ਹੈ। ਭਾਵ ਚੰਗਾ ਲੱਗ ਰਿਹਾ ਹੈ। ਤੇਰੀ ਵਡਿਆਈ ਆ ਸਾਰੀ, ਚਾਹੇ ਵੇਦਾਂ ਚਾਹੇ ਕਤੇਬਾਂ ਦੇ, ਚਾਹੇ ਪੁਰਾਣਾ, ਚਾਹੇ ਜਸ ਤਾਂ ਤੇਰਾ ਹੋਇਆ, ਚਾਹੇ ਸਰਗੁਣ ਦਾ ਹੋ ਰਿਹਾ ਚਾਹੇ ਨਿਰਗੁਣ ਦਾ ਹੋ ਰਿਹਾ। ਮਹਾਰਾਜ ਤੇਰਾ ਹੀ ਹੋ ਰਿਹਾ, ਤੂੰ ਹੀ ਸਾਰੀ ਸੱਤਾ ਦੇ ਕੇ ਬਣਾਏ ਨੇ। ਸਭ ਤੁਝੇ ਧਿਆਵ ਹੈ ਜੀਅ ਜੰਤ। ਤੇ ਇਹ ਸਾਰੇ ਜੀ ਜੰਤ ਜਿੰਨੇ ਨੇ ਸੂਖਮ ਸਤੂਲ ਤੇਰੀ ਬਣਾਏ ਹੋਏ ਹਨ, ਤੈਨੂੰ ਧਿਆਉਂਦੇ ਨੇ। ਹਰ ਸਾਰਗ ਪਾਣਾ। ਸਾਰਗ ਨਾਮੇ ਧਸ ਨੂੰ ਪਾਣਾ, ਹੱਥਾਂ 'ਚ ਪਕੜਨ ਵਾਲੇ ਹਰੀ ਪਰਮੇਸ਼ਰ। ਹਰ ਸਾਰੇ ਬ੍ਰਹਮਾ ਤੋਂ ਲੈ ਕੇ ਛੋਟੇ ਜੀ ਜੰਤ ਸਤੂਲ ਸੂਖਮ ਸਾਰੇ ਤੈਨੂੰ ਧਿਆਉਂਦੇ ਹਨ। ਜੋ ਗੁਰਮੁਖ ਹਰ ਆਰਾਧਦੇ। ਜਿਹੜੇ ਗੁਰਮੁਖ ਵਰ ਕੇ ਸੰਗਤ ਦੁਆਰਾ ਤੈਨੂੰ ਆਰਾਧਦੇ ਚੇਤੇ ਕਰਦੇ ਹਨ। ਜੇ ਜਨ ਹੋ ਕੁਰਬਾਨਾ। ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਜੀ ਜੰਤ ਤਾਂ ਤੇਰੇ ਨੇ ਸਾਰੇ, ਪਰ ਮੈਂ ਬਲਿਹਾਰ ਉਹਨਾਂ ਤੋਂ ਜਾਣਾ ਜਿਹੜਾ ਤੇਰਾ ਨਾਮ ਜਪਦੇ ਹਨ। ਤੂੰ ਆਪੇ ਆਪ ਵਰਤਦਾ। हे ਪਰਮੇਸ਼ਰ, ਤੂੰ ਆਪਣੇ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਕਰ ਚੋਜ ਵਿਡਾਣਾ। ਅਸਚਰਜ ਚੋਜ ਕੌਤਕਾਂ ਦਾ ਨਾਮ ਹੈ। ਅਸਚਰਜੀ ਕੌਤਕ ਨੇ ਤੇਰੇ ਜੋ ਕਹੇ ਨਹੀਂ ਜਾ ਸਕਦੇ ਮਹਾਰਾਜ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਕੇ ਸ਼ਲੋਕ ਉਚਾਰਨ ਕੀ ਕਰਦੇ ਹੈ। ਇਹਦੇ ਚ ਅੰਮ੍ਰਿਤ ਵੀ ਵਿਸ਼ੇਸ਼ ਬਖਸ਼ਿਸ਼ ਕਰਦੇ ਨੇ। ਇੱਕ ਸ਼ਾਹੂਕਾਰ ਜੋ ਬੜੇ ਪ੍ਰੇਮੀ ਸੀ, ਉਹ ਆਪਣੇ ਨੌਕਰ ਨੂੰ ਕਹਿਣ ਲੱਗਾ, ਕਹਿੰਦਾ ਲਿਆ ਓਏ ਕਲਮ, ਦਵਾਤ ਲਿਆ ਨਾਲੇ। ਇਹ ਗੁਰੂ ਸਾਹਿਬ ਜੀ ਨੇ ਵੀ ਸੁਣ ਲਿਆ। ਉਹ ਕਹਿੰਦਾ ਜੀ ਲੈ ਕੇ ਆਉਣਾ ਹੈ। ਕਹਿੰਦੇ ਉਹਦੇ 'ਚ ਲਿਖ ਲਈਏ, ਜੇ ਆਪਾਂ ਜਿਹੜਾ ਨਾ ਮਹਾਰਾਜ ਉਪਦੇਸ਼ ਕਰਨਗੇ ਇਹਨੂੰ ਚੇਤੇ ਨਹੀਂ ਰਹਿਣਾ, ਇੱਕਣ ਆਪਾਂ ਲਿਖਦੇ ਹਾਂ। ਆਪਣੇ ਨੌਕਰ ਤੇ ਉਹ ਕਾਗਜ਼ ਤੇ ਕਲਮ ਤੇ ਦਵਾਤ ਮੰਗਵਾਈ। ਇਹ ਦੇਖ ਕੇ ਮਹਾਰਾਜ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਸ਼ਾਹੂਕਾਰ ਦੇ ਸਮੇਤ ਸੰਗਤਾਂ ਨੂੰ ਫਿਰ ਇਹਦੇ ਪ੍ਰਕਰਨ ਦੁਆਰੇ ਉਪਦੇਸ਼ ਦੇਣ ਲੱਗੇ। ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਤੇ ਪਾਠ ਦਾ ਵੀ ਧਿਆਨ ਰੱਖਣਾ ਜੀ ਖਾਸ। ਕਲੋ ਮਸਾਜਨੀ ਕਿਆ ਸਦਾਈ ਹੈ। ਇਹ ਅੱਖਰ ਇਕੱਠੇ ਨਾ ਬਣ ਜਾਣ। ਜੇ ਕਲੋ ਮਸਾਜਨੀ ਬਣ ਗਿਆ ਨਾ ਪਤਾ ਹੀ ਨਹੀਂ ਲੱਗਣਾ ਵੀ ਕੀ ਕਿਹਾ ਕੀ ਨਹੀਂ। ਕਲੋ ਇਹ ਪਾਠ ਲਹਿਦਾ ਕਰੀਏ, ਕਲੋ ਮਸਾਜਨੀ, ਫਿਰ ਬਣ ਜੂਗਾ ਕਲੋ ਕਲਮ ਦਾ ਨਾਮ, ਮਸਾਜਨੀ ਬਣ ਜੂਗਾ ਦਵਾਤ ਦਾ ਨਾਮ। ਜੇ ਕਲੋ ਮਸਾਜਨੀ ਕਹੇ ਤਾਂ ਫਿਰ ਨਹੀਂ ਪਤਾ ਲੱਗਣਾ।
ਇਹ ਪਾਠ ਦੇ ਵਿੱਚ, ਕਿਉਂਕਿ ਸੰਯੁਕਤ ਬੀੜਾਂ ਦੇ ਉੱਤੇ ਜਦੋਂ ਪਾਠ ਕਰੋ ਇਹ ਭੇਦ ਤੁਹਾਡੇ ਜ਼ਬਾਨੀ ਕੰਠ ਹੋਣੇ ਚਾਹੀਦੇ ਆ। ਮਹਾਰਾਜ ਸਾਹਿਬ ਦੇ ਕਲੋ ਕਲਮ ਅਤੇ ਮਸਾਜਨੀ ਦਵਾਤ ਸਦਾਈਆ ਨਾ ਮੰਗਣ ਦਾ ਹੈ। ਕਹਿੰਦੇ ਕਿਆ ਮੰਗਾਈ ਆ, ਕਾਹਦੇ ਲਈ ਮੰਗਦਾ ਤੂੰ, ਕਿਉਂ ਮੰਗਾਈ ਹੈ ਭਾਈ? ਪ੍ਰੇਮ ਦੀ ਕਰਮ ਬੁਲਾਣਾ ਹੈ। ਪ੍ਰੇਮ ਰੂਪੀ ਕਲਮ ਤੋਂ ਵੱਡੀ ਕੋਈ ਕਲਮ ਨਹੀਂ। ਸ਼ਰਧਾ ਰੂਪੀ ਦਵਾਤ ਤੋਂ ਬਿਨਾ ਕੋਈ ਵੱਡੀ ਦਵਾਤ ਨਹੀਂ। ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਰੂਪੀ ਉਪਦੇਸ਼ ਜਿਹੜਾ ਹੈ ਨਾ, ਉਹਦੇ ਵਾਸਤੇ ਹਿਰਦਾ ਹੀ ਲਿਖ ਲਿਓ। ਕਾਗਜ਼ ਬਣਾਉਣਾ ਹਿਰਦੇ ਦਾ ਬਣਾ, ਉਹਦੇ ਤੋਂ ਲਿਖ ਲਿਓ, ਲੈਣਾ ਕਰੋ। ਕਾਗਜ਼, ਕਲਮ ਅਤੇ ਦਵਾਤ, ਇਹਨਾਂ ਨੂੰ ਕਾਹਦੇ ਲਈ ਮੰਗਾਉਣਾ ਹੈ? ਰਸਨਾ ਨੂੰ ਕਲੋ ਕਲਮ, ਸ਼ਰਧਾ ਰੂਪੀ ਸਿਆਹੀ ਬਣਾ ਲਓ, ਹਿਰਦੇ ਰੂਪੀ ਕਾਗਜ਼ ਬਣਾ ਲਓ, ਤੇ ਪਰਮੇਸ਼ਰ ਦੀ ਅੰਮ੍ਰਿਤ ਰੂਪੀ ਉਪਦੇਸ਼ ਨੂੰ ਹਿਰਦੇ ਰੂਪੀ ਕਾਗਜ਼ ਦੇ ਉੱਤੇ ਲਿਖੋ। ਜੇ ਲਿਖਣ ਲੱਗੇ ਹੋ, ਉਹਦੇ ਅਲੰਕਾਰ ਦੁਆਰਾ ਹੀ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਸਦਾ ਸਾਹਿਬ ਕੈ ਰੰਗ ਰਹੈ। ਐਸਾ ਕਰਨ ਦੇ ਨਾਲ ਤੇਰਾ ਚਿੱਤ ਉਸ ਸਾਹਿਬ ਮਾਲਕ ਪਰਮੇਸ਼ਰ ਦੇ ਰੰਗ ਪ੍ਰੇਮ ਦੇ ਵਿੱਚ ਰੰਗਿਆ ਜਾਊ। ਸਦਾ ਹਮੇਸ਼ਾ ਨਿਰੰਤਰ ਇੱਕ ਰਸ ਰਹੂਗਾ, ਰੰਗਿਆ ਹੀ ਰਹੂਗਾ। ਫਿਰ ਇਸ ਰੰਗ ਦੇ ਵਿੱਚ ਰੰਗੇ ਰਹਿਣ ਕਰਕੇ ਐਸਾ ਲਾਭ ਪ੍ਰਾਪਤ ਹੋਏਗਾ, ਕਦੇ ਵੀ ਤੂੰ ਟੁੱਟੇਗਾ ਨਹੀਂ। ਫਿਰ ਕਹੋ ਨਾ ਟੂਟਸ ਨੇਹੋ। ਫਿਰ ਪਰਮੇਸ਼ਰ ਨਾਲੋਂ ਕਬੂ ਕਦੇ ਵੀ ਨੇਹੋ ਪ੍ਰੇਮ ਟੂਟਸ ਕਹੀਏ ਟੁੱਟੇਗਾ ਨਹੀਂ, ਬਣਿਆ ਰਹੇਗਾ। ਅੱਗੇ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ, ਆਪ ਜੀ ਲਿਖਾਉਣ ਲਈ ਕਾਗਜ਼ ਤੇ ਕਲਮ ਤੇ ਦਵਾਤ ਮੰਗਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਮਹਾਰਾਜ, ਰੋਕਿਆ ਕਿਉਂ ਹੈ? ਪਾਤਸ਼ਾਹ ਜੀ ਅੱਗੇ ਕਹਿੰਦੇ ਨੇ, ਸੰਗਤ ਨੂੰ ਫਿਰ ਹੋਰ ਖੋਲਦੇ ਹਨ। ਕਲੋ ਮਸਾਜਨੀ ਜਾਏ ਸੀ। ਕਲੋ ਮਸਾਜਨੀ ਜਾਏ ਸੀ, ਐ ਭਾਈ ਨਿਖਰ ਕੇ ਸਮਝੋ। ਕਲੋ ਕਲਮ, ਮਸਾਜਨੀ ਦਵਾਤ ਇਤਿਆਦਿ ਕੇ ਚੀਜ਼ਾਂ ਜਾਇਜ਼ ਸੀ ਚਲੀਆਂ ਜਾਣਗੀਆਂ। ਭਾਵ ਕੀ ਹੈ ਕਿ ਨਾਸਵਾਨ ਗਵਾਚ ਵੀ ਜਾ ਸਕਦਾ, ਕਲਮ ਖੋਈ ਜਾ ਸਕਦੀ ਹੈ, ਦਵਾਤ ਖੋਈ ਜਾ ਸਕਦੀ ਹੈ। ਤੇ ਉੱਪਰ ਜਿਹੜਾ ਕਾਗਜ਼ ਹੈ ਉਹ ਵੀ ਦੱਸਦੇ ਹਨ, ਲਿਖਿਆ ਪੀ ਨਾਲੇ ਜਾਏ। ਜਿਹੜੇ ਕਾਗਜ਼ ਦਾ ਕਈ ਵਾਰੀ ਦੇਖਿਆ ਨਹੀਂ, ਕਹਿੰਦਾ ਮੇਰਾ ਕੁਝ ਲਿਖਿਆ ਵਾ ਸੀ ਖੋਇਆ ਗਿਆ ਆਖੇ, ਉਹ ਲਿਖਿਆ ਜਾਓ। ਜੇ ਅੰਦਰ ਚੇਤੇ ਹੋਊਗਾ ਉਹ ਤਾਂ ਨਹੀਂ ਖੋਇਆ ਜਾਂਦਾ, ਇਸ ਕਰਕੇ ਉਹ ਵੀ ਗਵਾਚ ਜਾਏਗਾ। ਭਾਵ ਉਹ ਵੀ ਨਾਲੇ ਚਲਿਆ ਜਾਏਗਾ। ਨਾਨਕ ਸਹਿ ਪ੍ਰੀਤ ਨਾ ਜਾਏ ਸੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਆ, ਜੇ ਜੀਵ ਦੀ ਜਿਸ ਵਕਤ ਸੁਰਤ ਸਰੂਪ ਰੂਪੀ ਕਲਮ ਜਿਹੜੀ ਹੈ ਉਹਦੇ ਨਾਲ ਸ਼ਰਧਾ ਰੂਪੀ ਦਵਾਤ ਦੇ ਨਾਲ ਹਿਰਦੇ ਰੂਪੀ ਕਾਗਜ਼ ਉੱਤੇ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਲਿਖ ਲਈ, ਤਾਂ ਉਹ ਸਹਿਪਤੀ ਪਰਮਾਤਮਾ ਦੀ ਪਾਈ ਹੋਈ ਪ੍ਰੀਤੀ ਨਾ ਜਾਏ ਸੀ, ਕਦੇ ਨਹੀਂ ਜਾਏਗੀ। ਉਹ ਤਾਂ ਸਦਾ ਹੀ ਤੇਰੇ ਨਾਲ ਰਹੇਗੀ। ਜੋ ਤੁਰ ਛੋਡੀ ਸੱਚਾ ਪਾਏ। ਜੋ ਉਸ ਸੱਚੇ ਪਰਮੇਸ਼ਰ ਦੇ ਤੁਰ ਮੁੱਢ ਤੋਂ ਹੀ ਪ੍ਰੇਮ ਦੀ ਪ੍ਰੀਤੀ ਪਾ ਛੱਡੀ ਹੈ, ਪ੍ਰੀਤ ਛੋਡੀ ਪਾ ਛੱਡੀ ਹੈ। ਇਹ ਬੋਲੀ ਹੈ ਆਪਣੇ ਪੰਜਾਬ ਦੀ, ਆਹ ਕੰਮ ਕਰ ਛੱਡ ਅਖੇ। ਤੇ ਇਸ ਕਰਕੇ ਅੱਗੇ ਗੁਰਸਿੱਖਾਂ ਨੇ ਸਤਿਗੁਰੂ ਮਹਾਰਾਜ ਦੇ ਨਾਲ ਵਿਚਾਰ ਕੀਤੀ, ਸਤਿਗੁਰੂ ਜੀ ਅਸੀਂ ਆਪ ਜੀ ਦੇ ਬਚਨਾਂ ਅਨੁਸਾਰ ਆਪਣੇ ਹਿਰਦੇ ਨੂੰ ਕਾਗਜ਼ ਬਣਾਉਣਾ ਹੈ, ਸਰੂਪ ਰੂਪੀ ਕਲਮ ਸ਼ਰਧਾ ਰੂਪੀ ਸਿਆਹੀ ਬਣਾਉਣੀ ਹੈ, ਮੋਹ ਨੂੰ ਜਾਲਣ ਵਾਲੀ ਸਿਆਹੀ ਬਣਾਉਣੀ ਹੈ, ਹਿਰਦੇ ਵਿੱਚ ਦੱਸੇ ਹੋਏ ਨਾਮ ਨੂੰ ਉਪਦੇਸ਼ ਨੂੰ ਲਿਖਣਾ ਹੈ। ਤੇ ਇਸ ਕਰਕੇ ਮਹਾਰਾਜ ਆਪ ਕਿਰਪਾ ਕਰੋ। ਐਸਾ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਭਾਈ ਮਹੱਲਾ ਤੀਜਾ। ਤੇ ਮਹਾਰਾਜ ਸਾਹਿਬ ਜੀ ਅੱਗੇ ਮਹੱਲਾ ਉਚਾਰਨ ਕਰਦੇ ਨੇ, ਨਦਰੀ ਆਵਦਾ ਨਾਲ ਨਾ ਚੱਲਈ। ਇਹ ਭਾਈ ਕੁਝ ਵੀ ਨਜ਼ਰ ਨਹੀਂ ਆਉਂਦਾ, ਜਿਹਦੀ ਸਿਫਤ ਵਾਸਤੇ ਤੁਸੀਂ ਪੁੱਛਿਆ ਵੀ ਅਸੀਂ ਕਲਮ ਬਣਾਈਏ, ਅਸੀਂ ਪ੍ਰਤੱਖ ਨਹੀਂ ਦਿਸਦਾ ਹੈ। ਬੈਰਾਗ ਵਿਵੇਕ ਦੇ ਨੇਤਰਾਂ ਨਾਲ ਹੀ ਦਿਸੂਗਾ। ਜੋ ਕੁਝ ਵੀ ਹੁਣ ਤੁਸੀਂ ਬੈਰਾਗ ਦੇ ਪਹਿਲਾਂ ਨੇਤਰ ਧਾਰਨ ਕਰੋ, ਬੈਰਾਗ ਧਾਰਨ ਕਰੋ, ਉਹਦੇ ਚ ਕੀ ਹੈ? ਨਦਰੀ ਆਵਦਾ। ਜਿਹੜਾ ਕੁਝ ਨਜ਼ਰ ਨਿਗਾਹ ਆ ਰਿਹਾ ਤੁਹਾਨੂੰ, ਇਹ ਕੀ ਹੈ? ਇਹ ਸੰਸਾਰ ਹੈ। ਇਹ ਕੀ ਹੈ? ਇਹ ਨਾਲ ਨਾ ਚੱਲੇ। ਨਦਰੀ ਆਵਦਾ, ਨਜ਼ਰ ਜ਼ਰੂਰ ਆਉਂਦਾ, ਨਾਲ ਨਾ ਚੱਲੀ ਵਿਸਰਾਮ। ਇਹਦਾ ਭਾਈ ਧਿਆਨ ਰੱਖਣਾ। ਇੱਥੇ ਨਿਗਾਹ ਆ ਰਿਹਾ ਪਰ ਨਾਲ ਨਹੀਂ ਚੱਲਣ ਵਾਲਾ ਨਾਸਮਾਨ ਹੈ। ਵੇਖੋ ਕੋ ਵਿਪਾਏ। ਇਹ ਨਿਸ਼ਚਾ ਕਰ ਲੋ ਕਿ ਪ੍ਰਲੋਕ ਨੂੰ ਤੇਰੇ ਨਾਲ ਨਾ ਚੱਲੀ, ਨਹੀਂ ਚੱਲੇਗਾ, ਜਾਏਗਾ ਨਹੀਂ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਇਹ ਮਿਥਿਆ ਹੈ। ਕੋਈ ਵੀ ਵੇਖੋ ਕੋ ਵਿਉ ਪਾਏ, ਕੋਈ ਵੀ ਵਿਉ ਪਾਏ ਨਿਰਣਾ ਕਰ ਲੋ। ਵਿਸ਼ੇਸ਼ ਕਰਕੇ ਉਪਾਏ ਯਤਨ ਕਰ ਲੋ, ਬੇਵਿਸ਼ੇਸ਼ ਕਰਕੇ ਉਪਾਏ ਯਤਨ ਕਰ ਲੋ। ਭਾਵੇਂ ਅੰਤ ਨੂੰ ਕੋਈ ਪਦਾਰਥ ਨਾਲ ਨਹੀਂ ਚੱਲੇਗਾ। ਜੇ ਚੱਲਦਾ ਲੈ ਚੱਲਿਆ ਕੁਛ ਸੰਪੈ ਨਾ ਲੈ,
ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ, ਤਾਂ ਸੰਚੋ ਜੇ ਨਾਲ ਜਾਣਾ ਹੋਵੇ ਨਾਲ ਨਹੀਂ ਜਾਣਾ। ਸਤਿਗੁਰ ਸੱਚ ਦ੍ਰਿੜਾਇਆ, ਸਤਿਗੁਰੂ ਮਹਾਰਾਜ ਸਾਹਿਬ ਨੇ ਸੱਚਾ ਨਾਮ ਦ੍ਰਿੜ ਪੱਕਾ ਕਰਾਇਆ ਗੁਰਸਿੱਖਾਂ ਨੂੰ। ਸੱਚ ਰਹੋ ਲਿਵ ਲਾਏ, ਇਸ ਕਰਕੇ ਝੂਠੇ ਪਸਾਰੇ ਦਾ ਮੋਹ ਛੱਡ ਕੇ ਸੱਚੇ ਪਰਮੇਸ਼ਰ ਦੇ ਹਰ ਵਕਤ ਲਿਵ ਬਿਰਤੀ ਨੂੰ ਲਾਈ ਰੱਖੋ, ਜੋੜ ਕੇ ਰੱਖੋ ਸਿਮਰਨ ਵਿੱਚ। ਨਾਨਕ ਸਬਦੀ ਸੱਚ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਵੀ ਕਹਿੰਦੇ ਸਬਦ ਦੀ ਕਮਾਈ ਕਰਨ ਵਾਲੇ ਪੁਰਖਾਂ ਦਾ ਉਪਦੇਸ਼ ਸੱਚ ਹੁੰਦਾ ਹੈ। ਉਹ ਉਪਦੇਸ਼ ਵੀ ਸੱਚ ਹੈ, ਆਪ ਵੀ ਸੱਚੇ ਨੇ। ਤੇ ਇਸ ਕਰਕੇ ਸ਼ਬਦ ਵਾਲੇ ਸਤਿਗੁਰੂ ਜੀ ਦੇ ਕੋਲ ਸੱਚੇ ਦੀ ਪ੍ਰਾਪਤੀ ਦਾ ਉਪਦੇਸ਼ ਹੈ। ਜਿਨ੍ਹਾਂ ਦੇ ਪਰ ਜਿਹੜੇ ਅੱਗੇ ਦੱਸਦੇ ਨੇ ਕਰਮੀ ਪੱਲੇ ਪਾਏ, ਗੁਰੂ ਦੀ ਕਰਮੀ ਕਿਰਪਾ ਹੋਈ ਹੈ ਜਿਨ੍ਹਾਂ ਤੇ, ਉਹੀ ਨਿਸ਼ਕਾਮ ਕਰਮ ਕਰਕੇ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਉਪਦੇਸ਼ ਨੂੰ ਪਾਉਂਦੇ ਹਨ। ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਇਹਦਾ ਭਾਈ ਧਿਆਨ ਰੱਖੋ ਵੀ ਤੂੰ ਇਕੱਠੇ ਨਹੀਂ ਹੋਣ ਦੇਣੇ। ਵਿਸਰਾਮ ਖਾਸ ਹੈ ਇਹ। ਹਰ ਅੰਦਰ ਬਾਹਰ ਇੱਕ ਤੂੰ ਜਾਣ ਹੈ ਭੇਤ, ਇੱਕ ਤੂੰ ਉਧਰ ਇੱਕ ਇੱਧਰ। ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇ ਸਿਓ, ਕੇਤੇ ਇਕੱਠੇ ਤਾਂ ਨਹੀਂ ਕਰਦੇ ਆਪਾਂ। ਇਸੇ ਤਰ੍ਹਾਂ ਹੇ ਹਰ ਹਰੀ ਪਰਮੇਸ਼ਰ ਅਕਾਲ ਪੁਰਖ, ਸਾਰਿਆਂ ਸਰੀਰਾਂ ਦੇ ਅੰਦਰ ਬਾਹਰ ਤੂੰ ਆਪ ਹੀ ਸੱਚੇ ਪਾਤਸ਼ਾਹ ਵਰਤ ਰਿਹਾ ਹੈ। ਹਰ ਅੰਦਰ ਬਾਹਰ ਇੱਕ ਤੂੰ ਹੀ ਹੈ। ਬਾਹਰ ਵੀ ਵਰਤੇ, ਅੰਦਰ ਵੀ ਤੂੰ ਹੈ। ਤੂੰ ਜਾਣ ਹੈ ਭੇਤ, ਮੰਦੇ ਚੰਗੇ ਕਰਮਾਂ ਦਾ ਭੇਤ। ਕਹਿੰਦਾ ਫਲਾਨਾ ਭੇਤ ਪਾ ਕੇ ਮੇਰਾ ਨੁਕਸਾਨ ਕਰ ਗਿਆ। ਉਹ ਭੇਤ ਨਾਮ ਜਾਣਕਾਰੀ ਦਾ। ਤੂੰ ਜਾਣੈ ਸਾਰਿਆਂ ਦੇ ਭੇਤ ਨੂੰ ਜਾਣਦਾ, ਤਾਂ ਹੀ ਤਾਂ ਅੰਤਰਜਾਮੀ ਕਹਿੰਦੇ। ਅੰਤਰਜਾਮੀ ਸਭ ਕੁਝ ਜਾਣੈ, ਕੜ ਕੇ ਅੰਤਰ ਕੀ ਜਾਣਤ ਹੈ ਤੂੰ। ਜੋ ਕੀਚੈ ਸੋ ਹਰ ਜਾਣਦਾ। ਇਸ ਲਈ ਹੇ ਮਨ, ਜੋ ਕੁਝ ਵੀ ਤੂੰ ਚੰਗੇ ਮੰਦੇ ਕਰਮ ਕੀਚੇ ਕਰਦਾ ਹੈ, ਇਹ ਨਾ ਸਮਝ ਵੀ ਤੈਨੂੰ ਜਾਣਦਾ ਨਹੀਂ ਕੋਈ। ਉਹ ਹਰੀ ਪਰਮੇਸ਼ਰ ਵਾਹਿਗੁਰੂ ਸਭ ਕੁਝ ਜਾਣਦਾ ਹੈ। ਇਸ ਕਰਕੇ ਮੇਰੇ ਮਨ ਹਰ ਚੇਤ, ਹੇ ਮੇਰੇ ਮਨ, ਸੰਕਲਪਾਂ ਨੂੰ ਛੱਡ ਕੇ ਹਰ ਅਕਾਲ ਪੁਰਖ ਵਾਹਿਗੁਰੂ ਦਾ ਚੇਤ ਚਿੰਤਨ ਕਰ। ਹਰ ਵੇਲੇ ਨਾਮ ਜਪ। ਸੋ ਡਰੈ ਜੇ ਪਾਪ ਕਮਾਵਦਾ। ਡਰਦਾ ਕੌਣ ਹੁੰਦਾ? ਜਿਹੜਾ ਪਾਪ ਕਰਦਾ ਹੈ ਉਹ ਡਰਦਾ ਹੈ। ਤੇ ਜਿਹੜੇ ਭਾਈ ਪਾਪ ਨਹੀਂ ਕਰਦੇ ਉਹ ਕਾਹਨੂੰ ਡਰਨਗੇ? ਧਰਮੀ ਵਿਗਸੇਤ, ਧਰਮੀ ਸ੍ਰੇਸ਼ਟ ਧਾਰੀ, ਪੁੰਨ ਕਰਮ ਕਰਨ ਵਾਲੇ ਸ੍ਰੇਸ਼ਟ ਪੁਰਖ, ਨਾਮ ਜਪਣ ਵਾਲੇ, ਉਹਨਾਂ ਦਾ ਚਿੱਤ ਵਾਹਿਗੁਰੂ ਦੇ ਸਿਮਰਨ ਚ ਉਹ ਜੁੜਿਆ ਹੋਣ ਕਰਕੇ ਵਿਗਸੇਤ ਖਿੜਿਆ ਰਹਿੰਦਾ ਹੈ। ਡਰਨਾ ਤਾਂ ਇੱਕ ਪਾਸੇ ਰਿਹਾ, ਉਹ ਤਾਂ ਮਤਲਬ ਖੁਸ਼ ਹੋਏ ਰਹਿੰਦੇ ਆ। ਸਦਾ ਹੀ ਸਦਾ ਆਨੰਦ ਰਹਿੰਦਾ ਉਹਨਾਂ ਨੂੰ। ਇਸ ਕਰਕੇ ਇੱਕ ਰਸ ਰਹਿੰਦੇ ਹਨ ਆਨੰਦ ਦੇ ਵਿੱਚ। ਤੂੰ ਸੱਚਾ ਆਪ ਨਿਆਉ ਸੱਚ। हे ਪਰਮੇਸ਼ਰ ਵਾਹਿਗੁਰੂ, ਤੂੰ ਆਪ ਸੱਚ ਸਰੂਪ ਹੈ। ਤੇਰਾ ਨਿਆਉ ਇਨਸਾਫ ਵੀ ਸੱਚਾ ਹੈ। ਤੇਰੇ ਸਰੂਪ ਦੇ ਵਿੱਚ ਜਿਹੜੇ ਜੁੜੇ ਹਨ ਉਹ ਜੁੜੇ ਰਹੀਏ। हे ਪਰਮੇਸ਼ਰ ਵਾਹਿਗੁਰੂ, ਸਾਨੂੰ ਇਹ ਦਾਤ ਬਖਸ਼ੋ ਜਿਹੜੇ ਜੁੜੇ ਨ। ਤਾਂ ਡਰੀਐ ਕੇਤ, ਜਿਹੜੋਂ ਜੁੜ ਗਏ ਫਿਰ ਤਾਂ ਡਰੀਐ ਕੇਤ। ਕੀ ਤੋਂ ਡਰਨਾ? ਫਿਰ ਡਰਨਾ ਤਾਂ ਕੀ ਹੈ? ਡਰਨਾ ਤਾਂ ਝੂਠੇ ਵਿਅਕਤੀਆਂ ਦਾ ਹੁੰਦਾ ਹੈ। ਝੂਠੀਆਂ ਅਦਾਲਤਾਂ ਚੋਂ ਤਾਂ ਹੁੰਦਾ ਡਰ ਵੀ ਕਿਤੇ ਸੱਚ ਨੂੰ ਫਾਂਸੀ ਨਾ ਲਾ ਦੇਣ। ਇਹ ਝੂਠੀਆਂ ਅਦਾਲਤਾਂ ਨੇ। ਇੱਥੇ ਤਾਂ ਡਰ ਹੈ, ਸੱਚੇ ਨੂੰ ਵੀ ਡਰ ਹੈ। ਇੱਥੇ ਤਾਂ ਸੱਚੇ ਨੂੰ ਫਾਹੀ ਲਾ, ਝੂਠੇ ਨੂੰ ਬਰੀ ਕਰ ਦਿੰਦੇ ਆ। ਪਰ ਉਹਦੀ ਅਦਾਲਤਾਂ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜਿਆ। ਤੇ ਡਰੀਐ ਕੇਤ, ਤੇ ਫੇਰ ਨਹੀਂ ਉਹਨਾਂ ਦਾ ਡਰ ਨਹੀਂ ਹੈ ਜਦੋਂ ਸੱਚ ਹੈ ਪੱਲੇ। ਜਿਨ੍ਹਾਂ ਨਾਨਕ ਸੱਚ ਪਛਾਣਿਆ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਪਛਾਣ ਲਿਆ ਵਿਰਾਗ ਵਿਵੇਕ ਦੇ ਨੇਤਰਾਂ ਦੁਆਰਾ। ਸੇ ਸੱਚ ਰਲੇਤ, ਉਹ ਸੱਚੇ ਪਰਮੇਸ਼ਰ ਦੇ ਰਲੇਤ ਜੁੜੇ ਰਹਿੰਦੇ ਨੇ। ਸਰੀਰ ਦੇ ਵਿੱਚ ਜਿੰਨਾ ਚ ਰਹਿੰਦੇ ਆ ਸਤ ਸਰੂਪ ਬ੍ਰਹਮ ਦੇ ਵਿੱਚ ਉਦੋਂ ਬਿਰਤੀ ਕਰਕੇ ਮਿਲੇ ਨੇ। ਸਰੀਰ ਤਿਆਗ ਕੇ ਪੱਕੇ ਤੌਰ ਤੇ ਜਿਉਂ ਜਲ ਮੇ ਜਲ ਆਏ ਖਟਾਨਾ, ਤੂੰ ਜੋਤੀ ਸੰਗ ਜੋਸ, ਇਉਂ ਮਿਲ ਜਾਂਦੇ ਹਨ। ਫਿਰ ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਜੀ, ਇਹ ਸੁਣੋ। ਕਲਮ ਜਲੋ ਸਣ ਵਸਵਾਣੀਐ। ਜਿਸ ਵਕਤ ਗੁਰੂ ਮਹਾਰਾਜ ਗੋਬਿੰਦਵਾਲ ਸਾਹਿਬ ਨੇ ਬੌਲੀ ਸਾਹਿਬ ਸੇਵਾ ਕਰਾਉਂਦੇ ਸੀ, ਉਦੋਂ ਇੱਕ ਪੜ੍ਹਿਆ ਲਿਖਿਆ ਬਹੁਤ ਦਿਮਾਗ ਵਾਲਾ ਬੜਾ ਚਤਰ ਮੁਨਸ਼ੀ ਆ ਗਿਆ। ਉਹਦੇ ਅੰਦਰ ਖਿਆਲ ਸੀ ਵੀ ਇੱਥੇ ਗੁਰੂ ਘਰ ਆਮਦਨ ਆਉਂਦੀ ਹੈ, ਵੀ ਮੈਨੂੰ ਮਹਾਰਾਜ ਸਾਹਿਬ ਜੀ ਮੁਨਸ਼ੀ ਰੱਖ ਲੈਣ, ਮੈਂ ਹਿਸਾਬ ਕਿਤਾਬ ਕਰਿਆ ਕਰੂੰਗਾ ਤੇ ਕੁਝ ਫਿਰ ਮਾਇਆ ਆਪਣੇ ਕੋਲ ਰੱਖ ਲਿਆ ਕਰੂੰਗਾ, ਹੇਰਾ ਫੇਰੀ ਨਾਲ ਲਿਖ ਦਿਆ ਕਰੂੰਗਾ। ਇਸ ਕਰਕੇ ਵੀ ਮੈਨੂੰ ਲਾਭ ਬਹੁਤ ਹੋਊਗਾ, ਨਾਲੇ ਤਾਂ ਤਨਖਾਹ ਮਿਲੂਗੀ ਤੇ ਨਾਲੇ ਫਿਰ ਹੇਰਾ ਫੇਰੀ ਦੇ ਵਿੱਚੋਂ ਮੈਂ ਕੁਝ ਕਰ ਲਿਆ ਕਰੂੰਗਾ, ਵੀ ਮਾਲੋ ਮਾਲ ਹੋ ਜਾਊ। ਇਹ ਵਾਸਨਾ ਨਾਲ ਮਹਾਰਾਜ ਦੇ ਕੋਲ ਆ ਗਿਆ। ਗੁਰੂ ਮਹਾਰਾਜ ਨੂੰ ਆ ਕੇ ਕਹਿੰਦਾ, ਮਹਾਰਾਜ ਗੁਰੂ ਘਰ ਦੀ ਆਮਦਨ ਬਹੁਤ ਹੈ, ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ, ਲੰਗਰ ਵਿੱਚ ਕਿੰਨਾ ਲੱਗਦਾ ਹੈ, ਥੋੜੀ ਬਹੁਤ ਫਿਰ ਬੱਚਤ ਵੀ ਤਾਂ ਕਰਨੀ ਚਾਹੀਦੀ ਹੈ। ਆਮਦਨ ਜਾਂ ਪਤਾ ਹੀ ਨਾ ਲੱਗੂਗਾ, ਆਮਦਨ ਖਰਚ ਜਿਹੜਾ ਇਹਦਾ ਹਿਸਾਬ ਹੋਣਾ ਚਾਹੀਦਾ, ਉਹ ਹਿਸਾਬ ਕਿਤਾਬ ਲਿਖਦੇ ਰਹਿਣਾ ਚਾਹੀਦਾ। ਮੈਂ ਮੁਨਸ਼ੀ ਹਾਂ, ਮੈਂ ਕਰ ਦਿਆ ਕਰੂੰ।
ਤੇ ਮਹਾਰਾਜ ਸਾਹਿਬ ਨੇ ਪਹਿਲਾਂ ਤਾਂ ਟਾਲਿਆ, ਕਹਿੰਦੇ ਸਾਡੇ ਤਾਂ ਸਿੱਖ ਅਨਪੜ੍ਹ ਭਾਈ, ਇੱਥੇ ਤਾਂ ਇੱਕ ਨਹੀਂ ਚੱਲਦਾ। ਕਹਿੰਦਾ ਮੈਂ ਲਿਖਿਆ, ਪੜ੍ਹਿਆ ਲਿਖਿਆ, ਮੈਂ ਕਰਿਆ ਕਰੂੰ ਹਿਸਾਬ ਕਿਤਾਬ। ਆਪ ਕਿਰਪਾ ਕਰੋ, ਜਿੰਨੀ ਕੁ ਤਨਖਾਹ ਦੇਣੀਆਂ ਦੇ ਦਿਓ। ਤਾਂ ਗੁਰੂ ਸਾਹਿਬ ਜੀ ਮੁਨਸੀ ਪ੍ਰਤੀ ਫਿਰ ਉਪਦੇਸ਼ ਦਿੰਦੇ ਨੇ। ਮਹਾਰਾਜ ਸਾਹਿਬ ਜੀ ਫਿਰ ਉਸ ਵੇਲੇ ਬੜਾ ਕਰੜਾ ਸ਼ਬਦ ਬੋਲਿਆ, ਕਲਮ ਚਲੋ ਸਣਮ ਸਵਾਣੀ ਐ। ਮਹਾਰਾਜ ਕਹਿੰਦੇ ਭਾਈ ਗੁਰੂ ਦੇ ਲੰਗਰਾਂ ਤੇ ਗੋਲਕਾਂ ਦਾ ਹਿਸਾਬ ਕਿਤਾਬ ਰੱਖਣ ਲਈ ਤੇ ਅੰਦਰ ਬਾਸ਼ਨਾ ਇਹ ਰੱਖ ਕੇ ਵੀ ਮੈਂ ਵਿੱਚੋਂ ਆਮਦਨ ਖੱਟਿਆ ਕਰੂੰ। ਕਹਿੰਦੇ ਕਲਮ ਚਲੋ ਜਲ ਜਾਓ, ਐਸੀ ਕਲਮ ਤੇਰੀ ਜਿਹੜੀ ਲਿਖੇ ਕੁਝ ਹੋਰ ਹੋਵੇ ਕੁਝ ਹੋਰ, ਇਹ ਤੇਰੀ ਕਲਮ ਸੜ ਜਾਏ। ਕਲਮ ਚਲੋ ਸਣ ਮਸਵਾਣੀ ਹੈ, ਮਸਵਾਣੀ ਦਵਾਤ ਦੇ ਸਮੇਤ ਤੇਰੀ ਦਵਾਤ ਸੜ ਜਾਏ, ਤੇਰੀ ਕਲਮ ਸੜ ਜਾਏ। ਨਾਲ ਫਿਰ ਹੋਰ ਵੀ ਕਹਿੰਦੇ ਹਨ, ਕਾਗਜ਼ ਪੀ ਜਲ ਜਾਓ। ਦੇਤਾ ਮੁਨਸੀ ਨੂੰ ਸਿਰੋਂ ਪਾਉ ਚੰਗੀ ਤਰ੍ਹਾਂ। ਕਹਿੰਦੇ ਕਾਗਜ਼ ਵੀ ਸੜ ਜਾਏ ਜਿਹਦੇ ਉੱਤੇ ਤੂੰ ਕਾਗਜ਼ ਪੀ ਜਲ ਜਾਓ। ਸੜ ਜਾਏ ਐਸਾ ਕਾਗਜ਼ ਜਿਹਦੇ ਉੱਤੇ ਹੇਰਾ ਫੇਰੀ ਦੇ ਅੱਖਰ ਲਿਖਣ ਵਾਸਤੇ ਮਨ ਚ ਵਾਸਨਾ ਰੱਖ ਕੇ ਗੁਰੂ ਘਰ ਆਇਆ ਹੈ। ਲਿਖਣ ਵਾਲਾ ਜਲ ਬਲੋ, ਇਹੋ ਜਿਹਾ ਹਿਸਾਬ ਦਾ ਲਿਖਣ ਵਾਲੇ ਮੁਨਸੀ ਕਹਿੰਦੇ ਤੂੰ ਵੀ ਸੜ ਕੇ ਸੁਆਹ ਹੋ ਜਾਵੇਂ। ਜਿਨ ਲਿਖਿਆ ਦੂਜਾ ਭਾਉ, ਜਿਸ ਨੇ ਦਬਾਇਤ ਭਾਵ ਦੀਆਂ ਗੱਲਾਂ ਲਿਖੀਆਂ, ਆਮਦਨ ਖਰਚ ਉਹਨਾਂ ਹੋਇਆ ਨਹੀਂ ਜਿੰਨਾ ਖਰਚਾ ਪਾ ਦਿੱਤਾ, ਤੇ ਆਮਦਨ ਦੇ ਵਿੱਚੋਂ ਖਰਚਾ ਵੱਧ ਪਾ ਕੇ ਵਿੱਚੋਂ ਖਸਕਾਰਿਆ। ਕਹਿੰਦੇ ਫਿਰ ਲਿਖਣ ਵਾਲਾ ਜਲ ਬਲੋ, ਉਹ ਵੀ ਸੜਵਲ ਜਾਏ। ਜਿਨ ਲਿਖਿਆ ਦੂਜਾ ਭਾਉ, ਦਵੈਸ਼ ਲਿਖ ਦਿੱਤੀ। ਕਲਮ ਕੁਛ ਹੋਰ ਕਹਿੰਦੀ ਹੈ, ਲਿਖਤ ਕੋ ਹੋਰ ਕਹਿੰਦੀ ਹੈ, ਗੱਫੇ ਕਿਸੇ ਹੋਰ ਪਾਸੇ ਨੂੰ ਤੁਰ ਗਏ। ਤੇ ਨਾਲੇ ਭਾਈ ਵੀ ਲਿਖਤ ਹਿਸਾਬ ਕਿਤਾਬ ਕਰਕੇ ਖਰਚੇ ਪਾ ਪਾ ਕੇ ਉਹਦੇ ਵਿੱਚੋਂ ਠੱਗਦੇ ਆ। ਫਿਰ ਇਹ ਲੇਖਾ ਵੀ ਉਹਨਾਂ ਨੂੰ ਇਹ ਦੇਣਾ ਪਊਗਾ। ਇਹ ਤਾਂ ਸੀ ਬਾਹਜ ਉਪਦੇਸ਼। ਹੁਣ ਅੰਤਰੀ ਭਾਵ ਦੇ ਚ ਮਹਾਰਾਜ ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਮੁਨਸੀ ਨੂੰ ਉਪਦੇਸ਼ ਦੇ ਰਹੇ ਸੀ, ਉਸ ਵੇਲੇ ਵਿਦਵਾਨ ਪੰਡਤ ਆਇਆ। ਇੱਕ ਸੱਜਣੇ ਸਤਿਗੁਰੂ ਪਾਸ ਆ ਕੇ ਕਿਹਾ, ਮਹਾਰਾਜ ਵਿਦਵਾਨ ਪੰਡਤ ਕਹਿੰਦਾ ਹੈ ਕਿ ਮੈਂ ਜੀਵ ਈਸ਼ ਦਾ ਭੇਦ ਸਿੱਧ ਕਰ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਪੰਡਤ ਜੀ ਕੋਲ ਬੁਲਾਇਆ। ਕਹਿੰਦੇ ਪੰਡਤ ਜੀ, ਤੇ ਇਹ ਕਿਹਾ ਜਾ ਪੁੱਠਾ ਅਭੇਦ ਸਿੱਧ ਕਰਨ ਦੀ ਗੱਲ ਹੁੰਦੀ ਤਾਂ ਵੀ ਮੰਨ ਲੈਂਦੇ, ਭੇਦ ਸਿੱਧ ਉਹਨੂੰ ਫਿਰ ਬਖਸ਼ਿਸ਼ ਕਰਕੇ ਉਪਦੇਸ਼ ਦਿੰਦੇ ਨੇ। ਕਲਮ ਜਲੋ ਸਣ ਮਸਵਾਣੀ ਐ। ਕਹਿੰਦੇ ਹੇ ਭਾਈ, ਉਹ ਭੇਦਬਾਦ ਵਾਲੀ ਦਵੈਤ ਸਿੱਧ ਕਰਨ ਵਾਲੀ ਕਲਮ ਸਿਆਹੀ ਮਸਵਾਣੀ ਹੈ, ਸਣ ਸਮੇਤ ਸੜ ਜਾਵੇ। ਕਾਗਜ਼ ਵੀ ਜਲ ਜਾਓ, ਉਹ ਕਾਗਜ਼ ਵੀ ਜਲ ਜਾਏ ਜਿਹਦੇ ਉੱਤੇ ਭਾਵ ਕੀ ਹੈ, ਜਿਹੜੇ ਹਿਰਦੇ ਵਿੱਚ ਜਾਂ ਫਿਰ ਦਵੈਸ਼ ਪਾਉਣ ਵਾਲੀਆਂ ਗੱਲਾਂ ਜਿਹੜੇ ਲਿਖ ਲਿਖ ਕੇ ਲੋਕਾਂ ਨੂੰ ਦਵੈਸ਼ ਪਾਉਂਦੇ ਨੇ, ਅਖਬਾਰਾਂ 'ਚ ਦਿੰਦੇ ਆ, ਗ੍ਰੰਥ ਛਾਪਦੇ ਨੇ ਕਈ, ਦਵੈਸ਼ ਦੀਆਂ ਗੱਲਾਂ ਰੱਬ ਨਹੀਂ ਹੁੰਦਾ, ਉਹ ਕਾਗਜ਼ ਵੀ ਸੜ ਜਾਵੇ। ਲਿਖਣ ਵਾਲਾ ਜਲ ਬਲੋ, ਸਾਰੀ ਪੰਕਤੀ ਬੋਲ। ਜਿਨ ਲਿਖਿਆ ਦੂਜਾ ਭਾਉ, ਜਿਸ ਨੇ ਦਵੈਤ ਛੱਡ ਕੇ ਦਵੈਤ ਭਾਵ, ਜਿਹਨੂੰ ਅਦਵੈਤ ਤਾਂ ਛੱਡ ਦਿੱਤੀ, ਅਦਵੈਤ ਨੂੰ ਛੱਡ ਕੇ ਦਵੈਤ ਭਾਵ ਨੂੰ ਲਿਖਿਆ, ਉਹ ਲਿਖਣ ਵਾਲਾ ਲਿਖਾਰੀ ਵੀ ਸੜ ਜਾਵੇ, ਬਲ ਜਾਵੇ। ਦਾਊਦਰ ਦੇ ਸੰਤ ਹੋਇਆ ਸਾਧ ਸਿੰਘ ਜੀ, ਸੰਤ ਈਸ਼ਰ ਸਿੰਘ ਸੀ ਉਹਨਾਂ ਦਾ, ਬੜੇ ਵਿਦਵਾਨ ਸੀ। ਉਹਨਾਂ ਦੇ ਕੋਲ ਇੱਕ ਆ ਗਿਆ ਕੰਸ਼ੀ ਦਾ ਵਿਦਵਾਨ, ਤੇ ਆ ਕੇ ਸੰਤਾਂ ਨੂੰ ਕਹਿਣ ਲੱਗਿਆ, ਕਹਿੰਦਾ ਜੀ ਮੈਂ ਦਵੈਤ ਸਿੱਧ ਕਰ ਸਕਦਾ। ਮਹਾਂਪੁਰਖ ਕਹਿੰਦੇ ਕੀ? ਕਹਿੰਦਾ ਜੀ ਮੈਂ ਪੰਡਤ ਆ, ਵੀ ਮੈਂ ਬੜੀਆਂ ਸਭਾ ਜਿੱਤੀਆਂ ਨੇ, ਦਵੈਤ ਸਿੱਧ ਕਰ ਸਕਦਾ ਮੈਂ, ਕਾਂਸੀ ਪੜਿਆ ਹੋਇਆ। ਮਾਰੇ ਕਹਿੰਦੇ ਮਹਾਂਪੁਰਖ ਕਹਿੰਦੇ ਕਾਂਸੀ ਦਵੈਤ ਹੀ ਸਿੱਖਦਾ ਰਿਹਾ ਤੂੰ? ਸੰਤ ਹੱਸ ਪਏ, ਕਹਿਣ ਲੱਗੇ ਅੱਛਾ ਤੂੰ ਪੰਡਤ ਆਪਣੇ ਆਪ ਨੂੰ ਬੜਾ ਮੰਨਦਾ ਹੈ। ਉਸ ਵੇਲੇ ਪੰਡਤ ਕਹਿਣ ਲੱਗੇ ਹਾਂ ਜੀ ਮੈਂ ਤਾਂ ਬਹੁਤ ਸਭਾ ਜਿੱਤੀਆਂ। ਇੱਕ ਝੀਵਰ ਸੀ, ਉੱਥੇ ਪਾਣੀ ਭਰਦੇ ਹੁੰਦੇ ਸੀ, ਝੀਵਰ ਮਾਸ਼ਕੀ। ਮਾਰੇ ਕਹਿੰਦੇ ਮਾਸ਼ਕੀ ਉਰੇ ਆਈ? ਕਹਿੰਦਾ ਹਾਂ ਜੀ। ਸੰਤ ਕਹਿੰਦੇ ਮਾਸ਼ਕੀ ਨੂੰ ਕੋਲ, ਕਹਿੰਦੇ ਤੂੰ ਬ੍ਰਹਮ ਹੈ? ਉਹ ਕਹਿੰਦਾ ਮਹਾਰਾਜ ਮੈਂ ਬ੍ਰਹਮ ਕਿੱਥੇ ਆਇਆ? ਕਹਿੰਦਾ ਧੱਕੇ ਖਾਂਦਾ ਫਿਰਦਾ ਮੈਂ, ਮਾਸ਼ਕੀ ਆ, ਪਾਣੀ ਭਰਨ ਦਾ ਗਰੀਬ ਬੰਦਾ, ਮੈਨੂੰ ਬ੍ਰਹਮ ਬਣਾਤਾ ਤੁਸੀਂ। ਸੰਤ ਹੱਸ ਕੇ ਕਹਿੰਦੇ ਪੰਡਤ ਜੀ ਤੂੰ ਕਾਂਸੀ 12 ਸਾਲ ਭੱਠ ਚੁਗਦਾ ਰਿਹਾ। ਕਹਿੰਦੇ ਆ ਤਾਂ ਮਾਸ਼ਕੀ ਨੂੰ ਵੀ ਪਤਾ, ਦਵੈਤ ਇਹਨੇ ਵੀ ਸਿੱਧ ਕਰਤੀ, ਦਵੈਤ ਤੂੰ ਸਿੱਧ ਕਰਦਾ ਫਿਰਦਾ, ਅਦਵੈਤ ਸਿੱਧ ਕਰਨੀ ਚਾਹੀਏ। ਸੋ ਇਸ ਕਰਕੇ ਸਾਧ ਜੀ ਕਹਿੰਦੇ ਇਹ ਇਸ ਤਰ੍ਹਾਂ ਦੇ ਜਿਹੜੀ ਦਵੈਤ ਲਿਖਣ ਵਾਲੇ ਨੇ ਉਹਨਾਂ ਦੇ ਪਥਾਏ, ਕਹਿੰਦੇ ਜਿਹੜਾ ਦੂਜਾ ਭਾਉ ਲਿਖਣ ਵਾਲੇ ਨੇ ਉਹ ਸੜ ਜਾਣ। ਹੁਣ ਤੀਸਰੇ ਅਰਥ ਦੇ ਵਿੱਚ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਸੁਣੋ ਜੀ। ਕਲਮ ਜਲੋ ਸਣ ਮਸਵਾਣੀ ਐ। ਉਹ ਝੂਠ ਦਵੈਤ ਨੂੰ ਕਥਨ ਕਰਨ ਵਾਲੀ ਜ਼ਬਾਨ ਰੂਪੀ ਕਲਮ ਤੇ ਸਣ ਸਾਥ ਹੀ ਸਮੇਤ ਹੀ, ਕਾਹਦੇ ਸਮੇਤ? ਦਵੈਤ ਵਿੱਚ ਸਰਦਾ ਰੱਖਣ ਰੂਪ ਦਵਾਤ ਵੀ ਸੜ ਜਾਏ। ਉਹ ਅੰਤਿਸ਼ ਕਰਨ ਰੂਪੀ ਕਾਗਜ਼ ਪੀ ਜਲ ਜਾਓ, ਅੰਤਿਸ਼ ਕਰਨ ਰੂਪੀ ਕਾਗਜ਼ ਵੀ ਸੜ ਜਾਵੇ। ਜਿਹੜਾ ਹੰਕਾਰ ਦੇ ਸਹਿਤ ਤੇ ਨਿਸ਼ਚਾ ਕਰੀ ਬੈਠਾ ਹੈ
ਕਿ ਮੈਂ ਗਿਆਨਵਾਨ ਹਾਂ। ਲਿਖਣ ਵਾਲਾ ਜਲ ਵਲੋ ਜਿਨ ਜਿਸ ਅਧਿਕਾਰੀ ਨੇ ਹਿਰਦੇ ਉੱਪਰ ਦੂਜਾ ਭਾਉ ਦਵੈਤ ਲਿਖਿਆ ਹੈ, ਬੋਲ ਦਿਓ ਜੀ ਸਾਰਾ। ਜਿਨ ਲਿਖਿਆ ਦੂਜਾ ਭਾਉ, ਜਿਸ ਅਧਿਕਾਰੀ ਨੇ ਹਿਰਦੇ 'ਚ ਦੂਜਾ ਦਵੈਤ ਭਾਵ ਲਿਖ ਲਿਆ ਹੈ, ਉਹ ਦਵੈਤ ਲਿਖਣ ਵਾਲਾ, ਉਪਦੇਸ਼ ਦੇਣ ਵਾਲਾ ਵੀ ਸੜ ਜਾਏ, ਸੁਆਹ ਹੋ ਜਾਏ, ਤੇ ਉਹ ਵੀ ਲੈਣ ਵਾਲਾ ਵੀ। ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਲਾਹਨਤ ਪਾਈ ਹੈ। ਨਾਨਕ ਪੂਰਵ ਲਿਖਿਆ ਕਮਾਵਣ। ਮਹਾਰਾਜ ਸਾਹਿਬ ਕਹਿੰਦੇ ਨੇ ਵੀ ਹੇ ਜੀਵ, ਜੋ ਪੂਰਵ ਪਿਛਲੇ ਜਨਮ ਵਿੱਚ ਕਰਮ ਕੀਤੇ ਉਹਨਾਂ ਦੇ ਅਨੁਸਾਰ ਅੰਤਰਜਾਮੀ ਵਾਹਿਗੁਰੂ ਨੇ ਮੱਥੇ ਦੇ ਲੇਖ ਲਿਖਿਆ ਹੈ, ਜੈਸਾ ਲਿਖ ਦਿੱਤਾ। ਔਰ ਨਾ ਕਰਨਾ ਜਾਏ। ਜੀਵ ਉਹੀ ਕਰਮ ਕਰਦਾ, ਹੋਰ ਨਹੀਂ ਕਮਾਉਣਾ ਪੈਂਦਾ, ਉਹੀ ਕਰਨਾ ਪੈਂਦਾ ਹੈ। ਇਹ ਤੋਂ ਇਲਾਵਾ ਹਾਵਰ ਹੋਰ ਕੋਈ ਵੀ ਕਰਤੱਵ ਨਹੀਂ ਕੀਤਾ ਜਾ ਸਕਦਾ। ਮਹੱਲਾ ਤੀਜਾ। ਮਹੱਲਾ ਤੀਜਾ ਅੱਗੇ ਪ੍ਰਮਾਣ ਕਰਦੇ ਨੇ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਮਾਇਆ ਨਾਲ ਪਿਆਰ। ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਸਨੇਹ ਹੈ, ਅਨਮੇਰੀ ਸੀ ਇਹ, ਜੋ ਪਰਮੇਸ਼ਰ ਦੀ ਉਸਤੀ ਵਾਲੇ ਗ੍ਰੰਥਾਂ ਤੋਂ ਬਿਨਾਂ ਹੋਰ ਵਿਸ਼ਿਆਂ ਦੀ ਵਾਸ਼ਨਾ ਨੂੰ ਕਥਨ ਕਰਨ ਵਾਲੇ ਗ੍ਰੰਥਾਂ ਨੂੰ ਪੜ੍ਹਦੇ ਆ, ਉਹ ਕੂੜ ਝੂਠਾ ਹੀ ਹੈ। ਜਿਹੜੇ ਜੀਵ ਈਸ਼ ਦੀ ਏਕਤਾ ਨੂੰ ਛੱਡ ਕੇ ਭੇਦਵਾਦ ਦਾ ਬੋਲਣਾ ਕਥਨ ਕਰਦੇ ਆ, ਉਹ ਵੀ ਕੂੜ ਝੂਠਾ ਹੀ ਹੈ। ਕੇਵਲ ਮਾਇਆ ਨਾਲ ਪਿਆਰ ਲੱਗਾ, ਹੋਰ ਵੇਦ ਸ਼ਾਸਤਰਾਂ ਦਾ ਪੜ੍ਹਨਾ ਫਿਰ ਉਹਨਾਂ ਦਾ ਝੂਠਾ ਹੈ। ਹੋਰਨਾਂ ਨੂੰ ਬੋਲਣਾ ਕਥਨ ਕਰਕੇ ਉਪਦੇਸ਼ ਦੇਣਾ, ਆਪ ਨਾ ਕਮਾਉਣਾ, ਉਹ ਵੀ ਝੂਠੇ ਹਨ। ਨਾਨਕ ਬਿਨ ਨਾਵੇ ਕੋ ਥਿਰ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਕੋਈ ਕਿਸੇ ਦਾ ਚਿੱਤ ਵਾਹਿਗੁਰੂ ਵਿੱਚ ਥਿਰ ਸਥਿਰ ਨਹੀਂ ਹੋ ਸਕਦਾ। ਨਾਮ ਤੋਂ ਬਿਨਾਂ ਅਚਲ ਨਹੀਂ ਹੋ ਸਕਦਾ। ਇਹ ਅਚਲ ਰਹਿਣ ਵਾਲੀ ਕੋਈ ਵੀ ਵਸਤੂ ਨਹੀਂ ਹੈ ਨਾਮ ਤੋਂ ਬਿਨਾਂ। ਤੋ ਇਸ ਕਰਕੇ ਜਿਹੜੇ ਪੰਡਿਤ ਲੋਕ ਹਨ, ਪੜ ਪੜ ਹੋਏ ਖੁਆਰ, ਵਿਦਵਾਨ ਪੰਡਿਤ ਆਦ ਭੇਦਵਾਦ ਦੇ ਗ੍ਰੰਥਾਂ ਨੂੰ ਪੜ ਪੜ ਕੇ ਵਿਸ਼ਿਆਂ ਦੀ ਵਾਸ਼ਨਾ ਦੇ ਵਿੱਚ ਖੁਆਰ ਖੱਜਲੇ ਹੋ ਰਹੇ ਹੈ। ਦਵੈਤ ਦੇ ਪੜਦਿਆਂ ਵਿੱਚ ਪੜ ਪਏ ਹੋਏ ਖੁਆਰ ਹੁੰਦੇ ਨੇ। ਅੱਗੇ ਹੁਣ ਪੌੜੀ 'ਚ ਗੁਰੂ ਰਾਮਦਾਸ ਜੀ ਸਦਾ ਸਥਿਰ ਰਹਿਣ ਵਾਲੀ ਨਾਮੀ ਪਰਮੇਸ਼ਰ ਦਾ ਜ਼ਿਕਰ ਕਰਨਗੇ, ਗੁਣ ਦੱਸਣਗੇ। ਪੌੜੀ ਹਰ ਕੀ ਵਡਿਆਈ ਵੱਡੀ ਹੈ। ਇਹ ਭਾਈ ਹਰੀ ਪਰਮੇਸ਼ਰ ਦੀ ਵਡਿਆਈ ਮਹਿਮਾ ਸਾਰਿਆਂ ਤੋਂ ਵੱਡੀ ਹੈ। ਹਰ ਕੀਰਤਨ ਹਰ ਕਾ, ਕਿਉਂਕਿ ਜੋ ਵੀ ਹਰੀ ਪਰਮੇਸ਼ਰ ਦਾ ਕੀਰਤਨ ਜਸ ਗਾਉਂਦਾ ਹੈ, ਉਹ ਹਰ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਇਸ ਕਰਕੇ ਉਹ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੁੰਦਾ ਹੈ। ਹਰ ਕੀਰਤਨ ਹਰ ਕਾ ਬੋਲਦੇ, ਹਰ ਕੀਰਤਨ ਹਰ ਕਾ। ਹਰੀ ਪਰਮੇਸ਼ਰ ਵਾਹਿਗੁਰੂ ਦਾ ਉਹ ਜਿਹੜਾ ਜਸ ਹੈ, ਕੀਰਤਨ ਹੈ, ਜਸ ਗਾਉਂਦੇ ਹੈ। ਇਸ ਕਰਕੇ ਇਹ ਵਡਿਆਈ ਤਾਂ ਵੱਡੀ ਹੈ ਪਰਮੇਸ਼ਰ ਵਾਹਿਗੁਰੂ ਦੇ। ਹਰ ਕੀ ਵਡਿਆਈ ਵੱਡੀ ਹੈ। ਹਰੀ ਪਰਮੇਸ਼ਰ ਦੀ ਵਡਿਆਈ ਮਹਿਮਾ ਇਸ ਕਰਕੇ ਵੀ ਵੱਡੀ ਹੈ। ਅੱਗੇ ਦੱਸਦੇ ਨੇ, ਜਾਂ ਨਿਆਉ ਹੈ ਧਰਮ ਕਾ। ਜਾਂ ਜਦ ਉਸ ਪਰਮੇਸ਼ਰ ਵਾਹਿਗੁਰੂ ਦਾ ਨਿਆਂ ਇਨਸਾਫ, ਧਰਮ ਦਾ ਕਾ ਦਾ ਧਰਮ ਦਾ ਨਿਆਂ ਹੈ। ਪਰਮੇਸ਼ਰ ਦਾ ਧਰਮ ਦਾ ਨਿਆਂ ਹੈ। ਪਰਮਾਰਥੀ ਨਿਆਂ ਉਹ ਸਦਾ ਹੀ ਕਰਦਾ ਪਰਮੇਸ਼ਰ। ਹਰ ਕੀ ਵਡਿਆਈ ਵੱਡੀ ਹੈ। ਹਰੀ ਪਰਮੇਸ਼ਰ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ। ਜਾਂ ਫਲ ਹੈ ਜੀ ਕਾ। ਜਾਂ ਜਦ ਜੀ ਜੀਵਾਂ ਦੇ ਚੰਗੇ ਮਾੜੇ ਕਰਮਾਂ ਦਾ ਵਿਧਾਤਾ ਰੂਪ ਹੋ ਕੇ ਸੁਖ ਦੂਰ ਦੇ ਫਲ ਦਿੰਦਾ ਹੈ। ਹਰ ਕੀ ਵਡਿਆਈ ਵੱਡੀ ਹੈ। ਹਰੀ ਪਰਮੇਸ਼ਰ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ। ਜਾਂ ਨਾ ਸੁਣੀ ਕਹਿਆ ਚੁਗਲ ਕਾ। ਜਾਂ ਜਦ ਕਿ ਉਹ ਕਿਸੇ ਵੀ ਚੁਗਲ, ਨਿੰਦਿਆ ਚੁਗਲੀ ਕਰਨ ਵਾਲੇ ਦਾ ਕਿਹਾ ਆਖਿਆ ਹੋਇਆ ਬੋਲ ਉਹ ਨਹੀਂ ਸੁਣਦਾ, ਆਪਣੀ ਨਿਆਂ ਕਰਦਾ ਹੈ ਮਹਾਰਾਜ। ਇਸ ਕਰਕੇ ਚੁਗਲਾਂ ਦਾ ਆਖੇ ਬਚਨ ਉਹ ਆਪਣੇ ਪ੍ਰੇਮੀ ਦੇ ਪਿਆਰਿਆਂ ਨੂੰ ਨਿਰਾਸ਼ ਨਹੀਂ ਕਰਦਾ ਉਹਨਾਂ ਦੇ ਕਹੇ ਤੋਂ। ਹਰ ਕੀ ਵਡਿਆਈ ਵੱਡੀ ਹੈ। ਹਰੀ ਪਰਮੇਸ਼ਰ ਦੀ ਮਹਿਮਾ ਇਸ ਕਰਕੇ ਵੀ ਵੱਡੀ ਹੈ। ਪੁੱਛਿਆ ਦਾਨ ਦੇਵ ਕਾ। ਜਦੋਂ ਪਰਮੇਸ਼ਰ ਧਾਮ ਬਾਮ ਸਮੀਰ ਆ ਜਿਹੜਾ ਸਰੀਰ ਆਦ ਹੈ, ਧਾਮ ਬਾਮ ਸਰੀਰ ਆ ਜਿਹੜਾ ਸਰੀਰ ਸਾਨੂੰ ਮਿਲਿਆ, ਇਤਿਆਦਿਕ ਦਾਨ, ਤੇ ਉਹ ਜਿਹੜਾ ਪਰਮੇਸ਼ਰ ਹੈ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ। ਪੁੱਛਿਆ ਦਾਨ ਦੇਵ ਕਾ। ਫੇਰ ਬੋਲਿਓ ਜੀ। ਪੁੱਛਿਆ ਦਾਨ ਦੇਵ ਕਾ। ਪੁੱਛਿਆ ਉਹਦਾ ਜਿਹੜਾ ਬਿਨਾਂ ਪੁੱਛੇ ਦੇਵਕਾ ਦੇਣਾ ਕਰਦਾ ਹੈ। ਦਾਨ ਦੇਣ ਵੇਲੇ ਪੁੱਛਦਾ ਨਹੀਂ ਹੈ। ਇਹ ਅਪੁੱਛ ਦਾਨ ਹੋ ਗਿਆ, ਕਿਸੇ ਤੋਂ ਮੰਗਣਾ ਨਹੀਂ ਹੈ। ਤੇ ਇਸ ਕਰਕੇ ਬਹੁਰ ਨਾ ਲੇਖਾ ਪੁੱਛ ਬੁਲਾਇਆ। ਹੁਣ ਮਹਾਰਾਜ ਸਾਹਿਬ ਜੀ ਇਸੇ ਪ੍ਰਕਾਰ ਜੇ ਦੂਸਰਾ ਅਰਥ ਹਰ ਕੀ ਵਡਿਆਈ ਵੱਡੀ। ਹਰ ਕੀ ਵਡਿਆਈ ਵੱਡੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਪ੍ਰਸ਼ਨ ਕੀਤਾ ਹੈ ਕਿ ਜੀਵਾਂ ਦੀ ਵਡਿਆਈ ਪ੍ਰਾਪਤ ਹੋ ਸਕਦੀ ਹੈ ਮਹਾਰਾਜ? ਕਹਿੰਦੇ ਹਾਂ। ਕਿਵੇਂ ਹੋ ਸਕਦੀ ਹੈ ਮਹਾਰਾਜ? ਕਹਿੰਦੇ ਹਰ ਕੀ ਵਡਿਆਈ ਵੱਡੀ ਹੈ। ਹੇ ਭਾਈ ਪਰਮੇਸ਼ਰ ਦੀ ਵਡਿਆਈ ਤਾਂ ਵੱਡੀ ਹੀ ਹੈ ਜੇਕਰ ਇਹ ਜੀਵ ਉਸ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ। ਹਰ ਕੀਰਤਨ ਹਰ ਕਾ। ਪਰਮੇਸ਼ਰ ਕਾ ਦਾ ਹੁੰਦਾ ਹੈ ਦਾ,
ਕੀਰਤਨ ਜਸ ਕਰੇ ਤਾਂ ਇਹਦੀ ਵਡਿਆਈ ਵੱਡੀ ਹੋ ਸਕਦੀ ਹੈ, ਨਹੀਂ ਹੋ ਸਕਦੀ। ਸਾਰੀ ਦੁਨੀਆ ਪਰਮੇਸ਼ਰ ਦਾ ਰੂਪ ਜਾਣ ਕੇ ਪੂਜਨ ਕਰਨ ਲੱਗੇ। ਹਰ ਕੀ ਵਡਿਆਈ ਵੱਡੀ ਹੈ। ਪਰਮੇਸ਼ਰ ਦੀ ਵਡਿਆਈ ਤਾਂ ਵੱਡੀ ਹੀ ਹੈ, ਪਰ ਜੇਕਰ ਇਹ ਜੀਵ ਆਪ ਇਸ ਤਰ੍ਹਾਂ ਜਾ ਨਿਉ ਹੈ ਧਰਮ ਕਾ, ਜੇ ਧਰਮ ਦਾ ਨਿਉ ਕਰਨ ਲੱਗ ਜਵੇ ਨਾ, ਸਤ ਸੰਤੋਖ ਆਦਿਕ ਸ਼ੁਭ ਗੁਣਾਂ ਨੂੰ ਧਾਰਨ ਕਰ ਲਵੇ, ਕਾਮ ਕ੍ਰੋਧ ਵਿਕਾਰਾਂ ਨੂੰ ਇਹ ਨਿਰਣਾ ਕਰਕੇ ਹਿਰਦੇ ਚੋਂ ਬਾਹਰ ਕੱਢ ਦੇਵੇ, ਫਿਰ ਇਹ ਜੀਵ ਦੀ ਵਡਿਆਈ ਵੱਡੀ ਹੋ ਜਾਵੇ। ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਹਰ ਕੀ ਵਡਿਆਈ ਵੱਡੀ ਹੈ। ਪਰਮੇਸ਼ਰ ਦੀ ਵਡਿਆਈ ਤਾਂ ਭਾਈ ਵੱਡੀ ਹੀ ਹੈ, ਜਾਂ ਫਲ ਹੈ ਜੀ ਕਾ, ਪਰ ਜੇਕਰ ਇਹ ਜੀਵ ਹਿਰਦੇ 'ਚ ਗਿਆਨ ਦਾ ਫਲ ਪ੍ਰਾਪਤ ਹੋ ਜਾਵੇ ਤਾਂ ਫਿਰ ਜੀਵ ਦੀ ਵਡਿਆਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਕਰਨ ਕਰਕੇ, ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਰਕੇ, ਉਹਦਾ ਰੂਪ ਹੋ ਜਾਣ ਕਰਕੇ ਇਹਦੀ ਵੀ ਵਡਿਆਈ ਵੱਡੀ ਹੋ ਜਾਂਦੀ ਹੈ। ਹਰ ਕੀ ਵਡਿਆਈ ਵੱਡੀ ਹੈ। ਪਰਮੇਸ਼ਰ ਦੀ ਵਡਿਆਈ ਤਾਂ ਭਾਈ ਵੱਡੀ ਹੈ, ਪਰ ਜਾਂ ਨਾ ਸੁਣੀ ਕਹਿਆ ਚੁਗਲ ਕਾ, ਪਰ ਜਾਂ ਜੇਕਰ ਜੀਵ ਚੁਗਲ ਨਿੰਦਾ ਚੁਗਲੀ ਜਿਹੜੇ ਕਰਨ ਵਾਲੇ ਨੇ ਉਹਨਾਂ ਵੱਲ ਇਸ਼ਾਰਾ ਕੀਤਾ ਹੈ, ਭੇਦਵਾਦੀਆਂ ਦਾ ਕਹਿਆ ਹੋਇਆ ਝੂਠ ਨਾ ਜਾਣੇ, ਇਹ ਇਸ ਕਰਕੇ ਨਾ ਜਿਹੜਾ ਭੇਦਵਾਦੀਆਂ ਦਾ ਕਿਹਾ ਹੋਇਆ, ਜਿਹੜਾ ਝੂਠ ਨਾ ਸੁਣੇ ਨਾ ਉਹਨਾਂ ਦੇ ਕੋਲ ਬੈਠੇ, ਫਿਰ ਕੀ ਹੋਗਾ, ਜੀਵ ਦੀ ਵਡਿਆਈ ਵੀ ਵੱਡੀ ਹੋ ਜਾਏਗੀ। ਹਰ ਕੀ ਵਡਿਆਈ ਵੱਡੀ ਹੈ। ਪਰਮੇਸ਼ਰ ਦੀ ਵਡਿਆਈ ਤਾਂ ਵੱਡੀ ਹੀ ਹੈ। ਅਪੁੱਛਿਆ ਦਾਨ ਦੇਵ ਕਾ, ਜੇਕਰ ਜੀਵ ਜਾਤ ਪਾਤ ਦੇ ਉਹ ਪੁੱਛਿਆ ਬਿਨਾਂ ਪੁੱਛੇ ਪਰਮੇਸ਼ਰ ਦੇ ਹਰੀ ਪਰਮੇਸ਼ਰ ਦੇ ਸਰੂਪ ਸਮਝ ਕੇ ਦਾਨ ਦੇਵੇ, ਦੇਵਕਾ ਦੇਣਾ ਕਰੇ, ਫੇਰ ਇਹਦੀ ਵਡਿਆਈ ਵੱਡੀ ਹੋ ਸਕਦੀ ਹੈ। ਇਸੇ ਪ੍ਰਕਾਰ ਜੀ ਹਰ ਕੀ ਵਡਿਆਈ ਵੱਡੀ ਹੈ। ਤੇ ਮਹਾਰਾਜ ਸਤਿਗੁਰਾਂ ਦੀ ਵਡਿਆਈ ਕਿਸ ਪ੍ਰਕਾਰ ਵੱਡੀ ਆ? ਉੱਤਰ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ। ਇਹ ਭਾਈ ਹਰੀ ਸਰੂਪ ਸਤਿਗੁਰਾਂ ਦੀ ਵਡਿਆਈ ਤਾਂ ਬਹੁਤ ਵੱਡੀ ਹੈ। ਹਰ ਕੀਰਤਨ ਹਰ ਕਾ, ਕਿਉਂਕਿ ਸਤਿਗੁਰੂ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਹੈ, ਉਹਦਾ ਕੀਰਤਨ ਜਸ ਉਪਦੇਸ਼ ਦਿੰਦੇ ਆ ਹਰ ਵੇਲੇ। ਨਾਨਕ ਕਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ, ਇਉਂ ਕਹਿੰਦੇ ਹਨ। ਹਰ ਕੀ ਵਡਿਆਈ ਵੱਡੀ ਹੈ। ਹਰ ਹਰੀ ਸਰੂਪ ਸਤਿਗੁਰਾਂ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ। ਜਾਂ ਨਿਉ ਹੈ ਧਰਮ ਕਾ, ਜਾਂ ਜਦ ਸਤਿਗੁਰੂ ਦੇ ਪਾਸ ਧਰਮ ਦਾ ਨਿਉ ਹੈ, ਇਨਸਾਫ ਹੈ, ਇਨਸਾਫ ਕਰਦੇ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਆ, ਉਹਦੇ ਚੱਲਣਾ ਕਰੀਏ। ਹਰ ਕੀ ਵਡਿਆਈ ਵੱਡੀ ਹੈ। ਹਰੀ ਸਰੂਪ ਸਤਿਗੁਰਾਂ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ। ਜਾਂ ਫਲ ਹੈ ਜੀਵ ਕਾ, ਕਿਉਂਕਿ ਜਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹੈ, ਗੁਰੂ ਜੀ ਉਹਨਾਂ ਦੀ ਬੁੱਧੀ ਰੂਪ ਧਰਤੀ ਅੰਦਰ ਨਾਮ ਰੂਪੀ ਬੀਜ ਬੀਜ ਕੇ, ਪ੍ਰੇਮ ਰੂਪੀ ਅੰਕਰ, ਸਤ ਸੰਤੋਖ ਸ਼ੁਭ ਗੁਣਾ ਰੂਪੀ ਪੱਤੇ, ਕਰਨਾ ਮੁਦਤਾ ਮੈਤਰੀ ਉਪੇਖਿਆ, ਇਹ ਟਾਹਣੀਆਂ ਪੈਦਾ ਹੋ ਜਾਂਦੀਆਂ ਨੇ। ਤੇ ਇਸ ਕਰਕੇ ਫਿਰ ਉਹਦੇ 'ਚ ਧਰਮ ਰੂਪੀ ਫੁੱਲ ਪੈਦਾ ਹੋ ਜਾਂਦਾ ਹੈ, ਗਿਆਨ ਰੂਪੀ ਫਲ ਪੈਦਾ ਹੋ ਜਾਂਦਾ ਹੈ, ਅੰਤਸ਼ਕਰ ਰੂਪੀ ਬਿਰਛ ਸੁਹਾਵਣਾ ਬਣਾ ਦਿੰਦੇ ਨੇ ਮਹਾਰਾਜ। ਇਸ ਕਰਕੇ ਵੀ ਵਡਿਆਈ ਵੱਡੀ ਹੈ ਸਤਿਗੁਰਾਂ ਦੇ। ਹਰ ਕੀ ਵਡਿਆਈ ਵੱਡੀ ਹੈ। ਹਰੀ ਸਰੂਪ ਸਤਿਗੁਰਾਂ ਦੀ ਵਡਿਆਈ ਇਸ ਕਰਕੇ ਵੱਡੀ ਹੈ। ਜਾਂ ਨਾ ਸੁਣੀ ਕਹਿਆ ਚੁਗਲ ਕਾ, ਜਦ ਸਤਿਗੁਰੂ ਕਿਸੇ ਚੁਗਲਖੋਰ ਦੀ ਕੀਤੀ ਚੁਗਲੀ ਨਹੀਂ ਸੁਣਦੇ। ਜਿਹਨਾਂ ਸਤਿਗੁਰਾਂ ਨੂੰ ਕੋਈ ਦਾਤ ਬਖਸ਼ਣਾ, ਜਿਸ ਨੂੰ ਸਤਿਗੁਰੂ ਜੀ ਕੋਈ ਦਾਤ ਬਖਸ਼ਣਾ ਚਾਹਣ ਤਾਂ ਬਖਸ਼ ਦੇਣਦੇ ਹੈ। ਕਿਸੇ ਚੁਗਲਖੋਰ ਦੀ ਕਹੇ ਤੇ ਉਹ ਬਖਸ਼ਿਸ਼ ਨਹੀਂ ਮੇਟਦੇ ਆਪਣੀ। ਸਿੱਖਾਂ ਦੇ ਔਗਣਾਂ ਨੂੰ ਚੁਗ ਤੇ ਲਾ, ਚੁਗ ਨਾਮ ਹੈ ਚੁਗਣ ਦਾ, ਤੇ ਲਾ ਲੈਂਦੇ ਨੇ, ਚੁਗ ਲੈਂਦੇ ਨੇ, ਭਾਵ ਅੰਦਰੋਂ ਅੰਤਸ਼ ਕਰਨ ਦੇ, ਨਿਰਮਲ ਕਰ ਦਿੰਦੇ ਨੇ, ਚੁਗ ਚੁੱਕੇ ਔਗਣ ਕੱਢ ਦਿੰਦੇ ਨੇ। ਹਰ ਕੀ ਵਡਿਆਈ ਵੱਡੀ ਹੈ। ਹਰੀ ਪਰਮੇਸ਼ਰ ਵਾਹਿਗੁਰੂ ਸਰੂਪ ਸਤਿਗੁਰੂ ਵਡਿਆਈ ਇਸ ਕਰਕੇ ਵੀ ਵੱਡੀ ਹੈ। ਆ ਪੁੱਛਿਆ ਦਾਨ ਦੇਵ ਕਾ, ਕਿਉਂਕਿ ਉਹ ਸਤਿਗੁਰੂ ਜੀ ਗਿਆਨ ਦਾਨ ਦੇਣ ਵੇਲੇ ਪ੍ਰਲੋਕ ਹਿਸਾਬ ਕਿਤਾਬ ਦੇ ਉਪੁੱਛਾ ਪੁੱਛਣ ਨੂੰ ਰਹਿਤ ਹੈ ਆਪ ਸਤਿਗੁਰੂ ਜੀ। ਉਹਨਾਂ ਨੂੰ ਕੋਈ ਪੁੱਛ ਨਹੀਂ ਸਕਦਾ। ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਸਿੱਖਾਂ ਦੇ ਲੇਖੇ ਵੀ ਪਾੜ ਦਿੰਦੇ ਨੇ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗਿਆਨ ਦਾ ਦੇਣ ਦੇ ਕੇ ਪ੍ਰਲੋਕ ਦੇ 'ਚ ਲੇਖਾ ਜੋਖਾ ਮੁਖਣ ਤੋਂ ਰਹਿਤ ਕਰ ਦਿੰਦੇ ਹੈ। ਬ੍ਰਹਮ ਵਿਦਿਆ ਦੀ ਪੂੰਜੀ ਦੇ ਕੇ ਮੁਕਤ ਦਾ ਭੰਡਾਰਾ ਦੇ ਦਿੰਦੇ ਹੈ। ਇਸ ਕਰਕੇ ਵਡਿਆਈ ਵੱਡੀ ਹੈ ਸਤਿਗੁਰਾਂ ਦੀ। ਆਓ ਅੱਜ ਕੁਝ ਵਕਤ ਕੱਲ੍ਹ ਵੀ ਬੇਨਤੀ ਕਰੀ ਸੀ ਵੀ ਅੱਜ ਵਕਤ ਥੋੜਾ ਜਿਹਾ ਉੱਪਰ ਲੱਗਣਾ ਹੀ ਸੀ, ਗੁਰੂ ਕਿਰਪਾ ਕਰੇ। ਆਓ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਹਰ ਕੀ ਵਡਿਆਈ ਵੱਡੀ ਹੈ। ਜਨ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ। ਅਪੁੱਛਿਆ ਦਾਨ ਦੇਵ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।